ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਕਬੀਰ ਅਲਹ ਕੀ ਕਰ ਬੰਦਗੀ, ਜਿਹੇ ਸਿਮਰਤ ਦੁਖ ਜਾਏ। ਦਿਲ ਮਹਿ ਸਾਈਂ ਪਰਗਟੈ, ਬੁਝੈ ਬੁਲੰਤੀ ਨਾਏ। ਕਬੀਰ ਅਲਹ ਕੀ ਕਰ ਬੰਦਗੀ, ਜਿਹੇ ਸਿਮਰਤ ਦੁਖ ਜਾਏ। ਦਿਲ ਮਹਿ ਸਾਈਂ ਪਰਗਟੈ, ਬੁਝੈ ਬੁਲੰਤੀ ਨਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਤਿ ਪਾਵਨ ਭਗਤ ਵਤਸਲ ਕਿਰਪਾ ਨਿਧਾਨ, ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ। ਸਰਬ ਕਲਾ ਭਰਪੂਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰ ਸੰਗਤ ਜੀਓ, ਜਵਾਬ ਜੀ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦਿਦਾਰੇ ਕਰਨ ਵਾਸਤੇ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਦੀ ਮਹਾਨ ਕਿਰਪਾ ਬਖਸ਼ਿਸ਼ ਹੋਈ ਹੈ। ਅੰਮ੍ਰਿਤ ਵੇਲੇ ਉੱਠ ਕਰਕੇ ਪ੍ਰਭੂ ਦੀ ਯਾਦ ਵਿੱਚ ਜੁੜਨ ਦਾ ਸੁਭਾਗਾ ਸਮਾਂ ਮਿਲਿਆ। ਸੋ ਹੁਣ ਗੁਰੂ ਸਾਹਿਬ ਜੀ ਕਿਰਪਾ ਕਰ ਰਹੇ ਨੇ। ਸਤ ਸੰਗਤ ਦੀਆਂ ਅਮੋਲਕ ਘੜੀਆਂ, ਅਮੋਲਕ ਸਮਾਂ ਮਹਾਰਾਜ ਜੀ ਬਖਸ਼ਦੇ ਨੇ। ਆਓ ਆਪਣੇ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰਾਂ ਦੀ ਜੋ ਬ੍ਰਹਮ ਗਿਆਨੀ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਸਲੋਕਾਂ ਦੀ ਕਥਾ ਚੱਲ ਰਹੀ ਹੈ। ਵਿਸ਼ੇਸ਼ ਕਰਕੇ ਆਪ ਜੀ ਤੁਸੀਂ ਸੁਣਦੇ ਹੋ। ਸਤਿਗੁਰੂ ਦੀ ਬਾਣੀ ਦੇ ਦੁਆਰਾ ਪਰਮ ਉਪਦੇਸ਼ ਬਖਸ਼ ਰਹੇ ਨੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਚਨ ਗੁਰਬਾਣੀ 'ਚ ਆਉਂਦਾ ਹੈ ਕਿ ਮਹਾ ਆਨੰਦ ਗੁਰ ਸ਼ਬਦ ਵਿਚਾਰ। ਗੁਰੂ ਦੇ ਸ਼ਬਦ ਦੀ ਵਿਚਾਰ ਵਿੱਚ ਮਹਾ ਆਨੰਦ ਹੈ। ਜਿਸ ਨੇ ਇਸ ਮਹਾ ਆਨੰਦ ਨੂੰ ਚਖਿਆ, ਮਹਾ ਆਨੰਦ ਵਿੱਚ ਲੀਨ ਹੋਇਆ, ਉਸ ਨੂੰ ਕੋਈ ਦੁੱਖ ਦੇ ਸੁੱਖ ਨਹੀਂ ਹੁੰਦਾ। ਸਾਧ ਸੰਗਤ ਜੀ, ਦੁੱਖ ਦਾ ਸੁੱਖ ਦਾ ਜਿਹੜਾ ਵਿਰੋਧੀ ਉਹ ਦੁੱਖ ਹੈ। ਜਿੱਥੇ ਆਨੰਦ ਹੈ ਉੱਥੇ ਆਨੰਦ ਹੀ ਹੈ। ਤਾਂ ਹੀ ਤੇ ਮਹਾਰਾਜ ਜੀ ਕਹਿੰਦੇ ਨੇ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਏ। ਗੁਰੂ ਉਸ ਨੂੰ ਕਹੀਦਾ ਜਿਸ ਨੂੰ ਮਿਲ ਕੇ ਆਨੰਦ ਦੀ ਪ੍ਰਾਪਤੀ ਹੋਵੇ, ਦੁੱਖ ਤੇ ਸੁੱਖ ਤੋਂ ਉੱਪਰ ਉੱਠ ਜੇ ਜੀਵ। ਇਹ ਕਲਯੁਗੀ ਜੀਵ ਤਾਂ ਦੁੱਖਾਂ ਦੇ ਵਿੱਚ ਸਾਧ ਸੰਗਤ ਜੀ ਰੋਂਦਾ ਹੈ। ਕੋਈ ਸੋਗ ਆ ਗਿਆ ਤੇ ਉਦਾਸੀ ਆ ਗਈ ਮਨ ਤੇ, ਬਹੁਤਾ ਕੋਈ ਪਦਾਰਥ ਮਿਲ ਗਿਆ, ਖੁਸ਼ੀ ਹੋ ਗਈ ਮਨ ਤੇ। ਇਹ ਮਨ ਤੇ ਪ੍ਰਭਾਵ, ਇਹ ਖੁਸ਼ੀ ਤੇ ਗਮੀ ਪਾਉਂਦੇ ਨੇ। ਪਰ ਜਿੱਥੇ ਆਨੰਦ ਹੈ ਉੱਥੇ ਦੁੱਖਾਂ ਵਿੱਚ ਵੀ ਆਨੰਦ 'ਚ ਰਹੇਗਾ, ਸੁੱਖਾਂ ਵੇਲੇ ਵੀ ਤੂੰ ਆਨੰਦ ਦੇ ਵਿੱਚ ਰਹੇਗਾ। ਤਾਂ ਐਸੀ ਅਵਸਥਾ ਬਣਾਉਣ ਵਾਲੀ ਗੁਰਬਾਣੀ ਜੋ ਸਤਿਗੁਰਾਂ ਜੀ ਨੇ ਸਾਡੇ ਭਲੇ ਵਾਸਤੇ ਉਚਾਰੀ ਹੈ, ਸੋ ਸਾਧ ਸੰਗਤ ਜੀ ਹੋਰ ਆਨੰਦ ਕਿਤੇ ਹੈ ਨਹੀਂ। ਇਹ ਮਹਾ ਆਨੰਦ ਗੁਰ ਸ਼ਬਦ ਵਿਚਾਰ।
ਬਹੁਤ ਵੱਡਾ ਆਨੰਦ ਹੈ ਗੁਰੂ ਦੇ ਸ਼ਬਦ ਦੀ ਵਿਚਾਰ 'ਚ, ਉਪਦੇਸ਼ 'ਚ। ਤਾਂ ਕਰਕੇ ਭਾਈ ਸਤਿਗੁਰਾਂ ਜੀ ਨੇ ਇਹ ਅਮੋਲਕ ਘੜੀਆਂ ਸਤ ਸੰਗਤ ਦੀਆਂ ਬਖਸ਼ੀਆਂ ਨੇ। ਸਤ ਸੰਗਤ ਸਾਡੇ ਅੰਦਰ ਨਾ ਗ੍ਰਹਿਣ ਕਰਨ ਦੀ ਉਹ ਥਾਂ ਬਣਾ ਦਿੰਦੀ ਹੈ। ਦੇਖੋ, ਗੁਰਬਾਣੀ ਗ੍ਰਹਿਣ ਕਰਨੀ ਔਖੀ ਹੈ। ਘਿਓ ਖਾਧਾ ਤੇ ਘਿਓ ਨੂੰ ਪਚਾਉਣ ਵਾਸਤੇ ਨਾ ਵਰਜਿਸ਼ ਕਸਰਤ ਕਰਨੀ ਪੈਂਦੀ ਏ, ਐਕਸਰਸਾਈਜ਼ ਕਰਨੀ ਪੈਂਦੀ ਏ ਸਾਧ ਸੰਗਤ ਜੀ। ਭਾਵ ਕਿ ਜਦੋਂ ਕੰਮ ਕਰੇਗਾ ਖਾਧਾ ਹੋਇਆ ਘਿਓ ਤਾਂ ਹੀ ਪਚੇਗਾ, ਤਾਂ ਹੀ ਲੱਗੇਗਾ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੜੀ ਗੁਰਬਾਣੀ ਹੈ ਨਾ, ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਜੋ ਹੈ, ਹਰੇਕ ਨੂੰ ਨਹੀਂ ਪਚਦੀ। ਖਾ ਤੇ ਸਾਰੇ ਲੈਂਦੇ ਨੇ ਪਰ ਪਚਦੀ ਨਹੀਂ ਹੈ। ਉਹ ਤੇ ਕਹਿੰਦੇ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਏ ਉਧਾਰੂ। ਉਧਾਰੀ ਉਹਦਾ ਹੋਣਾ ਜਿਹਨੇ ਖਾ ਕੇ ਪਚਾਇਆ। ਇਸ ਕਰਕੇ ਸਾਧ ਸੰਗਤ ਜੀ ਖਾ ਤੇ ਸਾਰੇ ਰਹਿੰਦੇ ਆ, ਤੇ ਪਚਾਉਣ ਦੀ ਜਿਹੜੀ ਸਤ ਸੰਗਤ ਗ੍ਰਹਿਣ ਕਰਨ ਦੀ ਥਾਂ ਬਣਾਉਂਦੀ ਏ, ਉਹ ਥਾਂ ਬਣਾ ਦਿੰਦੀ ਏ ਸਾਧ ਸੰਗਤ ਜੀ। ਘਰੇ ਪਾਠ ਕਰਕੇ ਆਇਆ, ਸੇਵਾ ਕੀਤੀ ਹੈ, ਤੇ ਸਤ ਸੰਗਤ ਮਾਣ ਨਹੀਂ ਆਉਣ ਦਿੰਦੀ, ਔਗਣਾ ਪਾਪਾਂ ਤੋਂ ਦੂਰ ਰੱਖਦੀ ਏ। ਤਾਂ ਕਰਕੇ ਗੁਰਮੁਖੋ ਅਮੋਲਕ ਘੜੀਆਂ ਰੋਜ਼ ਪ੍ਰਾਪਤ ਹੁੰਦੀਆਂ ਨੇ, ਤੇ ਸਤਿਗੁਰਾਂ ਦੀ ਕਿਰਪਾ ਵੱਡੇ ਭਾਗ ਹੈ ਤੁਹਾਡੇ। ਗੁਰੂ ਦੇਵ ਦੇ ਚਰਨੀ ਬੈਠੇ ਹੋ। ਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਆਖਿਆ, ਸੋਧਤ ਸੋਧਤ ਸੁਣੀ ਇਹ ਸੋਏ, ਸਾਧ ਸੰਗਤ ਬਿਨੁ ਤਰਿਓ ਨਾ ਕੋਏ। ਭਾਈ ਸਾਧੂ ਸਤਿਪੁਰਖਾਂ ਦੀ ਸੰਗਤ ਤੋਂ ਬਿਨਾਂ ਦੱਸੋ ਕੌਣ ਤਰਿਆ? ਕੋਈ ਵੀ ਨਹੀਂ ਤਰਿਆ। ਇਸੇ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਕਿਰਪਾ ਵਰਤ ਰਹੀ ਹੈ ਭਾਈ। ਤੇ ਜਿਨ੍ਹਾਂ ਨੇ ਫਿਰ ਮਨ ਨੂੰ ਮਾਰ ਕੇ ਰੋਜ਼ ਹਾਜ਼ਰੀਆਂ ਭਰਦੇ ਹੈ, ਵੱਡੇ ਭਾਗ ਹੈ ਉਹਨਾਂ ਦੇ। ਇਸੇ ਪ੍ਰਕਾਰ ਭਗਤ ਜੀ ਹੁਣ ਸ਼ਲੋਕਾਂ ਦੁਆਰਾ ਸਾਨੂੰ ਸਮਝਾਉਣਗੇ, ਬਚਨ ਉਚਾਰਨ ਮਹਾਰਾਜ ਜੀ ਕਰਨਗੇ। ਬੈਠ ਕੇ ਸਰਵਣ ਕਰੀਏ ਜੀ, ਆਪਣੇ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ। ਅੰਮ੍ਰਿਤ ਵੇਲਾ ਹੈ। ਦੇਖੋ ਗੁਰਮੁਖੋ, ਜਿਹੜਾ ਸਮਾਂ ਹੁੰਦਾ ਨਾ, ਉਸੇ ਸਮੇਂ 'ਤੇ ਹੀ ਫਸਲ ਦਾ ਬੀਜ ਬੋਇਆ ਜਾਂਦਾ, ਤਾਂ ਫਿਰ ਜਿਹੜਾ ਬੀਜਿਆ ਹੋਇਆ ਬੀਜ ਫਲਦਾ ਹੈ। ਸਾਧ ਸੰਗਤ ਜੀ, ਇਹ ਹੁਣ ਵੱਤ ਆਈ ਹੋਈ ਹੈ, ਜਿਵੇਂ ਕਹਿੰਦੇ ਹੁੰਦੇ ਆ ਸਾਧ ਸੰਗਤ ਜੀ। ਤਾਂ ਹੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਵੱਤ ਲੱਗੀ ਸੱਚੇ ਨਾਮ ਕੀ, ਜੋ ਬੀਜੈ ਸੋ ਖਾਏ। ਇਹ ਹੁਣ ਮਨੁੱਖਾ ਜਨਮ ਰੂਪੀ ਵੱਤ ਆਈ ਹੋਈ ਹੈ ਭਾਈ, ਵੱਤ ਲੱਗੀ ਹੋਈ ਹੈ। ਅੰਮ੍ਰਿਤ ਵੇਲਾ ਆਇਆ ਹੋਇਆ, ਤੇ ਇੱਥੇ ਬੀਜਿਆ ਹੋਇਆ ਜਿਹੜਾ ਸਤ ਸੰਗਤ ਦਾ ਬੀਜ ਬੜਾ ਫਲੇਗਾ, ਬੜਾ ਸਾਧ ਸੰਗਤ ਜੀ ਲਾਭ ਦੇਵੇਗਾ। ਇਸੇ ਪ੍ਰਕਾਰ ਆਪਣੇ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਦੇਵ ਦੀ ਕਥਾ ਨੂੰ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਅਲਹ ਕੀ ਕਰ ਬੰਦਗੀ। ਭਗਤ ਕਬੀਰ ਸਾਹਿਬ ਜੀ ਮਹਾਰਾਜ ਬਚਨ ਉਚਾਰਦੇ ਐ। ਮਹਾਰਾਜ ਜੀ ਕਹਿੰਦੇ ਅੱਲਾ ਦੀ ਬੰਦਗੀ ਕਰਿਆ ਕਰ। ਉਹ ਜਿਹੜਾ ਹੱਜ ਕਰਕੇ ਆਇਆ ਸੀ ਨਾ ਹਾਜੀ, ਕਬੀਰ ਜੀ ਮਹਾਰਾਜ ਜੀ ਨੂੰ ਕਹਿੰਦਾ, ਮਹਾਰਾਜ ਜੀ ਤੁਸੀਂ ਆਪ ਨਹੀਂ ਹੱਜ ਕਰਦੇ, ਤੁਸੀਂ ਨਹੀਂ ਕਦੇ ਕਾਬੇ ਗਏ। ਕਬੀਰ ਸਾਹਿਬ ਜੀ ਕਹਿੰਦੇ ਮੈਨੂੰ ਲੋੜ ਹੀ ਨਹੀਂ ਹੈ ਜਾਣ ਦੀ, ਤੁਸੀਂ ਉਸ ਅੱਲਾ ਨੂੰ ਮਿਲਣ ਜਾਂਦੇ ਹੋ। ਉਹ ਅੱਲਾ ਖੁਦਾ ਤਾਂ ਮੈਨੂੰ ਆਪ ਮਿਲਣ ਵਾਸਤੇ ਆਇਆ ਆ। ਸਾਧ ਸੰਗਤ ਜੀ, ਐਡੀ ਵੱਡੀ ਉਹਨਾਂ ਨੇ ਕਮਾਈ ਕੀਤੀ ਭਗਤ ਜੀ ਨੇ। ਇੰਨੀ ਬੰਦਗੀ ਹੋਵੇਗੀ ਕਿੰਨੀ ਬੰਦਗੀ ਹੋਵੇਗੀ। ਭਗਵਾਨ ਪਰਮੇਸ਼ਰ ਜੀ ਉਹਨਾਂ ਦੇ ਪਿੱਛੇ ਤੁਰੇ ਫਿਰਦੇ ਆ। ਤਾਂ ਹੀ ਪਿੱਛੇ ਇਹ ਸ਼ਲੋਕ ਆਇਆ ਨਾ, ਮਹਾਰਾਜ ਜੀ ਕਹਿੰਦੇ ਮੈਂ ਤੇ ਮਨ ਨੂੰ ਹੀ ਨਿਰਮਲ ਕੀਤਾ ਆ। ਕਬੀਰ ਮਨ ਨਿਰਮਲ ਭਾਇਆ, ਜੈਸਾ ਗੰਗਾ ਨੀਰ, ਪਾਛੈ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਵਾਹਿਗੁਰੂ ਜੀ ਤਾਂ ਪਿੱਛੇ ਤੁਰੇ ਫਿਰਦੇ ਆ, ਪ੍ਰਭੂ ਤਾਂ ਕਬੀਰ ਕਬੀਰ ਕਰਦਾ।
ਇਸੇ ਪ੍ਰਕਾਰ ਹਾਜੀ ਨੂੰ ਕਹਿਣ ਲੱਗੇ ਕਿ ਭਾਈ ਮੈਨੂੰ ਹੱਜ ਕਾਬੇ ਜਾਣ ਦੀ ਲੋੜ ਹੀ ਨਹੀਂ ਹੈ। ਮਹਾਰਾਜ ਜੀ ਕਹਿੰਦੇ ਹੱਜ ਕਾਬੇ ਜਾ ਕੇ, ਇਹ ਪਿੱਛੇ ਸ਼ਲੋਕ ਆ ਚੁੱਕਿਆ 185ਵਾਂ ਸ਼ਲੋਕ ਹੈ ਇਹ। ਕਬੀਰ ਜਾ ਕੀ ਦਿਲ ਸਾਬਤ ਨਹੀਂ ਤਾਂ ਕਉ ਕਹਾਂ ਖੁਦਾਏ। ਮਹਾਰਾਜ ਜੀ ਕਹਿੰਦੇ ਜਿਸ ਦਾ ਦਿਲ ਸਾਬਤ ਹੀ ਨਹੀਂ ਹੈ, ਪਵਿੱਤਰ ਹੀ ਨਹੀਂ ਹੈ, ਭਾਵ ਕਿ ਕੋਈ ਸੱਚਾਈ ਨਹੀਂ ਹੈ, ਉਹਨਾਂ ਨੂੰ ਕਿੱਥੋਂ ਖੁਦਾ ਮਿਲੇ। ਤੇ ਮੈਂ ਖਾਸ ਕਰਕੇ ਬੇਨਤੀ ਕਰਾਂ, ਇਹ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਗੁਰਮੁਖੋ ਜੋ ਮਹਾਰਾਜ ਦੀ ਦੱਸੀ ਹੋਈ ਮਰਿਆਦਾ ਬਚਨ ਹੈ ਨਾ, ਉਸ 'ਤੇ ਰਹਿਣਾ ਚਾਹੀਦਾ। ਫਿਰ ਕਿਤੇ ਸਾਡਾ ਦਿਲ ਸਾਬਤ ਹੋਊਗਾ, ਨਹੀਂ ਭਾਈ ਦਿਲ ਸਾਬਤ ਨਹੀਂ ਹੋ ਸਕਦਾ। ਸਾਧ ਸੰਗਤ ਜੀ ਬਸ ਕੀ ਕਰਦੇ ਆ, 5-10 ਦਿਨ ਹੀ ਮਰਿਆਦਾ ਮੰਨਦੇ ਆ ਤੇ ਉਸ ਤੋਂ ਬਾਅਦ ਫਿਰ ਉਹੀ ਮਨਮੁਖਾਂ ਵਾਲਾ ਹਾਲ ਹੈ। ਦੱਸੋ ਕਿਵੇਂ ਗੁਰੂ ਦੇਵ ਦੀ ਸਾਡੇ 'ਤੇ ਖੁਸ਼ੀ ਹੋਏਗੀ। ਸਾਧ ਸੰਗਤ ਜੀ ਮਰਿਆਦਾ ਦੀਆਂ ਅਸੀਂ ਆਪ ਧੱਜੀਆਂ ਉਡਾਉਣੇ ਆ ਕਈ ਡੋਰੀ ਵਾਲੀ ਪਾਈ ਫਿਰਦੇ ਆ ਕਿਰਪਾਨ, ਕੋਈ ਸਾਧ ਸੰਗਤ ਜੀ ਲਮਕਾਈ ਫਿਰਦਾ ਕੰਘਾ ਕਿਰਪਾਨ ਨਾਲ। ਵੀ ਦੱਸੋ ਕੰਘੇ ਦੀ ਥਾਂ ਸਿਰ 'ਚ ਹੈ, ਕੇਸਾਂ 'ਚ ਹੈ। ਸਾਧ ਸੰਗਤ ਜੀ ਤੇ ਬਸ ਕਹਿੰਦੇ ਜੀ ਔਖਾ ਬਸ ਨਹੀਂ ਰੱਖ ਹੁੰਦਾ। ਅੱਛਾ ਉਹ ਤਾਂ ਰੱਖ ਨਹੀਂ ਹੁੰਦਾ। ਤੇ ਸਾਧ ਸੰਗਤ ਜੀ ਤੇ ਜਦੋਂ ਹੋਰ ਕੰਮ ਕਰਨੇ ਆ ਉਹ ਸੌਖੇ ਹੈ, ਉਹ ਸਾਰੇ ਸੌਖੇ ਹੈ। ਸਾਧ ਸੰਗਤ ਜੀ ਬਸ ਉਹ ਲੱਕੜ ਦਾ ਕੰਘਾ ਨਹੀਂ ਕੇਸਾਂ 'ਚ ਰੱਖ ਹੁੰਦਾ। ਡੋਰੀ ਵਾਲੀ ਵੀ ਜਨੇਊ ਜਾ ਪਾਈ ਫਿਰਦੇ ਵੀ ਗੁਰੂ ਸਾਹਿਬ ਨੇ ਤਾਂ ਆਖਿਆ ਨਹੀਂ ਹੈ। ਮਹਾਰਾਜ ਜੀ ਨੇ ਤੇ ਮਿਆਨ ਵਾਲੀ ਕਿਰਪਾਨ ਪਾਉਣ ਵਾਸਤੇ ਹੁਕਮ ਕੀਤਾ ਆ। ਇਹ ਤੇ ਦੁਬਾਰੇ ਸ਼ੁਧਾਈ ਹੋਣੀ ਚਾਹੀਦੀ ਹੈ। ਹੁਣ ਜਿਹੜੇ ਪਾਈ ਫਿਰਦੇ ਆ ਨਾ, ਵਿੱਚ ਹੀ ਲਟਕਾਈ ਫਿਰਦੇ ਆ ਕੰਘੇ, ਸਾਧ ਸੰਗਤ ਜੀ ਇਹ ਕਿਰਪਾਨਾਂ ਦੇ ਨਾਲ, ਵੀ ਮਹਾਰਾਜ ਕਮਲੇ ਐ, ਤੂੰ ਬਾਹਲਾ ਸਿਆਣਾ ਹੋ ਗਿਆ, ਲਟਕਾਈ ਫਿਰਦਾ ਕੰਘਾ ਕਿਰਪਾਨ ਨਾਲ। ਸਾਧ ਸੰਗਤ ਜੀ ਵੀ ਕਲਗੀਧਰ ਪਿਤਾ ਜੀ ਤਾਂ ਕਹਿੰਦੇ ਇਹ ਅਸਲ ਦੇ ਵਿੱਚ ਕੇਸ ਜਦੋਂ ਵਾਹੁਣੇ ਹੈ ਨਾ, ਇਹ ਲੱਕੜ ਦੇ ਕੰਘੇ ਨਾਲ ਹੀ ਵਾਹੁਣੇ ਹੈ। ਪਲਾਸਟਿਕ ਦੇ ਚੱਕੀ ਫਿਰਦੇ ਹੈ ਕਈ। ਦੱਸੋ ਫਿਰ ਕੀ ਸਿੱਖੀ ਰਹਿ ਸਕਦੀ ਹੈ। ਗੁਰਮੁਖੋ ਅੰਮ੍ਰਿਤ ਛਕਣਾ ਸੌਖਾ ਆ, ਉਹਦੀ ਮਰਿਆਦਾ ਰੱਖਣੀ ਉਦੋਂ ਵੀ ਵੱਡੀ ਜ਼ਿੰਮੇਵਾਰੀ ਹੈ। ਤੇ ਮੈਂ ਇਹੀ ਕਹਿੰਦਾ ਉਹਨਾਂ ਤੂੰ 7 ਬਾਣੀਆਂ ਦੇ ਨਿਤਨੇਮ ਹੀ ਕਰ, ਬਸ ਬਹੁਤ ਹੈ, ਪਰ ਮਰਿਆਦਾ ਰੱਖ ਪੂਰੀ। ਕੇਸਾਂ ਕੰਘਿਆਂ ਦੀ ਜਗ੍ਹਾ ਕੇਸਾਂ 'ਚ ਹੈ। ਕਬੀਰ ਜਾ ਕੀ ਦਿਲ ਸਾਬਤ ਨਹੀਂ, ਜਿਸ ਦੇ ਦਿਲ ਵਿੱਚ ਕੋਈ ਸਚਾਈ ਪਕਿਆਈ ਨਹੀਂ ਆਈ, ਤਾਂ ਕੋ ਕਹਾਂ ਖੁਦਾਏ। ਭਾਈ ਤੁਹਾਨੂੰ ਕੀ ਖੁਸ਼ੀ ਮਿਲੇਗੀ ਗੁਰੂ ਸਾਹਿਬ ਦੀ ਕਲਗੀਆਂ ਵਾਲੇ ਮਹਾਰਾਜ ਜਿਹੜੀ ਇੱਦਾਂ ਮਰਿਆਦਾ। ਡੋਰੀ ਵਾਲੀ ਦੱਸੀ ਕਿੱਥੇ ਲਿਖਿਆ ਮਰਿਆਦਾ 'ਚ ਪਾਉਣ ਨੂੰ, ਛੋਟੀ ਕਿਰਪਾਨ ਪਾ ਲਓ। ਤੇ ਸਾਧ ਸੰਗਤ ਜੀ ਕੰਮ ਕਰਦੇ ਹੋਏ ਨਾ ਛੋਟੀਆਂ ਕਿਰਪਾਨਾਂ ਆ ਜਾਂਦੀਆਂ ਨੇ, ਪਰ ਮਿਆਨ ਵਾਲੀ ਪਾਉਣੀ ਜਿਹੜੀ ਮਿਆਨ 'ਚ ਹੋਵੇ ਸਰੀਰ, ਉਹ ਵੀ ਸਰਬ ਲੋਹ ਦੀ, ਸਰਬ ਲੋਹੇ ਦੀ ਪਾਉਣੀ ਹੈ। ਤੇ ਕਿਤੇ ਮਹਾਰਾਜ ਨੇ ਆ ਸਟੀਲ ਤਾਂ ਹੁਣ ਆਈ ਹੈ ਸਰਬ ਲੋਹ। ਤੇ ਸਾਧ ਸੰਗਤ ਜੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਵੇਲੇ ਮਹਾਰਾਜ ਜੀ ਨੇ ਹੁਕਮ ਕੀਤਾ, ਉੱਪਰੋਂ ਸਿੱਖਾਂ ਸਾਧ ਸੰਗਤ ਜੀ ਬਸ ਚਿੱਟੇ ਕੱਪੜੇ ਸਾਡੇ ਪੂਰੇ ਪਾਏ ਐ, ਚਿੱਟੀਆਂ ਦਸਤਾਰਾਂ ਬੰਨੀਆਂ ਸਾਡੇ, ਤੇ ਦਾੜਾ ਖੁੱਲ੍ਹਾ ਛੱਡਿਆ ਆ। ਅਸੀਂ ਸਿੱਖਾਂ ਸੀ ਬਾਹ ਜੀ ਕਹਿੰਦੇ। ਸਾਧ ਸੰਗਤ ਜੀ ਅੰਦਰੋਂ ਸਿੱਖ ਨਹੀਂ ਹੈ ਹਜੇ, ਅੰਦਰੋਂ ਤਾਂ ਅਸਿੱਖ ਹੀ ਆ। ਸਾਧ ਸੰਗਤ ਜੀ ਗੁਰੂ ਦੀ ਸਿੱਖਿਆ ਤੇ ਤਾਂ ਚੱਲਿਆ ਨਹੀਂ ਹੈ। ਸੋ ਇਸੇ ਕਰਕੇ ਤੇ ਇਹ ਜਿਹੜੇ ਆ ਲਟਕਾਈ ਜੇ ਫਿਰਦੇ ਆ ਨਾ ਕੰਘੇ ਕਿਰਪਾਨਾਂ ਨਾਲ, ਤੇ ਸਾਧ ਸੰਗਤ ਜੀ ਕੰਘੇ ਦੀ ਜਗ੍ਹਾ ਕੇਸਾਂ 'ਚ ਹੈ। ਤੇ ਮਹਾਰਾਜ ਜੀ ਨੇ ਨਗ ਨਹੀਂ ਪੂਰਾ ਕੀਤਾ ਹੈ ਇਸ ਕੰਘੇ ਨਾਲ ਕੇਸਾਂ ਨੂੰ ਵਾਹੁਣਾ। ਸਾਧ ਸੰਗਤ ਜੀ ਵਾਹੁਣਾ ਹੈ। ਇਸੇ ਕਰਕੇ ਵੱਡਾ ਕੰਘਾ ਰੱਖ ਲਓ ਜੀ ਸਾਧ ਸੰਗਤ ਜੀ, ਕੇਸਾਂ 'ਚ ਨਹੀਂ ਠੀਕ ਆਉਂਦਾ, ਪਰ ਲੱਕੜ ਦੇ ਨਾਲ ਹੀ ਵਾਹੁਣਾ ਹੈ। ਸਤਿਗੁਰੂ ਦਾ ਹੁਕਮ ਹੈ, ਹੁਕਮ। ਕਲਗੀਧਰ ਪਾਤਸ਼ਾਹ ਜੀ ਆਪ ਕੇਸਾਂ 'ਚ ਜਦੋਂ ਕੰਘਾ ਕਰਦੇ ਐ, ਲੱਕੜ ਦੇ ਕੰਘੇ ਨਾਲ ਹੀ ਕਰਦੇ ਐ। ਸਾਧ ਸੰਗਤ ਜੀ ਤੇ ਕੀ ਮਹਾਰਾਜ ਨੂੰ ਕੋਈ ਘਾਟ ਹੈ ਵੀ ਕੋਈ ਕੰਘਾ ਹੈ ਨਹੀਂ ਮਹਾਰਾਜ ਕੋਲ। ਸਾਧ ਸੰਗਤ ਜੀ ਤੇ ਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਤੇ ਹਾਥੀ ਦੇ ਦੰਦਾਂ ਵਰਗੇ ਉਹ ਗਹਿਣੇ ਸ਼ਸਤਰ ਬਸਤਰ ਆਉਂਦੇ ਐ। ਹਾਥੀ ਦੇ ਦੰਦਾਂ ਦਾ ਚੂੜਾ ਆਉਂਦਾ ਮਾਤਾਵਾਂ ਨੂੰ, ਕੋਈ ਘਾਟ ਹੈ ਨਹੀਂ। ਲੱਕੜ ਦਾ ਮਹਾਰਾਜ ਨੇ ਹੁਕਮ ਹੈ, ਹੁਕਮ।
ਪਰ ਸਾਨੂੰ ਕੀ ਹੈ, ਅੱਛਾ ਡਾਕਟਰ ਕਹਿ ਦੇ ਨਾ ਡਾਕਟਰ, ਫਿਰ ਮੰਨਾਂਗੇ। ਗੁਰੂ ਕਹਿ ਦੇ ਫਿਰ ਨਹੀਂ ਮੰਨਣਾ। ਡਾਕਟਰ ਲੈ, ਡਾਕਟਰ ਕਹਿ ਦੇ ਵੇਲੇ ਤੂੰ ਕੇਸਾਂ 'ਚ ਨਾ ਕੰਘਾ ਰੱਖੀ, ਲੱਕੜ ਦੀ ਕੋਈ ਚੀਜ਼ ਰੱਖੀ, ਉਦੋਂ ਤਿਆਰ ਹੋ ਜਾਊਗਾ। ਮਹਾਰਾਜ ਕਹਿੰਦੇ ਇਹ ਨਹੀਂ ਤਿਆਰ। ਮੰਨਿਆ ਕਿਤੇ ਸੀ ਗੁਰੂ ਸਾਹਿਬ ਦੀ ਸਾਧ ਸੰਗਤ ਜੀ? ਨਹੀਂ ਮੰਨਦੇ। ਤੇ ਦਿਖਾਉਣੇ ਆ ਮੂੰਹ ਗੁਰੂ ਗ੍ਰੰਥ ਸਾਹਿਬ ਨੂੰ। ਅਸੀਂ ਬਹੁਤ ਖੜੇ ਆ ਜੀ ਇੱਥੇ, ਉੱਚੇ ਹੋ ਖੜਦੇ ਆ, 5-5 10-10 ਮਿੰਟ ਲਾਉਣੇ ਆ ਖੜ ਕੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹਵ ਰਹੇ ਗੁਰ ਨਾਲੇ। ਅੱਜ ਨੇ ਡੋਰੀ ਵਾਲੀ ਪਾਈ ਫਿਰਦੇ ਨਾ, ਸ਼ੁਧਾਈ ਕਰਾਉਣੀ ਪਊਗੀ ਤੁਹਾਨੂੰ ਦੁਆਰੇ। ਸ਼ੁਧਾਈ ਦੁਆਰੇ ਅੰਮ੍ਰਿਤ ਛਕਣਾ ਪਊਗਾ। ਡੋਰੀ ਵਾਲੀ ਰਹਿਤ 'ਚ ਨਹੀਂ ਆਉਂਦੀ, ਇਹ ਮਰਿਆਦਾ 'ਚ ਨਹੀਂ ਆਉਂਦੀ। ਕਬੀਰ ਜਾ ਕੀ ਦਿਲ ਸਾਬਤ ਨਹੀਂ, ਤਾਂ ਕੋ ਕਹਾਂ ਖੁਦਾਏ। ਦੱਸੋ ਕਿਵੇਂ ਖੁਦਾ ਮਿਲੇਗਾ? ਗੁਰੂ ਕਲਗੀਧਰ ਪਾਤਸ਼ਾਹ ਦੀ ਕਿਵੇਂ ਖੁਸ਼ੀ ਮਿਲੇਗੀ? ਸਾਨੂੰ ਨਹੀਂ ਮਿਲ ਸਕਦੀ। ਇਸੇ ਪ੍ਰਕਾਰ ਕੇਸਾਂ ਵਿੱਚ ਲਾਉਣਾ ਕੰਘਾ। ਸਾਧ ਸੰਗਤ ਜੀ ਆ ਜਿਹੜੇ ਬੰਨੀ ਜੇ ਫਿਰਦੇ ਨਾ, ਤੇ ਠੀਕ ਕਰਕੇ ਆਇਓ ਕੱਲ ਨੂੰ। ਸਾਧ ਸੰਗਤ ਜੀ ਗੁਰੂ ਕਲਗੀਧਰ ਜੀ ਨੂੰ ਹੁਕਮ ਬਚਨ ਕੀਤਾ, ਤੁਸੀਂ ਬਚਨ ਦਿੱਤਾ ਹੋਇਆ ਭੁੱਲ ਗਏ ਜਿੱਦੇ ਅੰਮ੍ਰਿਤ ਛਕਿਆ ਸੀ। ਤੇ ਸਾਧ ਸੰਗਤ ਜੀ ਮਹਾਰਾਜ ਜੀ ਕਹਿੰਦੇ ਜਿਸ ਦੇ ਦਿਲ ਵਿੱਚ ਕੋਈ ਸਚਾਈ ਨਹੀਂ ਹੈ, ਕੋਈ ਪਕਿਆਈ ਨਹੀਂ ਹੈ, ਕੋਈ ਸਾਬਤ ਨਹੀਂ ਹੈ, ਦਿਲ ਸੱਚਾ ਨਹੀਂ ਹੈ, ਉਸ ਨੂੰ ਵਾਹਿਗੁਰੂ ਨਹੀਂ ਮਿਲਦਾ, ਉਸ ਨੂੰ ਸਤਿਗੁਰੂ ਦੀ ਖੁਸ਼ੀ ਨਹੀਂ ਮਿਲਦੀ। ਭਾਵੇਂ ਸਤ ਬਾਣੀ ਪੜੋ ਬਸ ਬਹੁਤ ਹੈ, ਪਰ ਮਰਿਆਦਾ ਇਨ ਬਿਨ ਪੂਰੀ ਰੱਖੋ। ਮਰਿਆਦਾ ਇਨ ਬਿਨ ਪੂਰੀ। ਕਛਹਿਰਾ ਜਦੋਂ ਇਸ਼ਨਾਨ ਕਰਨ ਵੇਲੇ ਚੇਂਜ ਕਰਦਾ, ਇੱਕ ਪਹੁੰਚਾ ਪਾ ਤੇ ਇੱਕ ਪਹੁੰਚਾ ਲਾ ਕੇ ਫੇਰ ਇਸ ਤਰ੍ਹਾਂ ਪਾਉਣਾ ਆ। ਸਾਧ ਸੰਗਤ ਜੀ ਇਹ ਜਤ ਸਤ ਦੀ ਨਿਸ਼ਾਨੀ ਹੈ, ਤਾਂ ਤੇਰਾ ਜਤ ਸਤ ਪਰਪੱਕ ਰਹਿ ਸਕਦਾ ਆ। ਇਸੇ ਪ੍ਰਕਾਰ ਸਾਧ ਸੰਗਤ ਜੀ ਇਹ ਮਾਈਆਂ ਨੂੰ ਵੀ ਇਸ ਤਰ੍ਹਾਂ ਹੀ ਹੈ, ਭਾਈਆਂ ਨੂੰ ਵੀ ਇਸ ਤਰ੍ਹਾਂ ਹੀ ਹੈ। ਤੇ ਗੁਰਮੁਖੋ ਇਹ ਗੁਰੂ ਘਰ ਦੀਆਂ ਮਰਜ਼ਾਦਾਵਾਂ ਨੇ, ਹੁਕਮ ਹੈ। ਇਹ ਕੋਈ ਸਾਧ ਸੰਗਤ ਜੀ ਇਹ ਕੋਈ ਖੇਡ ਨਹੀਂ ਹੈ, ਹੁਕਮ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ। ਤੇ ਗੁਰੂ ਕਲਗੀਧਰ ਜੀ ਨੇ ਆਪ ਕੀਤਾ। ਕੌਣ ਨੇ ਗੁਰੂ ਕਲਗੀਧਰ ਪਿਤਾ ਜੀ? ਕੌਣ ਨੇ? ਗੁਰੂ ਸਾਹਿਬ ਜੀ ਨੇ, ਪਰਮੇਸ਼ਰ ਨੇ। ਗੁਰੂਦੇਵ ਪਿਤਾ ਆ, ਮਾਂ ਹੈ ਸਾਡੀ ਉਹ ਕਲਗੀਧਰ ਪਾਤਸ਼ਾਹ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ ਪਿਤਾ ਹੈ ਸਾਡੇ ਮਹਾਰਾਜ ਜੀ। ਉਹ ਹੁਕਮ ਕੀਤਾ, ਉਹਨੇ ਦੱਸਿਆ, ਸਮਝਾਇਆ। ਮੰਨਦੇ ਆ ਕਿਤੇ? ਨਹੀਂ ਮੰਨਦੇ। ਤੇ ਸਾਧ ਸੰਗਤ ਜੀ ਤਾਂ ਕੋ ਕਹਾਂ ਖੁਦਾਏ। ਉਹ ਹਾਜੀ ਕਹਿਣ ਲੱਗਿਆ ਮਹਾਰਾਜ ਤੁਸੀਂ ਕਿਉਂ ਨਹੀਂ ਗਏ? ਭਗਤ ਜੀ ਕਹਿੰਦੇ ਮੈਂ ਨਹੀਂ ਜਾਂਦਾ। ਕਹਿੰਦੇ ਜੀ ਕਿਉਂ ਨਹੀਂ ਗਏ? ਉਹ ਕਹਿੰਦੇ ਵਾਹਿਗੁਰੂ ਅੱਲਾ ਤੇ ਮੈਨੂੰ ਮਿਲ ਗਿਆ। ਜਿਸ ਅੱਲਾ ਪਿੱਛੇ ਤੁਸੀਂ ਮੱਥੇ ਟੇਕਦੇ ਜਾਂਦੇ ਹੋ ਨਾ, ਪਿੱਛੇ ਫਿਰਦੇ ਹੋ, ਉਹ ਅੱਲਾ ਤੇ ਮੇਰੇ ਮਗਰ ਫਿਰਦਾ ਆ। ਉਹ ਬ੍ਰਹਮ ਗਿਆਨ ਮੇਰੇ ਅੰਦਰ ਆ ਗਿਆ, ਵਾਹਿਗੁਰੂ ਦੀ ਸਖਿਆਤਤਾ ਆ ਗਈ। ਇਉਂ ਕਬੀਰ ਜੀ ਨੇ ਉੱਥੇ ਸਾਧ ਸੰਗਤ ਜੀ ਬਚਨ ਕੀਤਾ ਆ। ਫਿਰ ਮਹਾਰਾਜ ਜੀ ਕਹਿੰਦੇ ਤੁਸੀਂ ਵੀ ਭਾਈ ਕਬੀਰ ਅੱਲ੍ਹ ਕੀ ਕਰ ਬੰਦਗੀ। ਭਾਈ ਤੁਸੀਂ ਵੀ ਅੱਲਾ ਦੀ ਬੰਦਗੀ ਕਰਿਆ ਕਰੋ, ਵਾਹਿਗੁਰੂ ਨਿਰੰਕਾਰ ਪਰਮੇਸ਼ਰ ਦਾ ਭਜਨ ਕਰਿਆ ਕਰੋ। ਮਹਾਰਾਜ ਜੀ ਕਹਿੰਦੇ ਨੇ ਇਹ ਤੁਸੀਂ ਕਰਮਾਂ ਕਾਂਡਾਂ ਭੇਖਾਂ ਰੇਖਾਂ ਤੋਂ ਦੂਰ ਹੋ ਕੇ, ਵਾਹਿਗੁਰੂ ਤਾਂ ਅਭਰਮ ਹੈ, ਅਧਰਮ ਹੈ, ਭਰਮਾਂ ਤੋਂ ਰਹਿਤ ਧਰਮਾਂ ਤੋਂ ਰਹਿਤ ਕੋਈ ਧਰਮ ਨਹੀਂ ਹੈ ਪਰਮੇਸ਼ਰ ਦਾ। ਸਾਧ ਸੰਗਤ ਜੀ ਪਰਮੇਸ਼ਰ ਤਾਂ ਪਰਮੇਸ਼ਰ ਹੀ ਹੈ। ਦੱਸੋ ਪਾਣੀ ਦਾ ਕੋਈ ਧਰਮ ਹੈ? ਹਵਾ ਦਾ ਕੋਈ ਧਰਮ ਹੈ? ਅੱਗ ਦਾ ਕੋਈ ਧਰਮ ਹੈ? ਅੱਗ ਦੱਸੋ ਈਸਾਈ ਹੈ, ਬੋਧੀ ਹੈ, ਹਿੰਦੂ ਆ, ਮੁਸਲਮਾਨ ਹੈ ਕਿ ਸਿੱਖ ਹੈ ਕਿ ਕੀ ਹੈ ਕਿ ਜੈਨੀ ਹੈ? ਜਿਸ ਤਰ੍ਹਾਂ ਪਾਣੀ ਹਵਾ ਦਾ ਕੋਈ ਧਰਮ ਨਹੀਂ, ਅਗਨੀ ਦਾ ਕੋਈ ਧਰਮ ਨਹੀਂ, ਪਰਮੇਸ਼ਰ ਦਾ ਵੀ ਕੋਈ ਧਰਮ ਨਹੀਂ ਹੈ। ਪਰਮੇਸ਼ਰ ਪਰਮੇਸ਼ਰ ਹੀ ਹੈ। ਸਾਧ ਸੰਗਤ ਜੀ ਇਸੇ ਪ੍ਰਕਾਰ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਉਸ ਪਰਮੇਸ਼ਰ ਦੀ ਯਾਦ 'ਚ ਜੁੜ ਕੇ ਬੈਠ, ਬਸ ਆਹੀ ਅਸਲੀ ਧਰਮ ਹੈ। ਤੇ ਗੁਰੂਦੇਵ ਪਿਤਾ ਜੀ ਨੇ ਹੀ ਸਾਧ ਸੰਗਤ ਜੀ ਸੁਖਮਨੀ ਸਾਹਿਬ 'ਚ ਆਖਿਆ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਬਸ ਹਰੀ ਦਾ ਨਾਮ ਜਪਣਾ ਹੀ ਨਿਰਮਲ ਕਰਮ ਹੈ।
ਆਹੀ ਸ੍ਰੇਸ਼ਟ ਧਰਮ ਹੈ ਬਸ। ਇਸੇ ਕਰਕੇ ਗੁਰਸਿੱਖੋ ਸਾਨੂੰ ਮਹਾਰਾਜ ਜੀ ਨੇ ਸ਼ਬਦ ਗੁਰੂ ਨਾਮ ਦੇ ਲੜ ਲਾਇਆ। ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਲੜ ਲਾ ਕੇ ਗਏ ਮਹਾਰਾਜ ਨੇ। ਅੱਲ੍ਹਾ ਕੀ ਕਰ ਬੰਦਗੀ, ਭਗਤ ਜੀ ਕਹਿੰਦੇ ਤੂੰ ਅੱਲਾ ਪਰਮੇਸ਼ਰ ਦੀ ਭਗਤੀ ਕਰ, ਤੇ ਜਿਸ ਭਗਤੀ ਕਰਿਆ ਕਰਕੇ ਜਿਹ ਸਿਮਰਤ ਦੁਖ ਜਾਏ। ਜਿਸ ਪਰਮੇਸ਼ਰ ਜੀ ਦੇ ਸਿਮਰਨ ਕਰਦਿਆਂ ਜੰਮਣ ਮਰਨ ਦਾ ਦੁੱਖ, ਅਗਿਆਨਤਾ ਦਾ ਜਿਹੜਾ ਦੁੱਖ ਲੱਗਿਆ, ਜਿੰਨੇ ਤੈਨੂੰ ਸਰੀਰਕ ਦੁੱਖ ਨੇ, ਗੁਰਮੁਖੋ ਜੇ ਵੈਦ ਹਕੀਮ ਹੀ ਕੱਟਦੇ ਹੁੰਦੇ, ਦੁਨੀਆ ਕਿਉਂ ਪੈਸੇ ਚੱਕੀ ਫਿਰਦੀ ਆ, ਡਾਕਟਰਾਂ ਮੰਗ ਰਿਹਾ, ਨਹੀਂ ਠੀਕ ਹੁੰਦਾ। ਜਿੱਥੇ ਵਾਹਿਗੁਰੂ ਦੀ ਦਇਆ, ਵਾਹਿਗੁਰੂ ਦੀ ਕਿਰਪਾ ਹੋਣੀ, ਉੱਥੇ ਮਹਾਰਾਜ ਦੀ ਕਿਰਪਾ ਹੀ ਹੋਣੀ ਹੈ। ਸਾਧ ਸੰਗਤ ਜੀ, ਸਤਿਗੁਰੂ ਦਾ ਭਾਈ ਸਾਰਿਆਂ ਰੋਗਾਂ ਦਾ ਵੈਦ ਹੈ। ਮਹਾਰਾਜ ਦਾ ਬਚਨ ਆਉਂਦਾ, ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਸਤਿਗੁਰ ਪੂਰਾ ਵੈਦ ਹੈ। ਭਾਈ ਸਾਹਿਬ ਕਹਿੰਦੇ ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਅਸਾਧ ਨਿਵਾਰੇ। ਪੰਜੇ ਰੋਗਾਂ ਨੂੰ ਕੱਟਦਾ, ਤੇ ਜਿਹੜੇ ਨਾ ਸਾਧੇ ਜਾਣ ਰੋਗ ਨੇ, ਤੈਨੂੰ ਸਰੀਰਕ ਨੂੰ ਅਸਾਧ ਰੋਗ ਲੱਗ ਗਿਆ ਨਾ, ਕਿਤੇ ਡਾਕਟਰ ਕਹਿੰਦਾ ਕੈਂਸਰ ਹੋ ਗਿਆ, ਅਲਸਰ ਵਰਗੀ ਬਿਮਾਰੀ ਹੋ ਗਈ, ਮਹਾਰਾਜ ਕਹਿੰਦੇ ਸਤਿਗੁਰ ਪੂਰਾ ਵੈਦ ਹੈ। ਵੈਦ ਹੈ ਵੈਦ ਮਹਾਰਾਜ, ਤੇ ਇਹੋ ਜੀ ਦਵਾਈ ਦੇਣਗੇ ਤੈਨੂੰ। ਕਿਹੜੀ ਦਵਾਈ? ਨਾਮ ਦੀ ਦਵਾਈ ਦੇਣੀ ਹੈ ਬਸ। ਮਹਾਰਾਜ ਨੇ ਸਤ ਸੰਗਤ ਦੀ ਦਵਾਈ ਉਹ ਦੇਣੀ ਹੈ, ਗਿਆਨ ਦੀ, ਉਹਨੇ ਤੇਰਾ ਰੋਗ ਦੂਰ ਕਰ ਦੇਣਾ। ਦੇਖੋ ਸਾਧ ਸੰਗਤ ਜੀ, ਮਹਾਰਾਜ ਇਉਂ ਸਮਝਾਉਂਦੇ ਨੇ। ਇਸੇ ਕਰਕੇ ਜਿਸ ਵਾਹਿਗੁਰੂ ਜੀ ਦੇ ਨਾਮ ਨੂੰ ਸਿਮਰਦਿਆਂ ਦੁੱਖ ਜਾਏ, ਜਿੰਨੇ ਵੀ ਦੁੱਖ ਨਹੀਂ ਚਲੇ ਜਾਣਗੇ। ਕਬੀਰ ਅੱਲ੍ਹ ਕੀ ਕਰ ਬੰਦਗੀ। ਮਹਾਰਾਜ ਜੀ ਕਹਿੰਦੇ ਅੱਲਾ ਦੀ ਭਗਤੀ ਕਰਿਆ ਕਰੋ ਭਾਈ। ਜਿਹ ਸਿਮਰਤ ਦੁਖ ਜਾਏ। ਜਿਸ ਵਾਹਿਗੁਰੂ ਜੀ ਦੇ ਸਿਮਰਨ ਨੂੰ, ਪ੍ਰਭੂ ਦੇ ਸਿਮਰਨ ਨੂੰ ਚੇਤੇ ਕਰਕੇ ਦੁੱਖ ਜਾਏ, ਚਲੇ ਜਾਣਗੇ। ਦਿਲ ਮੈਂ ਸਾਈਂ ਪ੍ਰਗਟੈ। ਤੇਰੇ ਹਿਰਦੇ ਵਿੱਚ ਮਾਲਕ ਪ੍ਰਭੂ ਪ੍ਰਗਟ ਹੋ ਜਾਵੇਗਾ, ਉਹਦਾ ਬ੍ਰਹਮ ਦਾ ਗਿਆਨ ਪ੍ਰਗਟ ਹੋ ਜਾਵੇਗਾ, ਸਾਖਿਆਤ ਪ੍ਰਾਪਤ ਹੋ ਜਾਵੇਗੀ ਪਰਮੇਸ਼ਰ ਦੀ। ਜਦੋਂ ਤੂੰ ਪ੍ਰੇਮ ਦੇ ਸਹਿਤ, ਭਾਵਨਾ ਦੇ ਸਹਿਤ ਹਰੀ ਨੂੰ ਧਿਆਏਂਗਾ, ਤਾਂ ਹਰੀ ਤੇਰੇ ਹਿਰਦੇ ਵਿੱਚ ਪ੍ਰਗਟ ਹੋ ਜਾਵੇਗਾ। ਜਿਹੜਾ ਮਾਲਕ ਹੁਣ ਗੁਪਤ ਰੂਪ ਹੋ ਕੇ ਬੈਠਾ ਨਾ, ਮੂੰਦਲੀਏ ਦਰਵਾਜ਼ੇ ਬਾਜੀ ਵਾਲੇ ਅਨਹਦ ਬਾਜੇ। ਆਪਣੇ ਦਰਵਾਜ਼ੇ ਨੂੰ ਪਹਿਲਾਂ ਬੰਦ ਕਰ। ਕਿਹੜੇ? ਮੂੰਦਲੀਏ ਦਰਵਾਜ਼ੇ। ਜਿਹੜੇ 9 ਦਰਵਾਜ਼ੇ ਹੈ ਨਾ, ਇਹਨਾਂ ਨੂੰ ਬੰਦ ਕਰ ਲੈ। ਭਾਵ ਕਿ ਗਲਤ ਨਹੀਂ ਵੇਖਣਾ, ਸੁਣਨਾ, ਬੋਲਣਾ, ਕਹਿਣਾ। ਇਸ 9 ਦਰਵਾਜ਼ਿਆਂ ਨੂੰ ਬੰਦ ਕਰ ਲੈ ਪਹਿਲਾਂ। ਮਹਾਰਾਜ ਜੀ ਕਹਿੰਦੇ ਫਿਰ 10ਵਾਂ ਦਰਵਾਜ਼ਾ ਆਪ ਹੀ ਖੁੱਲ੍ਹੇਗਾ। ਭਾਵ ਵਾਹਿਗੁਰੂ ਦੀ ਸਖਿਆਤ ਆਪ ਹੀ ਹੋ ਜਾਵੇਗੀ, ਆਪ ਹੀ ਗੁਰੂ ਜੀ ਪ੍ਰਗਟ ਹੋ ਜਾਣਗੇ ਅੰਦਰੋਂ। ਬੁਝੈ ਬਲੰਤੀ ਨਾਏ। ਜਿਹੜੀ ਮਾਇਆ ਦੀ ਅਗਨੀ ਬਲ ਰਹੀ ਹੈ, ਤ੍ਰਿਸ਼ਨਾ ਦੀ ਅਗਨੀ ਬਲ ਰਹੀ ਹੈ, ਈਰਖਾ ਕਰਦਾ, ਨਿੰਦਿਆ ਕਰਦਾ, ਮਹਾਰਾਜ ਕਹਿੰਦੇ ਇਸੇ ਪ੍ਰਕਾਰ ਜਿਹੜੀ ਉਹ ਆਗੇ ਭਾਈ ਵਾਹਿਗੁਰੂ ਪਰਮੇਸ਼ਰ ਜੀ ਦੇ ਨਾਮ ਰੂਪੀ ਜਲ ਦੇ ਨਾਲ ਹੀ ਬੁਝਣੀ ਹੈ। ਜਿਸ ਨੇ ਹਰੀ ਦੇ ਨਾਮ ਨੂੰ ਨਾਏ, ਜਿਸ ਨੇ ਵਾਹਿਗੁਰੂ ਦੇ ਨਾਮ ਨੂੰ ਕਹਿਣਾ ਕੀਤਾ ਭਾਈ, ਇਹ ਜਿਹੜੀ ਅੱਗ ਹੈ ਨਾ ਕਾਮ ਦੀ, ਕਾਮ ਵਾਸ਼ਨਾ, ਕ੍ਰੋਧ, ਲੋਭ, ਮੋਹ, ਹੰਕਾਰ ਦੀ, ਗਲਤ ਵੇਖਣ, ਸੁਣਨ, ਬੋਲਣ ਦੀ, ਉਹ ਅਗਨੀ ਭਾਈ ਵਾਹਿਗੁਰੂ ਜੀ ਦੇ ਨਾਮ ਰੂਪੀ ਜਲ ਨੇ ਹੀ ਸ਼ਾਂਤ ਕਰਨੀ ਹੈ। ਸਤਿਗੁਰੂ ਜੀ ਕਹਿੰਦੇ ਬੁਝ ਜਾਵੇਗੀ। ਕਬੀਰ ਜੋਰੀ ਕੀਏ ਜ਼ੁਲਮ ਹੈ। ਸਾਧ ਸੰਗਤ ਜੀ, ਕੋਈ ਨਾ ਮਾਸ ਖਾਣ ਵਾਲਾ ਜਿਹੜਾ ਨਿਰਦਈ ਜੀਵ ਸੀ, ਉਹ ਜੀਵ ਹਿੰਸਾ ਕਰ ਰਿਹਾ ਸੀ, ਤੇ ਉਹ ਜ਼ਬਰਦਸਤੀ ਸਾਧ ਸੰਗਤ ਜੀ ਇਹ ਜੀਵਾਂ ਦਾ ਗਲਾ ਵੱਢ ਰਿਹਾ ਸੀ ਮਾਸ ਖਾਣ ਪਿੱਛੇ। ਜਦੋਂ ਸਾਧ ਸੰਗਤ ਜੀ ਭਗਤ ਜੀ ਕਬੀਰ ਸਾਹਿਬ ਜੀ ਲੰਘੇ ਜਾਣ, ਉਹਨਾਂ ਨੇ ਵੇਖਿਆ ਕਿ ਜੀਵ ਹੱਤਿਆ ਕਰ ਰਿਹਾ। ਮਹਾਰਾਜ ਜੀ ਨੇ ਉਸ ਦੀ ਹਾਲਤ ਨੂੰ ਵੇਖ ਕਰਕੇ ਕਿ ਇਹਦਾ ਮਨ, ਇਹਦਾ ਤਨ ਮਾਸ ਖਾਣ ਦਾ ਬੜਾ ਲਾਲਚੀ ਹੈ, ਇਹ ਖਾਣ ਦਾ ਲੱਭ ਪਿਆ ਹੋਇਆ ਏ। ਅਸੀਂ ਵੀ ਵਿਆਹਾਂ ਚਾਹੀ ਕੁਝ ਕਰਦੇ ਹਾਂ। ਕਹਿੰਦੇ ਜੀ ਇਹ ਨਹੀਂ ਕਰਾਂਗੇ, ਮੇਰੇ ਯਾਰ ਬੇਲੀ ਸਾਧ ਸੰਗਤ ਜੀ ਕਹਿੰਦੇ ਆ ਜੀ ਗੁੱਸੇ ਹੋ ਜਾਣਗੇ, ਪਰਿਵਾਰ ਦੇ ਜਿਹੜੇ ਰਿਸ਼ਤੇਦਾਰ ਨੇ ਉਹ ਗੁੱਸੇ ਹੋ ਜਾਣਗੇ।
ਇਹ ਤੋਂ ਬਿਨਾਂ ਤੇ ਕਹਿੰਦੇ ਵਿਆਹ ਹੀ ਨਹੀਂ ਹੈ। ਦੱਸੋ, ਇਹ ਤੋਂ ਬਿਨਾਂ ਤੇ ਵਿਆਹ ਹੀ ਨਹੀਂ ਮੰਨਦੇ। ਸ਼ਰਾਬ ਮੱਛੀ ਮਾਸ ਤੋਂ ਤਾਂ ਬਿਨਾਂ ਵਿਆਹ ਹੀ ਨਹੀਂ ਮੰਨਦੇ ਅਸੀਂ। ਸਾਧ ਸੰਗਤ ਜੀ, ਇਸੇ ਪ੍ਰਕਾਰ ਇਹ ਨਹੀਂ ਜਾਣਦੇ ਵੀ ਤੁਸੀਂ ਤਾਂ ਖਾ ਸਵਾ ਗੰਦ ਖਾਣਾ ਹੈ। ਜਿਹੜੇ ਅੰਮ੍ਰਿਤਧਾਰੀ ਦੋ ਚਾਰ ਆਏ ਨੇ ਉਹਨਾਂ ਦੀ ਵੀ ਮਰਜ਼ਾਦਾਵਾਂ ਤੋੜਦੇ ਸਾਧ ਸੰਗਤ ਜੀ, ਤੇ ਉਹਨਾਂ ਨੂੰ ਉਹੀ ਭਾਂਡਿਆਂ ਜਿਹੇ 'ਚ ਖਾਣਾ ਪੈਂਦਾ। ਪੈਲਸਾਂ 'ਚ ਇਹੀ ਕੁਝ ਹੁੰਦਾ ਨਾ। ਸਾਧ ਸੰਗਤ ਜੀ, ਕਿੱਥੋਂ ਮਰਜ਼ਾਦਾ ਰਹਿ ਜੂਗੀ? ਮਹਾਰਾਜ ਦਾ ਤਾਂ ਬਚਨ ਹੀ ਨਹੀਂ। ਡਾਕਟਰ ਕਹਿੰਦੇ ਨਾ ਕੁਝ ਖਾਣਾ ਨਹੀਂ ਹੈ ਬਾਹਰ ਦਾ, ਤੇ ਸਾਧ ਸੰਗਤ ਜੀ ਕੁਝ ਨਹੀਂ ਖਾਵਾਂਗੇ। ਤੇ ਗੁਰੂ ਕਲਗੀਧਰ ਕਹਿੰਦੇ ਨਹੀਂ, ਉਹੀ ਹਲਵਾ। ਉਹਨਾਂ ਨੂੰ ਕੀ ਮਤਲਬ ਹੈ ਤੁਹਾਡਾ ਅੰਮ੍ਰਿਤ ਤੱਕ? ਉਹ ਹਲਵਾਈ ਉਹੀ ਸਾਧ ਸੰਗਤ ਜੀ ਕੜਛੀਆਂ ਮੱਛੀ ਮਾਸ ਵਿੱਚ ਮਾਰੀ ਜਾਂਦੇ ਰਹਿੰਦੇ ਹੈ। ਉਹੀ ਤੁਹਾਨੂੰ ਜਿਹੜਾ ਖਾਂਦੇ ਹੈ ਤੁਸੀਂ ਭੋਜਨ, ਉਹਨਾਂ 'ਚ ਹੀ ਮਾਰੀ ਜਾਂਦੇ ਰਹਿੰਦੇ ਹੈ। ਅਸੀਂ ਤਾਂ ਜੀ ਵੈਸ਼ਨੂੰ ਹਾਂ, ਅਸੀਂ ਤਾਂ ਸ਼ੁੱਧ ਵੈਸ਼ਨੂੰ ਹਾਂ। ਆਪਾਂ ਕਹਿਣ ਨਾਲ ਹੀ ਆ ਮਰਜ਼ਾਦਾ ਟੁੱਟ ਜਾਂਦੀ ਹੈ। ਇਸ ਕਰਕੇ ਤਾਂ ਕੋਈ ਇੱਕ ਅੱਧਾ ਹੀ ਗੁਰਸਿੱਖ ਹੈ ਜਿਹੜਾ ਪੂਰਾ ਹੈ ਭਾਈ, ਨਹੀਂ ਤਾਂ ਸਭ ਆਹੀ ਹਾਲ ਹੈ। ਆ ਹੁਣ ਸਿਆਲ ਦਾ ਮਹੀਨਾ ਹੋਣਾ, ਬਸ ਆਹੀ ਕੁਝ ਚੱਲਣਾ ਸਾਧ ਸੰਗਤ ਜੀ। ਤੇ ਜੇ ਖਾਂਦੇ ਨਹੀਂ ਹੈ ਤੇ ਫਿਰ ਸਾਧ ਸੰਗਤ ਜੀ ਆਖੇ ਜੀ ਉਹ ਕੀ ਕਹਿਣਗੇ ਸਾਨੂੰ, ਫਲਾਨਾ ਕੀ ਕਹਿਣਗੇ, ਤੇਰੀ ਮਾਂ ਜ਼ੋਰ ਪਾਉਂਦੀ ਨਾ ਤੂੰ ਖਾ ਲੈ। ਇਹ ਕੋਈ ਨਹੀਂ, ਫਿਰ ਕੀ ਹੁੰਦਾ ਆ, ਤੂੰ ਖਾ ਲੈ ਚੱਲ। ਤੇ ਮਾਂ ਦੀ ਮੰਨ ਲਈ, ਮਾਂ ਰੱਬ ਲੱਗੀ ਹੈ ਤੇਰੀ। ਗੁਰੂ ਕਲਗੀਧਰ ਜੀ ਨੇ ਮੰਨੀ ਨਹੀਂ। ਨਾਲੇ ਉਹ ਮਾਂ ਕਾਹਦੀ ਮਾਂ ਜਿਹੜੀ ਤੈਨੂੰ ਮਰਿਆਦਾ ਤੋਂ ਤੋੜਦੀ, ਧਰਮ ਤੋਂ ਡਲਾਉਂਦੀ ਏ। ਸਾਧ ਸੰਗਤ ਜੀ, ਗੁਰਬਾਣੀ 'ਚ ਬਚਨ ਆਏ, ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ। ਭਗਤ ਨਾਮਦੇਵ ਕਹਿੰਦੇ ਮਾਂ ਜੇ ਤੂੰ ਧਰਮ ਤੋਂ ਲਟਾਉਣੀ ਹੈ ਨਾ, ਤੂੰ ਮੇਰੀ ਮਾਂ ਨਹੀਂ, ਮੈਂ ਤੇਰਾ ਬੱਚਾ ਨਹੀਂ ਜੇ। ਇਹ ਬਚਨ ਆਏ ਨੇ ਗੁਰਬਾਣੀ 'ਚ। ਤੇ ਸਾਧ ਸੰਗਤ ਜੀ, ਨਾ ਤੂੰ ਖਾ ਲੈ, ਭੈਣ ਭਰਾਵਾਂ ਦੇ ਪਿੱਛੇ ਲਾ ਕੇ ਨਾ ਤੂੰ ਖਾ ਲੈ, ਤੂੰ ਕਾਹਤੋਂ ਨਹੀਂ ਖਾਂਦਾ ਜਾਂ ਖਾਂਦੀ? ਸਾਧ ਸੰਗਤ ਜੀ, ਤੇ ਉਹ ਮਰਿਆਦਾ ਉੱਥੇ ਕਿੱਥੇ ਰਹਿੰਦੀ ਏ? ਕਬੀਰ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਉਂ ਵੇਖਿਆ ਨਾ ਖਾਣ ਦਾ ਲੱਭ ਪਿਆ ਹੋਇਆ, ਮਹਾਰਾਜ ਜੀ ਨੇ ਵੇਖਿਆ ਕਿ ਹੱਤਿਆ ਕਰ ਰਿਹਾ, ਜ਼ਬਰਦਸਤੀ ਗਲ ਵੱਢਦਾ ਆ। ਤੇ ਸਾਧ ਸੰਗਤ ਜੀ, ਉਹਦੀ ਹਾਲਤ ਨੂੰ ਵੇਖ ਕਰਕੇ ਕਬੀਰ ਸਾਹਿਬ ਜੀ ਉਪਦੇਸ਼ ਦਿੰਦੇ ਹਨ। ਕਬੀਰ ਜੋਰੀ ਕੀਏ ਜ਼ੁਲਮ ਹੈ। ਇਹ ਭਾਈ ਤੂੰ ਜਿਹੜਾ ਜ਼ਬਰਦਸਤੀ ਇਹ ਤੂੰ ਬੱਕਰੇ ਦੀ ਬਲੀ ਦਿੰਨਾ ਆ, ਅਤਿਆਚਾਰ ਕਰਦਾ, ਜ਼ੁਲਮ ਕਰਦਾ ਆ। ਆਖਦੇ ਹਨ ਕਹਿਤਾ ਨਾਉ ਹਲਾਲ, ਜਾਨਵਰਾਂ ਨੂੰ ਮਾਰਦਾ ਆ ਤੇ ਫਿਰ ਉਹਦਾ ਨਾਮ ਹਲਾਲ ਕਹਿਣਾ ਕਿ ਰੱਬ ਦੇ ਨਾਂ ਤੇ ਕੁਰਬਾਨੀ ਦੇਣੀ ਕੀਤੀ ਹੈ। ਮੁਸਲਮਾਨ ਇਉਂ ਕਰਦੇ ਐ, ਉਹ ਕਹਿੰਦੇ ਰੱਬ ਦੇ ਨਾਂ ਤੇ ਕੁਰਬਾਨੀ, ਰੱਬ ਸਰੀਰ ਤਾਂ ਹੈ ਨਹੀਂ ਰੱਬ ਦਾ। ਸਾਧ ਸੰਗਤ ਜੀ, ਉਹ ਤੇ ਜੋਤ ਸਰੂਪ ਹੈ, ਉਹ ਤੇ ਆਤਮ ਸਰੂਪ ਕਰਕੇ ਬੈਠਾ ਸਾਰਿਆਂ 'ਚ। ਫਿਰ ਸਾਧ ਸੰਗਤ ਜੀ, ਰੱਬ ਕਿੱਥੋਂ ਮਾਸ ਖਾਏਗਾ? ਨਹੀਂ ਖਾਏਗਾ ਮਾਸ। ਸਾਧ ਸੰਗਤ ਜੀ, ਉਹ ਤੇ ਪ੍ਰਸਾਦ ਹੈ, ਪਰੇ ਸਾਧ, ਸਵਾਦਾਂ ਤੋਂ ਪਰੇ ਹੈ ਪਰਮੇਸ਼ਰ ਤਾਂ। ਤੇ ਫਿਰ ਇਹ ਤੇ ਸਾਨੂੰ ਹੀ ਸਾਧ ਸੰਗਤ ਜੀ ਉਹ ਲੱਭ ਪਿਆ ਹੋਇਆ ਆ ਇਹ ਖਾਣ ਦਾ। ਸਾਧ ਸੰਗਤ ਸਾਨੂੰ ਹਲਕਵਾ ਚੜ੍ਹਦਾ ਆ ਖਾਣ ਦਾ, ਤੇ ਕੋਈ ਚੀਜ਼ ਵੇਖੀ ਨਹੀਂ, ਬਾ ਹਲਕਵਾ ਚੜ੍ਹ ਗਿਆ ਵੀ ਜਿਵੇਂ ਵੇਖੀ ਨਹੀਂ ਹੁੰਦੀ ਚੀਜ਼। ਸਾਧ ਸੰਗਤ ਜੀ, ਇਸੇ ਪ੍ਰਕਾਰ ਮਹਾਰਾਜ ਜੀ ਕਹਿੰਦੇ ਭਾਈ ਜੋਰੀ ਕੀਏ ਜ਼ੁਲਮ ਹੈ। ਜਿਹੜੇ ਭਾਈ ਜ਼ਬਰਦਸਤੀ ਅਤਿਆਚਾਰ ਕਰਦੇ ਐ, ਕਹਿਤਾ ਨਾਉ ਹਲਾਲ, ਤੇ ਫਿਰ ਹਲਾਲ ਦਾ ਨਾਂ ਦਿੰਦੇ ਐ ਜਾਂ ਝਟਕਾ ਕਰਕੇ ਖਾਂਦੇ ਐ। ਕਈ ਕਹਿੰਦੇ ਜੀ ਹਲਾਲ ਕਰਕੇ ਨਹੀਂ ਖਾਣਾ, ਝਟਕਾ ਕਰਕੇ ਤੇ ਖਾ ਸਕਦੇ ਆ। ਗੁਰਬਾਣੀ ਵਿੱਚ ਤੇ ਆਖਿਆ ਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ। ਨਾ ਹਲਾਲ ਕਰਕੇ ਖਾਣਾ, ਨਾ ਝੜਕਾ ਕਰਕੇ ਖਾਣਾ। ਕਿਸੇ ਵੀ ਪ੍ਰਕਾਰ 'ਚ ਮਾਸ ਦੀ ਵਰਤੋਂ ਨਹੀਂ ਕਰਨੀ। ਇਹ ਤੇ ਭਾਈ ਮਹਾਰਾਜ ਜੀ ਨੇ ਭੋਜਨ, ਹੋਰ ਚੀਜ਼ਾਂ ਥੋੜ੍ਹੀਆਂ, ਦੁੱਧ ਦਹੀਂ ਭੋਜਨ ਹੈ, ਫਲ ਹੈ। ਸਾਧ ਸੰਗਤ ਜੀ, ਤੂੰ ਆਪ ਬਣਾ ਕੇ ਖਾ ਸਕਦਾ ਆ। ਅੰਮ੍ਰਿਤਧਾਰੀਆਂ ਵਾਸਤੇ ਮਰਿਆਦਾ ਹੈ। ਬਸ ਅਸੀਂ ਆਹੀ ਕੁਝ ਕਰਮ ਕਾਂਡਾਂ 'ਚ ਫਸ ਕੇ ਰਹਿ ਗਏ। ਗਿਆਨ ਦੀ ਪ੍ਰਾਪਤੀ ਤੇ ਹੁੰਦੀ ਹੋਈ ਨਹੀਂ ਹੈ। ਮੈਂ ਫਿਰ ਕਹਿਣਾ, ਜਿਹੜੀਆਂ ਕੜਛੀਆਂ ਭਾਂਡੇ ਉਹ ਹਲਵਾਈ ਵਰਤਦੇ ਨੇ ਮਾਸਾਂ ਵਿੱਚ, ਉਹੀ ਦੂਜਿਆਂ ਭਾਂਡਿਆਂ 'ਚ ਵਰਤ, ਦੱਸੋ ਕਿੱਥੋਂ ਮਰਿਆਦਾ ਰਹਿ ਜਾਂਦੀ? ਉਹਨਾਂ ਨੂੰ ਕੀ ਪਤਾ ਤੁਸੀਂ ਅੰਮ੍ਰਿਤਧਾਰੀ ਹੋ? ਉਹਨਾਂ ਨੂੰ ਕੀ ਪਤਾ ਮਰਿਆਦਾ ਕੀ ਹੁੰਦੀ? ਉਹਨਾਂ ਤਾਂ ਸਿਰਫ ਮਾਇਆ ਤੱਕ ਮਤਲਬ ਹੈ, ਕੰਮ ਚਾਹੀਦਾ ਭਾਈ। ਇਸੇ ਪ੍ਰਕਾਰ ਵਿਆਹਾਂ ਵਿੱਚ ਪੈਲਸਾਂ 'ਚ ਜਾ ਕੇ ਨਹੀਂ, ਚਲੋ ਠੀਕ ਹੈ ਕਬੀਲਦਾਰੀ ਦੁਨੀਆਦਾਰੀ ਹੈ, ਘਰੋਂ ਭੋਜਨ ਬਣਾ ਕੇ ਛਕ ਜੋ, ਆਪਦਾ ਲੈ ਜਾਓ ਜਾਂ ਕੋਲ ਰੱਖ ਲਓ, ਲੈ ਜਾਓ ਭਾਈ, ਤਾਂ ਮਰਿਆਦਾ ਰਹਿ ਸਕਦੀ। ਜੇ ਗੁਰੂ ਦੀ ਖੁਸ਼ੀ ਚਾਹੀਦੀ ਏ, ਨਹੀਂ ਸਤਿਗੁਰੂ ਦੀ ਖੁਸ਼ੀ ਨਹੀਂ ਹੋ ਸਕਦੀ ਭਾਈ। ਮਹਾਰਾਜ ਤੇ ਕਹਿੰਦੇ ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ, ਮਾਰ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ।
ਸਤਿਗੁਰੂ ਨੂੰ ਤਾਂ ਰਹਿਤ ਪਿਆਰੀ ਹੈ ਭਾਈ, ਸਿੱਖ ਨਹੀਂ ਜੇ ਪਿਆਰੇ। ਇਸੇ ਪ੍ਰਕਾਰ ਇਹ ਰਹਿਤ ਵਿੱਚ ਰਹਿਣਾ ਚਾਹੀਦਾ, ਨਾ ਕੁੱਠਾ ਖਾਣਾ ਨਾ ਹਲਾਲ ਖਾਣਾ ਭਾਈ। ਦਫ਼ਤਰ ਲੇਖਾ ਮੰਗੀਐ। ਮਹਾਰਾਜ ਕਹਿੰਦੇ ਜਦੋਂ ਭਾਈ ਵਾਹਿਗੁਰੂ ਪਰਮੇਸ਼ਰ ਦੀ ਦਫ਼ਤਰ ਧਰਮਰਾਜ ਜੀ ਦੀ ਕਚਹਿਰੀ ਦੇ ਵਿੱਚ ਤੇਰੇ ਕਰਮਾਂ ਦਾ ਹਿਸਾਬ ਕਿਤਾਬ ਮਹਾਰਾਜ ਮੰਗਿਆ ਜਾਏਗਾ, ਮੰਗਣਗੇ ਜਦੋਂ ਸਤਿਗੁਰੂ ਮੰਗਣਗੇ ਤੇਰੇ ਤੋਂ ਲੇਖਾ, ਤਬ ਹੋਏਗੋ ਕੌਣ ਹਵਾਲ। ਉਦੋਂ ਤੇਰਾ ਕੌਣ ਹਵਾਲ ਹੋਏਗਾ, ਕੀ ਹਾਲ ਹੋਏਗਾ ਤੇਰਾ। ਸਤਿਗੁਰੂ ਜੀ ਮਹਾਰਾਜ ਕਹਿੰਦੇ ਬੁਰਾ ਹਾਲ ਹੀ ਹੋਏਗਾ। ਇੱਥੇ ਜੀਵ ਦੇ ਸਵਾਦ ਵਾਸਤੇ ਬੇਜਵਾਨਿਆਂ ਦਾ ਗਲਾ ਘੁੱਟ ਕੇ ਮਾਰਦਾ, ਗਲਾ ਕੱਟਦਾ ਏ। ਸਾਧ ਸੰਗਤ ਜੀ ਬੰਦਾ ਮਾਰਦੀ ਨਾ ਤੇ ਕਤਲ ਦਾ ਪਰਚਾ ਦਰਜ ਹੁੰਦਾ ਆ, ਦੇਖੋ ਉਸ ਨੂੰ ਸਜ਼ਾ ਮਿਲਦੀ ਹੈ। ਰਾਜਾ ਸਾਧ ਸੰਗਤ ਜੀ ਜਾਂ ਇਹ ਜਿਹੜੇ ਮੁਕੱਦਮਾ ਚਲਾਉਂਦੇ ਇਹ ਸਜ਼ਾ ਦਿੰਦੇ ਐ, ਤੇ ਜਿਹੜੇ ਜੀਵ ਵਿਚਾਰੇ ਉਹ ਨੇ ਉਹਦੀ ਸਜ਼ਾ ਫਿਰ ਵਾਹਿਗੁਰੂ ਦੀ ਦਰਗਾਹ 'ਚ ਹੀ ਮਿਲਦੀ ਹੈ। ਜੇ ਤੇਰੇ 'ਚ ਜਾਨ ਹੈ ਕਿ ਉਹ ਪਸ਼ੂ ਪੰਛੀਆਂ 'ਚ ਜਾਨ ਨਹੀਂ ਹੈ। ਸਾਧ ਸੰਗਤ ਜੀ ਉਹ ਵੀ ਸਾਧ ਸੰਗਤ ਜੀ ਜੀਵ ਨੇ, ਉਹਨਾਂ 'ਚ ਵੀ ਜਾਨ ਹੈ, ਪਰ ਨਹੀਂ ਇੰਨਾ ਨਹੀਂ ਸੋਚਦੇ। ਮੇਰੇ ਪੋਤੇ ਦਾ ਵਿਆਹ, ਮੇਰੇ ਮੁੰਡੇ ਦਾ ਦੋਤੇ ਦਾ ਵਿਆਹ ਹੈ, ਅਸੀਂ ਤਾਂ ਚਲਾਵਾਂਗੇ, ਅਸੀਂ ਤਾਂ ਸਭ ਕੁਝ ਕਰਾਂਗੇ। ਇੰਨੀ ਮੱਤ ਸਾਡੀ ਮਾਰੀ ਹੋਈ ਹੈ। ਗੁਰੂ ਗ੍ਰੰਥ ਸਾਹਿਬ ਤਾਂ ਹੁਕਮ ਹੀ ਨਹੀਂ ਕਰਦੇ। ਫਿਰ ਸਾਧ ਸੰਗਤ ਜੀ ਏਡੇ ਬੇਵਕੂਫ ਸਾਧ ਸੰਗਤ ਜੀ ਮੂਰਖ ਨੇ, ਮੂੰਹ ਦਿਖਾਉਣਗੇ ਆ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ, ਮੂੰਹ ਦਿਖਾਉਣਗੇ ਆ ਕੇ ਵੀ ਹੁਣ ਮਰਿਆਦਾ ਤਾਂ ਉਲਟੀ ਜਦੋਂ ਕਰ ਲਿਆ, ਇੱਥੇ ਵੀ ਕਾਹਤੋਂ ਆਨੰਦ ਕਾਰਜ ਕਰਦੇ ਹੋ, ਜਾਓ ਕਿਤੇ ਹੋਰ ਕਿਸੇ ਪਾਸੇ ਕਰਾ ਲਓ। ਗੁਰੂ ਘਰ ਕਿਉਂ ਵੜਦੇ ਹੋ ਫਿਰ ਜਾ ਕੇ, ਜਦੋਂ ਮਰਿਆਦਾ ਤਾਂ ਉਲਟੀ ਕੰਮ ਕੀਤਾ ਆ। ਸੋ ਜਦੋਂ ਸ਼ਰਾਬਾਂ ਪੀਣੀ ਤੇ ਪਿਆਉਣੀ, ਮਾਸ ਖਾਣਾ ਖਵਾਉਣਾ, ਕਹਿਣ ਵਾਲਾ ਵੱਢਣ ਵਾਲਾ ਬਣਾਉਣ ਵਾਲਾ, ਇਹ ਪੰਜੇ ਹੀ ਦੋਸ਼ੀ ਨੇ। ਤਾਂ ਗੁਰੂ ਸਾਹਿਬ ਕਹਿੰਦੇ ਤਬ ਹੋਏਗੋ ਕੌਣ ਹਵਾਲ। ਇਹ ਗੁਰਬਾਣੀ 'ਚ ਬਚਨ ਆਏ ਨੇ ਇਨ ਬਿਨ। ਸਾਧ ਸੰਗਤ ਜੀ ਇਸੇ ਕਰਕੇ ਨਹੀਂ ਕਰਨਾ ਚਾਹੀਦਾ, ਸੁਧਰ ਜਿਓ ਤਾਂ ਹੀ ਤੇ ਦੁਖੀਆਂ। ਸਾਧ ਸੰਗਤ ਜੀ ਖਾਲਸਾ ਕਹਿੰਦੇ ਖਾਲਸਾ ਰਾਜ ਕਰੂਗਾ, ਰਾਜ ਕਿੱਥੋਂ ਕਰੂਗਾ ਖਾਲਸਾ। ਹਜੇ ਤੇ ਖਾਲਸਾ ਰਾਜ ਕਰਨ ਵਾਲੀਆਂ ਸਾਡੇ 'ਚ ਗੱਲਾਂ ਨਹੀਂ ਆਈਆਂ। ਗੁਰਮੁਖੋ ਰੋਜ਼ ਦੋਹਰਾ ਪੜ੍ਹਦੇ ਆ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ, ਖੁਆਰ ਹੋਏ ਸਭ ਮਿਲਣਗੇ ਬਚੇ ਸ਼ਰਨ ਜੋ ਹੋਏ। ਜਦੋਂ ਗੁਰੂ ਦੀ ਸ਼ਰਨ ਵਿੱਚ ਆ ਜਾਵਾਂਗੇ ਸਾਧ ਸੰਗਤ ਜੀ ਉਦੋਂ ਕਿਰਪਾ ਹੋਣੀ ਹੈ। ਗੁਰੂ ਦੀ ਸ਼ਰਨ ਵਿੱਚ ਆਉਣ ਦਾ ਭਾਵ ਹੈ ਮਹਾਰਾਜ ਦੇ ਬਚਨ ਮੰਨਣੇ, ਸਤਿਗੁਰੂ ਜੀ ਦੇ ਬਚਨ ਕਮਾਉਣੇ। ਜਦੋਂ ਵਾਹਿਗੁਰੂ ਤੇਰੇ ਤੋਂ ਲੇਖਾ ਮੰਗੇਗਾ ਕੀ ਹਾਲ ਹੋਵੇਗਾ। ਜੋ ਸਭ ਮੈਂ ਏਕ ਖੁਦਾਏ ਕਹਿਤ ਹੋ ਤੋ ਕਿਉਂ ਮੁਰਗੀ ਮਾਰੇ। ਭਗਤ ਕਬੀਰ ਸਾਹਿਬ ਕਹਿੰਦੇ ਜੇ ਤੂੰ ਕਹਿਣਾ ਵਾਹਿਗੁਰੂ ਸਾਰਿਆਂ 'ਚ ਹੈ, ਧੰਨ ਗੁਰੂ ਗ੍ਰੰਥ ਸਾਹਿਬ ਪਰਮੇਸ਼ਰ ਜੀ ਸਾਰਿਆਂ 'ਚ ਨੇ, ਫਿਰ ਭਾਈ ਇਹ ਜੋ ਮੁਰਗੀ ਹੈ, ਇਹ ਜੋ ਜੀਵ ਤੂੰ ਬੱਕਰੇ ਗਾਂ ਵੱਢਦਾ ਆ, ਉਹਨਾਂ 'ਚ ਵੀ ਹੈ, ਉਹਨਾਂ 'ਚ ਵੀ ਹੈ। ਸਿੱਖੋ ਤੁਹਾਨੂੰ ਗੁਰੂ ਜੀ ਨੇ ਕਦੇ ਨਹੀਂ ਆਖਿਆ ਮਾਸ ਖਾਣ ਵਾਸਤੇ, ਹਾਲਾਂਕਿ ਕਿਸੇ ਨੂੰ ਨਹੀਂ ਆਖਿਆ। ਗੁਰਬਾਣੀ ਦਾ ਬਚਨ ਸਾਰਿਆਂ ਵਰਨਾ ਵਾਸਤੇ ਸਾਂਝਾ ਹੈ, ਪਰ ਸਿੱਖ ਵਾਸਤੇ ਤਾਂ ਹੁਕਮ ਕੀਤਾ ਹੋਇਆ ਮਾਸ ਨਾ ਕੁੱਠਾ ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ। ਆਸਾ ਕੀ ਵਾਰ 'ਚ ਬਚਨ ਆਏ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੋ ਗੁਰਮੁਖੋ ਹਲਾਲ ਕਰਕੇ ਕੁੱਠਾ ਕਰਕੇ ਕੋਈ ਵੀ ਨਹੀਂ ਖਾਣਾ, ਤੇ ਜਿੰਨਾ ਕਰਕੇ ਤੂੰ ਰਿਸ਼ਤੇਦਾਰਾਂ ਕਰਕੇ ਦੀਨ ਗਵਾਇਆ ਦੁਨੀ ਸਿਓ। ਯਾਦ ਰੱਖਿਓ ਜਦੋਂ ਦਫ਼ਤਰ 'ਚ ਲੇਖਾ ਮੰਗਿਆ ਜਾਊਗਾ ਤੇਰੇ ਤੋਂ ਲੇਖਾ ਨਹੀਂ ਦੇ ਹੋਣਾ। ਮਹਾਰਾਜ ਕਹਿੰਦੇ ਅਗਲੇ ਜਨਮਾਂ ਵਿੱਚ ਤੈਨੂੰ ਵੀ ਆਪਣਾ ਗਲਾ ਕਟਾਉਣਾ ਪਏਗਾ, ਉਹ ਵੀ ਤੇਰਾ ਮਾਸ ਨੋਚ ਨੋਚ ਕੇ ਖਾਣਗੇ ਭਾਈ। ਕਬੀਰ ਖੂਬ ਖਾਣਾ ਖਿਚੜੀ। ਫਿਰ ਉਹਨੇ ਸਵਾਲ ਕੀਤਾ, ਕਹਿੰਦੇ ਮਹਾਰਾਜ ਜੀ ਤੁਸੀਂ ਕੀ ਖਾਂਦੇ ਹੋ। ਫਿਰ ਭਗਤ ਕਬੀਰ ਸਾਹਿਬ ਜੀ ਮਹਾਰਾਜ ਆਪਣੇ ਭੋਜਨ ਬਾਰੇ ਗੱਲ ਕਰਨਗੇ, ਭਾਈ ਅਸੀਂ ਤਾਂ ਕੀ ਖਾਂਦੇ ਹਾਂ। ਕਬੀਰ ਖੂਬ ਖਾਣਾ ਖਿਚੜੀ। ਅਸੀਂ ਤਾਂ ਭਾਈ ਖਿਚੜੀ ਦਾ ਖਾਣਾ ਖੂਬ ਖਾਂਦੇ ਆ, ਚੰਗਾ ਖਾਂਦੇ ਆ। ਆਖਦੇ ਹਨ ਜਾ ਮੈਂ ਅੰਮ੍ਰਿਤ ਲੋਨ। ਅੰਮ੍ਰਿਤ ਜਿਹਦੇ ਵਿੱਚ ਅੰਮ੍ਰਿਤ ਵਰਗਾ ਘਿਓ ਤੇ ਲੂਣ ਪਾ ਕੇ ਅਸੀਂ ਤੇ ਮਹਾਰਾਜ ਕਹਿੰਦੇ ਉਹ ਖਿਚੜੀ ਖਾਂਦੇ ਆ। ਸਾਧ ਸੰਗਤ ਜੀ ਧਿਆਨ ਦਿਓ, ਕਈ ਉਦਾਹਰਣ ਦਿੰਦੇ ਨੇ ਜੀਤੇ ਦਾਣੇ ਅੰਨ ਕੇ ਜੀਆ ਬਾਝ ਨਾ ਕੋਈ। ਸੱਚ ਬਚਨ ਹੈ, ਇਹ ਬਚਨ ਸੱਚ ਹੈ। ਕੋਈ ਵੀ ਦਾਣਾ ਸਾਰਿਆਂ 'ਚ ਸਾਰੇ ਜਿਹੜੇ ਦਾਣੇ ਆ ਨਾ ਅਨਾਜ ਦੇ, ਇਹ ਜੋ ਆਪਾਂ ਖਾਂਦੇ ਆ ਗਾਜਰ ਮੂਲੀ ਜਾਂ ਸਾਧ ਸੰਗਤ ਜੀ ਸਬਜ਼ੀਆਂ, ਇਹਦੇ ਵਿੱਚ ਜੀਵ ਹੈ।
ਪਰ ਇਹਦੇ ਵਿੱਚ ਸਾਧ ਸੰਗਤ ਜੀ ਜਿਹੜੇ ਜੀਵਾਂ ਦੀ ਸਤਿਆ ਨਾ ਉਹ ਸਾਧ ਸੰਗਤ ਜੀ ਥੋੜੀ ਹੈ, ਭਾਵ ਕਿ ਉਹਦੇ 'ਚ ਚੇਤਨ ਸਤਾ ਜਾਗੀ ਹੋਈ ਨਹੀਂ। ਜਦੋਂ ਦਾਣਾ ਭਿਉਣ ਵਾਸਤੇ ਜਾਣੇ ਆ, ਭਾਵ ਕਿ ਕਣਕ ਭਿਉਣੇ ਆ ਤੇ ਸਾਧ ਆਟੇ ਨੂੰ ਪੀਆ ਜਾਂਦਾ, ਦੱਸੋ ਦਾਣੇ ਰੋਂਦੇ ਕਰਲਾਉਂਦੇ ਐ? ਮੈਨੂੰ ਦੱਸੋ ਪਹਿਲਾਂ, ਰੋਂਦੇ ਕਰਲਾਉਂਦੇ ਐ? ਨਹੀਂ ਨਾ। ਜਦੋਂ ਚੱਕੀ 'ਚ ਪੀਏ ਜਾਂਦੇ ਐ ਰੋਂਦੇ ਐ? ਬੋਲੋ, ਨਹੀਂ ਰੋਂਦੇ। ਤੇ ਜਦੋਂ ਸਾਧ ਸੰਗਤ ਜੀ ਬੱਕਰਾ ਵੱਢਦੇ ਆ ਜਾਂ ਮੁਰਗਾ ਵੱਢਦੇ ਆ ਜਾਂ ਕਿਸੇ ਜਿਹਨੂੰ ਜੀਵ ਨੂੰ ਦੁੱਖ ਦਿੰਦੇ ਆ, ਰੋਂਦਾ ਕਰਲਾਉਂਦਾ ਕਿ ਨਹੀਂ? ਰੋਂਦਾ ਕਰਲਾਉਂਦਾ ਨਾ। ਉਹਦੇ ਵਿੱਚ ਚੇਤਨ ਸਤਾ ਜਾਗੀ ਹੋਈ ਹੈ, ਉਹ ਜਾਗਿਆ ਹੋਇਆ ਪੂਰਨ ਤੌਰ ਤੇ। ਕਹਿਣ ਦਾ ਭਾਵ ਆ ਕੁੱਤੇ ਦੇ ਸੋਟੀ ਮਾਰ ਕੇ ਵੇਖੋ ਤੁਸੀਂ, ਚੂਕੇਗਾ ਸਾਧ ਸੰਗਤ ਜੀ। ਵੱਢਣ ਦੀ ਗੱਲ ਦੂਰ ਦੀ, ਲੈ ਛੱਡੋ। ਤੇ ਇਸੇ ਪ੍ਰਕਾਰ ਇਹ ਜਿਹੜੇ ਜੋ ਅੰਨ ਪਾਣੀ ਖਾਂਦੇ ਆ, ਇਹਦੇ 'ਚ ਇਹ ਸਾਧ ਸੰਗਤ ਜੀ ਸੁੱਤੀ ਹੈ, ਇਹ 'ਚ ਚੇਤਨ ਸਤਾ। ਤੇ ਇਹ ਜਿਹੜੇ ਜੀਵ ਨੇ ਜਿੰਨੇ ਇਹ ਸਾਰੇ ਜਿਉਂਦੇ ਜਾਗਦੇ ਨੇ ਭਾਈ, ਸਾਡੇ ਵਰਗੇ ਐ। ਤਾਂ ਇਸੇ ਕਰਕੇ ਮਹਾਰਾਜ ਜੀ ਕਹਿੰਦੇ ਅਸੀਂ ਤਾਂ ਭਾਈ ਖਿਚੜੀ ਹੀ ਖਾਂਦੇ ਆ ਜਿਹਦੇ ਵਿੱਚ ਘਿਓ ਹੈ ਤੇ ਨਮਕ ਪਾਇਆ ਹੋਇਆ। ਮਹਾਰਾਜ ਜੀ ਦੱਸਦੇ ਹਨ, ਕਬੀਰ ਖੂਬ ਖਾਨਾ ਖਿਚੜੀ। ਮਹਾਰਾਜ ਭਗਤ ਕਬੀਰ ਸਾਹਿਬ ਜੀ ਕਹਿੰਦੇ ਭਾਈ ਅਸੀਂ ਖਿਚੜੀ ਦਾ ਖਾਣਾ ਖੂਬ ਖਾਂਦੇ ਆ ਜਿਹਦੇ ਵਿੱਚ ਘਿਓ ਪਾ ਦਈਦਾ ਤੇ ਨਮਕ ਪਾ ਕੇ ਅੰਮ੍ਰਿਤ ਰੂਪ ਬਣ ਜਾਂਦੀ, ਅੰਮ੍ਰਿਤ ਵਰਗੀ ਹੈ। ਮਹਾਰਾਜ ਜੀ ਦੱਸਦੇ ਐ ਅਸੀਂ ਤਾਂ ਆਹੀ ਸਾਦਾ ਭੋਜਨ ਛਕਦੇ ਆ। ਕਬੀਰ ਮਹਾਰਾਜ ਜੀ ਕਹਿੰਦੇ ਸਾਧ ਸੰਗਤ ਜੀ ਇਸੇ ਪ੍ਰਕਾਰ ਸਾਦੇ ਭੋਜਨ ਨਾਲ ਨਾ ਸਰੀਰ ਤੰਦਰੁਸਤ ਰਹਿੰਦਾ ਆ। ਸਾਧ ਸੰਗਤ ਜੀ ਸਰੀਰ ਤੰਦਰੁਸਤੀ ਰਹੇਗੀ, ਸਰੀਰ ਤੁਹਾਡਾ ਹਲਕਾ ਰਹੇਗਾ। ਸਾਧ ਸੰਗਤ ਜੀ ਮੈਨੂੰ ਵੀ ਕਈ ਬੜੇ ਗੁਰਮੁਖ ਪੁੱਛਦੇ ਨੇ ਤੁਹਾਡਾ ਖਾਣਾ ਪੀਣਾ ਕਿਸ ਤਰ੍ਹਾਂ ਹੈ। ਸੋ ਸਾਧ ਸੰਗਤ ਜੀ ਚਾਹ ਨਹੀਂ ਪੀਣੀ ਚਾਹੀਦੀ। ਸੋ ਵੈਸੇ ਤਾਂ ਇਹ ਗੁਰਮਤਿ ਪੰਥ ਵਿੱਚ ਤਾਂ ਇਹ ਹੈ ਨਹੀਂ ਹੈ, ਮੰਨੀ ਨਹੀਂ ਹੈ। ਉੱਥੇ ਸਾਧ ਸੰਗਤ ਜੀ ਚਲੋ ਜੀ ਛਕਣੀ ਵੀ ਪੈ ਜਾਵੇ, ਫਿਰ ਸਾਧ ਸੰਗਤ ਜੀ ਖਾਲਸਾ ਚਾਹ ਆਉਂਦੀ ਏ, ਉਹ ਮਾਰੂ ਚਾਹ ਹੀ ਪੀ ਲੈਣੀ ਚਾਹੀਦੀ, ਉਹ ਭਾਵੇਂ ਤੂੰ 2 ਵਾਰ ਛਕ ਲੈ। ਸੋ ਸਾਧ ਸੰਗਤ ਜੀ ਫਿਰ ਵੀ ਜੇ ਤੈਨੂੰ ਕੋਈ ਇਹੋ ਜਿਹੀ ਕੋਈ ਸਾਧ ਸੰਗਤ ਜੀ ਸਰੀਰ ਦੀ ਕੋਈ ਥਕਾਵਟ ਹੈ ਜਾਂ ਕਿਸ ਤਰ੍ਹਾਂ ਦਾ ਤੁਹਾਨੂੰ ਕੋਈ ਪ੍ਰੋਬਲਮ ਹੈ, ਫਿਰ ਸਾਧ ਸੰਗਤ ਜੀ ਉੱਥੇ ਤੂੰ ਚੰਗੀ ਤਰ੍ਹਾਂ ਦਵਾਈ ਲੈ, ਖਾਣਾ ਪੀਣਾ ਠੀਕ ਰੱਖ। ਫਿਰ ਸਾਧ ਸੰਗਤ ਜੀ ਤਲਿਆ ਹੋਇਆ ਭੁੱਜਿਆ ਹੋਇਆ ਬਹੁਤਾ ਨਹੀਂ ਖਾਣਾ ਚਾਹੀਦਾ, ਸਾਦਾ ਭੋਜਨ ਹੀ ਛਕਣਾ ਚਾਹੀਦਾ ਆ ਸਾਧ ਸੰਗਤ ਜੀ, ਜਿਸ ਕਰਕੇ ਮਨ ਨਿਰਮਲ ਰਹਿੰਦਾ, ਮਨ ਸ਼ਾਂਤ ਰਹਿੰਦਾ ਆ। ਤੇ ਸਾਧ ਸੰਗਤ ਜੀ ਜਿੰਨਾ ਚਿਰ ਸਰੀਰ ਨਹੀਂ ਨਾ ਤੰਦਰੁਸਤ, ਤੂੰ ਭਜਨ ਬੰਦਗੀ ਸੇਵਾ ਕਰ ਹੀ ਨਹੀਂ ਸਕਦ ਜੀ। ਚੌਂਕੜੇ ਨਹੀਂ ਲੱਗਦੇ, ਲੱਗਣਗੇ ਭਾਈ ਚੌਂਕੜੇ। ਪਹਿਲਾਂ ਸਰੀਰ ਨੂੰ ਸਾਧ। ਜਿਹੜੇ ਯੋਗੀ ਲੋਕ ਹੈ ਨਾ, ਯੋਗਾ ਅਭਿਆਸ ਕਰਨ ਤੋਂ ਪਹਿਲਾਂ ਉਹ ਆਪਣੇ ਸਰੀਰ ਨੂੰ ਸਾਧਦੇ ਆ ਪਹਿਲਾਂ, ਫਿਰ ਯੋਗਾ ਅਭਿਆਸ ਕਰਦੇ ਐ। ਇਸੇ ਪ੍ਰਕਾਰ ਗੁਰੂ ਜੀ ਨੇ ਤਾਂ ਸਾਨੂੰ ਆਹ ਸਾਦਾ ਭੋਜਨ ਪਾਣੀ ਫਲ ਛਕਣ ਵਾਸਤੇ ਦਿੱਤੇ ਐ, ਖਾਓ ਭਾਈ। ਤੇ ਫਿਰ ਸਾਧ ਸੰਗਤ ਜੀ ਤਲਿਆ ਭੁਜਿਆ ਨਹੀਂ ਖਾਣਾ ਚਾਹੀਦਾ, ਬਾਹਰਲਾ ਨਹੀਂ ਖਾਣਾ ਚਾਹੀਦਾ। ਰੇੜੀਆਂ ਤੋਂ ਖਾ ਖਾ ਕੇ ਭਈਆਂ ਦੇ ਹੱਥੋਂ ਖਾਂਦੇ ਐ, ਵੀ ਦੱਸੋ ਗਾਂ ਉਹਨਾਂ ਦੇ 5 ਫੁੱਟੀ ਪਾਈ ਐ, ਤੇ ਤੂੰ ਉੱਥੇ ਜਾ ਕੇ ਬਾਹਲਾ ਸਵਾਦ ਆਉਂਦਾ ਜੀ ਕਹਿੰਦੇ। ਜੇ ਸਾਧ ਸੰਗਤ ਜੀ ਸਵਾਦਾਂ ਪਿੱਛੇ ਹੀ ਰਹਿ ਗਏ, ਬਸ ਅਸਲ ਨਾਮ ਦੇ ਸਵਾਦ ਤੱਕ ਪਹੁੰਚਿਆ ਨਹੀਂ ਹੈ। ਤੇ ਜੇ ਤੁਰਾਂਗੇ ਫੇਰ ਹੀ ਪਹੁੰਚਾਂਗੇ ਨਾ ਗੁਰਮੁਖੋ। ਤੇ ਇਸ ਕਰਕੇ ਕਬੀਰ ਸਾਹਿਬ ਕਹਿੰਦੇ ਅਸੀਂ ਤਾਂ ਬਸ ਸਾਦਾ ਹੀ ਭੋਜਨ ਛਕਦੇ ਹਾਂ, ਖਿਚੜੀ ਖਾ ਲੈਂਦੇ ਹਾਂ। ਮਹਾਰਾਜ ਜੀ ਕਹਿੰਦੇ ਜਿਹਦੇ ਵਿੱਚ ਘਿਓ ਪਾ ਦਈਦਾ, ਲੋਨ ਪਾ ਦਈਦਾ। ਸਪਸ਼ਟ ਬਚਨ ਕਰਦੇ ਹੋਏ ਬਚਨ ਕਰਦੇ ਹਨ, ਜਾ ਮਹਿ ਅੰਮ੍ਰਿਤ ਲੋਨਾ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਅੰਮ੍ਰਿਤ ਵਰਗੀ ਉਹ ਬਣ ਜਾਂਦੀ ਹੈ ਭਾਈ ਸਾਡਾ ਜਿਹੜੀ ਖਿਚੜੀ ਹੈ। ਹੀਰਾ ਰੋਟੀ ਕਾਰਨੇ। ਹੀਰਾ ਨਾਮ ਹੈ ਮਾਸ ਦਾ। ਆ ਜਿਹੜੇ ਮਾਸ ਨਾਲ ਰੋਟੀ ਖਾਂਦੀ ਹੈ, ਮੀਟ ਨਾਲ ਰੋਟੀ ਖਾਂਦੇ ਐ, ਦੱਸਦੇ ਹਨ ਗਲਾ ਕਟਾਵੇ ਕੌਣ। ਅਗਲੇ ਜਨਮ ਵਿੱਚ ਤਾਂ ਗਲਾ ਕਟਾਉਣਾ ਪਊਗਾ। ਮਹਾਰਾਜ ਕਹਿੰਦੇ ਫਿਰ ਗਲਾ ਕਟਾਉਣਗੇ, ਇੱਥੇ ਤਾਂ ਮਾਸ ਵੱਢ ਵੱਢ ਕੇ ਖਾਣਾ ਆ, ਲੇਖਾ ਤੈਨੂੰ ਦੇਣਾ ਪੈਣਾ, ਕਿਉਂਕਿ ਇਹ ਕਰ ਕਰੇ ਸੋ ਇਹ ਕਰ ਪਾਏ, ਕੋਈ ਨਾ ਪਕੜੀਏ ਕਿਸੇ ਥਾਏ। ਗੁਰਮੁਖੋ ਜਿਹੜੇ ਰੋਂਦੇ ਆ ਨਾ, ਉਹਨਾਂ ਨੇ ਪਿਛਲੇ ਜਨਮਾਂ ਦੇ ਵਿੱਚ ਕੋਈ ਮਾੜਾ ਕਰਮ ਕੀਤਾ ਆ, ਇਸੇ ਪ੍ਰਕਾਰ ਉਹਨਾਂ ਨੂੰ ਕਰਮਾਂ ਦੇ ਹਿਸਾਬ ਕਰਕੇ ਹੁਣ ਉਹ ਫਲ ਮਿਲ ਗਏ ਆ, ਜਿਹਦੇ ਨਾਲ ਕੀਤਾ ਤੇ ਜਿਹਦੇ ਨਾਲ ਹੋਏ ਆ। ਯਾਦ ਰੱਖਿਓ, ਕਈ ਸ਼ੰਕਾ ਕਰਦੇ ਐ ਸ਼੍ਰੀ ਕ੍ਰਿਸ਼ਨ ਜੀ ਨੇ ਬਾਲੀ ਰੂਪ ਵਿੱਚ ਲੁਕ ਕੇ ਮਾਰਿਆ ਸੀ ਤੀਰ, ਪਤਾ ਹੈ ਨਾ,
ਬਾਲੀ ਰੂਪ ਚ ਲੋਕੇ ਤੀਰ ਮਾਰਿਆ ਸੀ। ਜਦੋਂ ਸਮਾਂ ਆਇਆ ਦੁਆਪਰ ਯੁੱਗ ਦੇ ਬ੍ਰਹਮ ਗਿਆਨੀ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਤੇ ਸਾਧ ਸੰਗਤ ਜੀ ਉਹ ਪਏ ਨੇ ਜੰਗਲ ਦੇ ਵਿੱਚ। ਕਾਰਨ ਕੀ ਬਣਿਆ ਸਾਧ ਸੰਗਤ ਜੀ? ਤੇ ਕਾਰਨ ਇਹ ਬਣਿਆ ਉਹਨਾਂ ਨੇ ਮਖੌਲ ਕੀਤਾ। ਦੇਖੋ ਕਾਰਨ ਬਣ ਗਿਆ ਇੱਕ। ਤੇ ਜਦੋਂ ਮਖੌਲ ਕੀਤਾ ਦੁਰਬਖਸ਼ਾ ਰਿਖੀ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਇਹ ਅੰਗਾਂ ਤੇ ਹੁਕਮ ਆਉਂਦਾ, ਬਚਨ ਆਉਂਦਾ, ਦੁਰਬਖਸ਼ਾ ਸੋ ਕਰਤ ਠਗੌਰੀ ਜਾਦਵ ਇਹ ਫਲ ਪਾਏ। ਜਾਦਵਾ ਦੇ ਕੁਲ ਵਿੱਚੋਂ ਸੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ। ਫਿਰ ਸਾਧ ਸੰਗਤ ਜੀ ਹੋਇਆ ਕੀ ਹੈ, ਇਹਨਾਂ ਨੇ ਕੀ ਕੀਤਾ ਥੋੜਾ ਧਿਆਨ ਦਿਓ। ਦੁਰਬਖਸ਼ਾ ਰਿਖੀ ਜੀ ਸ਼੍ਰੀ ਕ੍ਰਿਸ਼ਨ ਜੀ ਦੇ ਪਿੰਡ ਵਿੱਚ ਆਏ ਤੇ ਸਾਧ ਸੰਗਤ ਜੀ ਜਿੰਨੇ ਵੀ ਜਾਦਵ ਕੁਲ ਦੇ ਸੀ ਨਾ ਉਹਨਾਂ ਨੇ ਇਹ ਵੇਖਿਆ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਗੁਰੂ ਆਏ ਨੇ ਤੇ ਸਾਧ ਸੰਗਤ ਜੀ ਕਹਿੰਦੇ ਮਿਲਣ ਵਾਸਤੇ ਚੱਲੀਏ। ਉਹ ਸ਼੍ਰੀ ਕ੍ਰਿਸ਼ਨ ਜੀ ਭਗਵਾਨ ਜੀ ਦੇ ਗੁਰੂ ਨੂੰ ਮਿਲਣ ਲਈ ਚਲੇ ਗਏ। ਤੇ ਮੁੰਡੇ ਸੀ ਸਾਧ ਸੰਗਤ ਜੀ, ਉਹਨਾਂ ਨੇ ਕੀ ਕੀਤਾ ਨਾ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਦੁਰਬਖਸ਼ਾ ਰਿਖੀ ਗੁਰੂ ਸੀ ਉਹਨਾਂ ਨੂੰ ਮਖੌਲ ਕੀਤਾ। ਕੀ ਮਖੌਲ ਕੀਤਾ ਸਾਧ ਸੰਗਤ ਜੀ? ਸਾਰਾ ਪ੍ਰਸੰਗ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ, ਭਾਈ ਗੁਰਦਾਸ ਜੀ ਦੱਸਦੇ ਐ। ਉਹਨਾਂ ਨੇ ਸਾਧ ਸੰਗਤ ਜੀ ਪੇਟ ਤੇ ਨਾ ਬਾਟੀ ਬੰਨ੍ਹ ਲਈ। ਇੱਕ ਲੜਕੇ ਨੂੰ ਲੜਕੀਆਂ ਵਾਲੇ ਕੱਪੜੇ ਪਵਾ ਕੇ ਪੇਟ ਤੇ ਬਾਟੀ ਬੰਨ੍ਹ ਕੇ ਇਉਂ ਕਹਿੰਦੇ ਕੱਪੜੇ ਪਵਾ ਕੇ ਨਾ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਗੁਰੂ ਕੋਲ ਚਲੇ ਗਏ। ਭਗਤ ਨਾਮਦੇਵ ਜੀ ਇਉਂ ਕਹਿੰਦੇ ਨੇ ਗੁਰਬਾਣੀ ਦੇ ਵਿੱਚ ਸਾਧ ਸੰਗਤ ਜੀ ਧਨਾਸਰੀ ਰਾਗ 'ਚ ਬਚਨ ਆਉਂਦਾ ਏ। ਤੇ ਫਿਰ ਜਦੋਂ ਸਾਧ ਸੰਗਤ ਜੀ ਇਉਂ ਹੋਇਆ ਨਾ ਉਦੋਂ ਭਗਵਾਨ ਜੀ ਦੇ ਗੁਰੂ ਕੋਲ ਜਾ ਕੇ ਕਹਿੰਦੇ ਹੇ ਗੁਰੂ ਜੀ ਦੱਸੋ ਇਸ ਲੜਕੀ ਦੇ ਪੇਟੋਂ ਕੀ ਪੈਦਾ ਹੋਏਗਾ। ਉਹ ਗੁਰੂ ਕਹਿਣ ਲੱਗੇ ਭਾਈ ਬੱਚਿਓ ਐਵੇਂ ਮਖੌਲ ਨਹੀਂ ਕਰੀਦਾ, ਜਾਓ ਭਾਜੋ ਤੁਸੀਂ ਖੇਡੋ ਜਾ ਕੇ, ਐਵੇਂ ਮਖੌਲ ਟਿੱਚਰ ਨਹੀਂ ਕਰੀਦੀ ਸਾਧ ਸੰਗਤ ਜੀ। ਤਾਂ ਹੀ ਬਚਨ ਆਇਆ ਸੰਤਨ ਸੇਤੀ ਮਸਕਰੀ ਕੁਲ ਡੋਬਣ ਕੀ ਰੀਤ, ਭਾਗਵਾਨ ਸੇਵਾ ਕਰੇ ਹੁਜਤਾਂ ਕਰੇ ਪਲੀਤ। ਜਿਹੜੇ ਸੰਤਾਂ ਨੂੰ ਮਸ਼ਕਰੀਆਂ ਕਰਦੇ ਆ ਮਖੌਲ ਉਹਨਾਂ ਦੀਆਂ ਕੁੱਲਾਂ ਹੀ ਡੁੱਬ ਜਾਂਦੀਆਂ ਭਾਈ, ਬਚਨ ਹੈ ਇਹ। ਇਸੇ ਪ੍ਰਕਾਰ ਤੇ ਦੁਰਬਖਸ਼ਾ ਰਿਖੀ ਫਿਰ ਕ੍ਰੋਧਵਾਨ ਹੋ ਗਏ। ਕਹਿੰਦੇ ਉਹ ਪੈਦਾ ਹੋਊਗਾ ਜਿਹੜੀ ਜਾਦਵਾਂ ਦੀ ਕੁੱਲ ਦਾ ਨਾਸ਼ ਕਰੂਗਾ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਚਨ ਆਏ ਨੇ ਭਗਤਾਂ ਦੀ ਬਾਣੀ 'ਚ। ਫਿਰ ਸਾਧ ਸੰਗਤ ਜੀ ਸ਼੍ਰੀ ਕ੍ਰਿਸ਼ਨ ਜੀ ਨੂੰ ਪਤਾ ਲੱਗਿਆ ਉਹ ਬਾਟੀ ਜੁੜ ਗਈ ਸੀ ਸਾਧ ਸੰਗਤ ਜੀ ਪੇਟ ਦੇ ਨਾਲ ਬਚਨਾਂ ਕਰਕੇ, ਬਾਟੀ ਲਈ ਨਹੀਂ। ਇਸੇ ਪ੍ਰਕਾਰ ਸ਼੍ਰੀ ਕ੍ਰਿਸ਼ਨ ਜੀ ਦੇ ਕੋਲ ਗਏ। ਸ਼੍ਰੀ ਕ੍ਰਿਸ਼ਨ ਜੀ ਨੇ ਉਹ ਬਾਟੀ ਤਾਂ ਰਤਵਾਤੀ ਸਾਧ ਸੰਗਤ ਜੀ ਨਦੀ ਦੇ ਕੰਢੇ ਤੇ, ਨਦੀ ਦੇ ਕਿਨਾਰੇ ਤੇ ਬਾਟੀ ਰਤਵਾਤੀ। ਜਦੋਂ ਬਾਟੀ ਦਾ ਰਤਵਾਈ ਨਾ ਸਾਧ ਸੰਗਤ ਜੀ ਉਹ ਬਾਟੀ ਦਾ ਜਿਹੜਾ ਬੂਰ ਸੀ ਉਹ ਡਿੱਗਿਆ ਸਾਧ ਸੰਗਤ ਜੀ। ਜਦੋਂ ਆਪਾਂ ਲੋਹੇ ਨੂੰ ਰੇਤਦੇ ਆ ਨਾ ਬੂਰ ਡਿੱਗਦਾ ਨਾ ਲੈ ਲੈ ਕੇ, ਉਹ ਨਦੀ ਦੇ ਕੰਢੇ ਤੇ ਡਿੱਗਿਆ, ਉੱਥੋਂ ਦੱਬ ਪੈਦਾ ਹੋਈ। ਦੱਬ ਸਾਧ ਸੰਗਤ ਜੀ ਇੱਕ ਪੌਦਾ ਹੈ ਬੜਾ ਤਿੱਖਾ ਹੁੰਦਾ ਉੱਪਰ ਨੂੰ, ਤੁਸੀਂ ਸ਼ਾਇਦ ਵੇਖਿਆ ਹੀ ਹੋਣਾ ਆ, ਉਹਦੇ ਬੜੇ ਕੰਡੇ ਹੁੰਦੇ ਐ। ਤੇ ਸਾਧ ਸੰਗਤ ਜੀ ਹੋਇਆ ਕੀ ਹੈ ਇੱਕ ਪੱਤੀ ਜੀ ਮੂਸਲ ਵੱਜ ਗਿਆ। ਜਦੋਂ ਉਹ ਬਾਟੀ ਦਾ ਇੱਕ ਪੱਤੀ ਛੋਟੀ ਜੀ ਬਚ ਗਈ ਭਗਵਾਨ ਜੀ ਨੇ ਉਹ ਨਦੀ ਵਿੱਚ ਸੁਟਵਾ ਦਿੱਤੀ। ਜਦੋਂ ਨਦੀ ਵਿੱਚ ਸੁਟਵਾਈ ਨਾ ਉੱਥੇ ਇੱਕ ਬੜੀ ਵੱਡੀ ਮੱਛੀ ਰਹਿੰਦੀ ਸੀ। ਉਹਨੇ ਸਾਧ ਸੰਗਤ ਜੀ ਕੀ ਕੀਤਾ ਮੁੱਖ ਵਿੱਚ ਭੋਜਨ ਸਮਝ ਕੇ ਪਾ ਲਿਆ। ਫਿਰ ਸਾਧ ਸੰਗਤ ਜੀ ਇੱਕ ਦਿਨ ਮਛਿਆਰਾ ਆਇਆ। ਦੇਖੋ ਵਿਧੀ ਕਿਵੇਂ ਬਣੀ। ਜਿਹੜੇ ਸ਼ੰਕਾ ਜੀ ਕਰਦੇ ਫਿਰਦੇ ਆ ਨਾ ਕਰਮ ਕੀ ਹੁੰਦਾ ਐਂ ਹੁੰਦਾ ਆ। ਫਿਰ ਸਾਧ ਸੰਗਤ ਜੀ ਹੋਇਆ ਕੀ ਹੈ ਇੱਕ ਦਿਨ ਮਛਿਆਰਾ ਆਇਆ, ਉਹਨੇ ਸਾਧ ਸੰਗਤ ਜੀ ਜਾਲ ਪਾਇਆ। ਜਾਲ ਪਾ ਕੇ ਨਾ ਉਹ ਮੱਛੀ ਕਿਤੇ ਜਾਲ ਵਿੱਚ ਫਸ ਗਈ ਦੇਵਨੇਤ ਨਾਲ, ਪਰਮੇਸ਼ਰ ਦੀ ਦੇਵਨੇਤ ਨਾਲ। ਕਰਮਾਂ ਦਾ ਲੇਖਾ ਜੋਖਾ ਹੋਣਾ ਸੀ। ਜਦੋਂ ਵਿਧ ਬਣਾਉਣੀ ਨਾ ਗੁਰੂ ਜੀ ਐਂ ਵਿਧ ਬਣਾ ਦਿੰਦੇ ਐ। ਇਸੇ ਕਰਕੇ ਕੋਈ ਸ਼ੰਕਾ ਨਹੀਂ ਕਰਨਾ ਚਾਹੀਦਾ ਗੁਰਬਾਣੀ ਤੇ, ਕਦੇ ਵੀ ਆਪਣੇ ਗੁਰੂ ਤੇ ਗੁਰੂਦੇਵ ਤੇ ਸ਼ੰਕਾ ਟੀਕਾ ਟਿੱਪਣੀ ਨਹੀਂ ਕਰਨੀ ਚਾਹੀਦੀ ਗੁਰਮੁਖੋ। ਤੇ ਇਸੇ ਪ੍ਰਕਾਰ ਜਦੋਂ ਫਿਰ ਮਛਿਆਰੇ ਨੇ ਉਹ ਮੱਛੀ ਪਕੜੀ ਸਾਧ ਸੰਗਤ ਜੀ ਮੱਛੀ ਦਾ ਪੇਟ ਪਾੜਿਆ, ਉਹਦੇ ਵਿੱਚੋਂ ਉਹ ਲੋਹੇ ਦਾ ਮੂਸਲ ਨਿਕਲਿਆ ਜਿਹੜਾ ਸ਼੍ਰੀ ਕ੍ਰਿਸ਼ਨ ਜੀ ਨੇ ਤਰਵਾਇਆ ਸੀ ਸਾਧ ਸੰਗਤ ਜੀ। ਫਿਰ ਉਹ ਸ਼ਿਕਾਰੀ ਨੇ ਨਾ ਲੋਹਾ ਚੰਗਾ ਜਾਣ ਕੇ ਉਹ ਤੀਰ ਦੇ ਅੱਗੇ ਸਾਧ ਸੰਗਤ ਜੀ ਲਾ ਲਈ। ਜਦੋਂ ਤੀਰ ਦੇ ਅੱਗੇ ਲਾਈ ਨਾ
ਮੱਛੀ ਤਾਂ ਉਹਨੇ ਪਾੜ ਦਿੱਤੀ, ਸਾਧ ਸੰਗਤ ਜੀ ਘਰੇ ਲੈ ਗਿਆ। ਇੱਕ ਦਿਨ ਕੀ ਹੋਇਆ, ਇੱਧਰ ਸਾਧ ਸੰਗਤ ਜੀ ਜਾਦਵਾਂ ਦੇ ਕੁਲ ਦੇ ਜਿੰਨੇ ਵੀ ਸੀ ਸਾਧ ਸੰਗਤ ਜੀ, ਧੰਨ ਗੁਰੂ ਗ੍ਰੰਥ ਸਾਹਿਬ ਜੀ ਬਚਨ ਕਰ ਰਹੇ ਨੇ। ਇਹ ਮਹਾਰਾਜ ਕਹਿੰਦੇ ਜਾਦਵਾਂ ਦੇ ਕੁਲ ਦੇ ਜਿੰਨੇ ਵੀ ਉਹ ਵੰਸ਼ ਦੇ ਲੋਕ ਸਨ, ਇੱਕ ਦਿਨ ਸ਼ਰਾਬ ਪੀ ਕੇ ਲੜ ਪਏ। ਸਾਧ ਸੰਗਤ ਜੀ ਮੁੱਕਾ ਮੁੱਕੀ ਹੋ ਗਏ। ਜਦੋਂ ਇੱਕ ਦੂਜੇ ਦੇ ਸਾਧ ਸੰਗਤ ਜੀ ਮੁੱਕਾ ਮੁੱਕੀ ਹੋਏ ਨਾ, ਬੜਾ ਕ੍ਰੋਧ ਆਇਆ। ਤੇ ਹੋਇਆ ਕੀ ਹੈ, ਨਦੀ ਦੇ ਕਿਨਾਰੇ ਤੇ ਲੜਦੇ ਲੜਦੇ ਚਲੇ ਗਏ। ਉਹ ਦੱਬ ਪੁੱਟ ਕੇ ਮਾਰਨ ਲੱਗ ਗਏ ਜਿਹੜੀ ਰਤਵਾਈ ਸੀ ਸ਼੍ਰੀ ਕ੍ਰਿਸ਼ਨ ਜੀ ਨੇ। ਸਾਧ ਸੰਗਤ ਜੀ ਸਾਰੇ ਜਾਦਵ ਕੁਲ ਦੇ ਮਰ ਗਏ, ਕੱਲੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਬਚ ਗਏ। ਸ਼੍ਰੀ ਕ੍ਰਿਸ਼ਨ ਜੀ ਨੇ ਆਪਣਾ ਅੰਤ ਸਮਾਂ ਆਇਆ ਜਾਣ ਕੇ ਤੇ ਭਾਈ ਗੁਰਦਾਸ ਜੀ ਕਹਿੰਦੇ ਐ, ਦੇਖੋ ਗੁਰਬਾਣੀ ਦੀ ਕਥਾ ਕਰਨੀ ਜਾਂ ਸਿੱਧ ਕਰਨਾ ਤਾਂ ਵੱਖੋ ਵੱਖਰੇ ਗ੍ਰੰਥਾਂ ਨੂੰ ਪੜ੍ਹਨਾ ਪੈਂਦਾ। ਦਸਮ ਬਾਣੀ 'ਚ ਵੀ ਇਹੀ ਬਚਨ ਆਏ ਐ, ਗੁਰੂ ਗ੍ਰੰਥ ਸਾਹਿਬ 'ਚ ਵੀ ਇਹੀ ਬਚਨ ਆਏ ਐ। ਭਾਈ ਗੁਰਦਾਸ ਜੀ ਕਹਿੰਦੇ ਐ, ਹੁਣ ਭਾਈ ਗੁਰਦਾਸ ਜੀ ਕਹਿੰਦੇ, ਜਾਏ ਸੁੱਤਾ ਪ੍ਰਭਾਸ ਵਿੱਚ, ਗੋਡੇ ਉੱਤੇ ਪੈਰ ਪਸਾਰੇ। ਸ਼੍ਰੀ ਕ੍ਰਿਸ਼ਨ ਜੀ ਪ੍ਰਭਾਸ ਖੇਤਰ ਵਿੱਚ ਭਾਵ ਕੇ ਜੰਗਲ ਵਿੱਚ ਚਲੇ ਗਏ। ਉੱਥੇ ਗੋਡੇ ਤੇ ਚਰਨ ਖੜਾ ਕਰਕੇ ਮਹਾਰਾਜ ਜੀ ਪੈ ਗਏ। ਚਰਨ ਕਮਲ ਵਿੱਚ ਪਦਮ ਹੈ, ਝਿਲਮਿਲ ਝਲਕੇ ਵਾਂਗੀ ਤਾਰੇ। ਪੈਰਾਂ 'ਚ ਪਦਮ ਸੀ ਸਾਧ ਸੰਗਤ ਜੀ, ਜੋ ਤਾਰੇ ਦੀ ਸ਼ਕਲ ਵਾਂਗ ਹੁੰਦਾ, ਚਮਕਦਾ ਹੁੰਦਾ, ਬ੍ਰਹਮ ਗਿਆਨੀਆਂ ਦੇ ਚਰਨਾਂ 'ਚ ਹੁੰਦਾ ਆ ਸਾਧ ਸੰਗਤ ਜੀ ਪਦਮ। ਤੇ ਇਹ ਕੁਦਰਤੀ ਹੈ ਭਗਵਾਨ ਪਰਮੇਸ਼ਰ ਦੀ। ਜਿਵੇਂ ਗੁਰੂ ਅਮਰਦਾਸ ਪਿਤਾ ਜੀ ਦੇ ਸਾਧ ਸੰਗਤ ਜੀ ਚਰਨਾਂ 'ਚ ਪਦਮ ਸੀ, ਉਹ ਚਮਕਦਾ ਹੁੰਦਾ। ਗੁਰੂ ਨਾਨਕ ਦੇਵ ਪਿਤਾ ਜੀ ਦੇ ਚਰਨਾਂ 'ਚ ਵੀ ਪਦਮ ਸੀ ਸਾਧ ਸੰਗਤ ਜੀ, ਤਾਰੇ ਦੀ ਸ਼ਕਲ ਵਾਂਗ ਹੁੰਦਾ, ਚਮਕਦਾ ਹੁੰਦਾ, ਉਹ ਚਰਨਾਂ 'ਚ ਹੁੰਦਾ ਆ। ਇਹ ਕਿਸੇ ਬ੍ਰਹਮ ਗਿਆਨੀ ਮਹਾਂਪੁਰਖਾਂ ਦੇ ਹੁੰਦਾ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਚਰਨਾਂ 'ਚ ਕਮਲ ਸੀ, ਸਾਧ ਸੰਗਤ ਜੀ ਪਦਮ ਸੀ। ਤੇ ਕਬੀਰ ਸਾਹਿਬ ਮਹਾਰਾਜ ਜੀ ਦੇ ਵੀ ਚਰਨਾਂ 'ਚ ਪਦਮ ਸੀ ਸਾਧ ਸੰਗਤ ਜੀ। ਐਸੇ ਮਹਾਤਮਾ ਮਹਾਂਪੁਰਖ ਵਿਦਵਾਨ ਆਤਮਿਕ ਗਿਆਨੀ ਹੋਏ। ਤੇ ਜਦੋਂ ਭਾਈ ਗੁਰਦਾਸ ਜੀ ਕਹਿੰਦੇ, ਚਰਨ ਕਮਲ ਵਿੱਚ ਪਦਮ ਹੈ, ਝਿਲਮਿਲ ਝਲਕੇ ਵਾਂਗੀ ਤਾਰੇ। ਬੱਧਕ ਆਇਆ ਭਾਲਦਾ, ਜਦੋਂ ਬੱਧਕ ਸ਼ਿਕਾਰੀ ਆਇਆ ਸਾਧ ਸੰਗਤ ਜੀ, ਬੱਧਕ ਆਇਆ ਭਾਲਦਾ, ਮਿਰਗੇ ਜਾਨ ਬਾਣ ਲੈ ਮਾਰੇ। ਭਾਈ ਗੁਰਦਾਸ ਜੀ ਕਹਿੰਦੇ, ਜਦੋਂ ਬੱਧਕ ਆਇਆ ਸਾਧ ਸੰਗਤ ਜੀ, ਸ਼ਿਕਾਰੀ ਆਇਆ, ਉਹਨੇ ਸ਼ਿਕਾਰ ਜਾਣ ਕੇ ਨਾ, ਹਿਰਨ ਜਾਣ ਕੇ ਸਾਧ ਸੰਗਤ ਜੀ ਤੀਰ ਵਿੰਨ ਕੇ ਮਾਰਿਆ। ਜਦੋਂ ਉਹ ਤੀਰ ਵਿੰਨ ਕੇ ਮਾਰਿਆ, ਜਿਹੜਾ ਲੋਹਾ ਲੱਗਿਆ ਸੀ ਸਾਧ ਸੰਗਤ ਜੀ, ਮੱਛੀ ਦੇ ਪੇਟੋਂ ਨਿਕਲਿਆ ਸੀ, ਉਹ ਚੰਗਾ ਜਾਣ ਕੇ ਤੀਰ ਮਾਰਿਆ। ਤੇ ਸਾਧ ਸੰਗਤ ਜੀ ਹੋਇਆ ਕੀ ਹੈ, ਮਿਰਗੈ ਜਾਣ ਬਾਣ ਲੈ ਮਾਰੇ। ਮਿਰਗ ਜਾਣ ਕੇ ਬਾਣ ਮਾਰਿਆ ਸ਼੍ਰੀ ਕ੍ਰਿਸ਼ਨ ਜੀ ਦੇ ਪੈਰ ਵਿੱਚ। ਜਦੋਂ ਪੈਰ ਵਿੱਚ ਸਾਧ ਸੰਗਤ ਜੀ ਲੱਗਿਆ ਨਾ ਜਾ ਕੇ, ਇਹ ਸਾਧ ਸੰਗਤ ਜੀ ਜਦੋਂ ਕੋਲ ਆਇਆ, ਦਰਸ਼ਨ ਡਿਠੋਸ ਜਾਏ ਕੈ, ਦਰਸ਼ਨ ਡਿਠੋਸ ਜਾਏ ਕੈ, ਡਿਠੋਸ ਜਦੋਂ ਜਾ ਕੇ ਦਰਸ਼ਨ ਕੀਤੇ, ਕਰਨ ਪਲਾਵ ਕਰੇ ਪੂਕਾਰੇ। ਇਹ ਰੋਣ ਲੱਗ ਗਿਆ ਸਾਧ ਸੰਗਤ ਜੀ ਸ਼ਿਕਾਰੀ। ਜਦੋਂ ਰੋਣ ਲੱਗਿਆ, ਇਹਨੇ ਵੇਖਿਆ ਸ਼੍ਰੀ ਕ੍ਰਿਸ਼ਨ ਜੀ ਦੇ ਚਰਨਾਂ 'ਚ ਤੀਰ ਵੱਜਿਆ। ਸਾਧ ਸੰਗਤ ਜੀ ਉਸ ਵੇਲੇ ਇਹ ਜਦੋਂ ਰੋਣ ਲੱਗਿਆ ਨਾ, ਭਗਵਾਨ ਸ਼੍ਰੀ ਕ੍ਰਿਸ਼ਨ ਕਹਿੰਦੇ, ਤੂੰ ਰੋ ਨਾ, ਮੈਂ ਵੀ ਤੈਨੂੰ ਬਾਲੀ ਦੇ ਰੂਪ ਵਿੱਚ ਲੁਕ ਕੇ ਤੀਰ ਮਾਰਿਆ ਸੀ, ਅੱਜ ਤੂੰ ਵੀ ਝਾੜੀਆਂ ਦੇ ਓਲੇ ਮੈਨੂੰ ਲੁਕ ਕੇ ਤੀਰ ਮਾਰਿਆ। ਇਹ ਕਰਮ ਗਤੀ ਹੋਈ ਐਸੀ ਹੈ ਮਹਾਰਾਜ ਕਹਿੰਦੇ। ਤਾਂ ਹੀ ਵਿਦਵਾਨ ਕਹਿੰਦੇ ਨੇ, ਭੋਗੇ ਬਿਨ ਭਾਗੇ ਨਹੀਂ, ਕਰਮ ਗਤੀ ਬਲਵਾਨ। ਕਰਮ ਗਤੀ ਐਸੀ ਬਲਵਾਨ ਹੈ, ਭੋਗੇ ਤੋਂ ਬਿਨਾ ਭੱਜਦੀ ਨਹੀਂ ਹੈ। ਗੁਰਮੁਖੋ ਜਿੰਨਾ ਕੋਈ ਮਰਜੀ ਯਤਨ ਕਰ ਲਏ। ਇਸੇ ਪ੍ਰਕਾਰ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਉਹ ਸਾਧ ਸੰਗਤ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ, ਜਦੋਂ ਫਿਰ ਸ਼੍ਰੀ ਕ੍ਰਿਸ਼ਨ ਜੀ ਦੇ ਪੈਰ ਵਿੱਚ ਚਰਨ ਵਿੱਚ ਤੀਰ ਵੱਜਿਆ ਤੇ ਸਾਧ ਸੰਗਤ ਜੀ ਖੂਨ ਨਿਕਲਣ ਲੱਗ ਗਿਆ। ਗਲ ਵਿੱਚ ਲੀਤਾ ਕ੍ਰਿਸ਼ਨ ਜੀ। ਭਾਈ ਗੁਰਦਾਸ ਜੀ ਕਹਿੰਦੇ ਸ਼੍ਰੀ ਕ੍ਰਿਸ਼ਨ ਜੀ ਨੇ ਉਹਨੂੰ ਗਲ ਵਿੱਚ ਲੈ ਲਿਆ। ਅਵਗੁਣ ਕੀਤਾ ਹਰ ਨਾ ਚਿਤਾਰੇ। ਉਹਦੇ ਅਵਗੁਣ ਨੂੰ ਭਗਵਾਨ ਨੇ ਮੰਨਿਆ ਨਹੀਂ ਹੈ ਸਾਧ ਸੰਗਤ ਜੀ, ਜਾਣਿਆ ਨਹੀਂ ਹੈ। ਕਰ ਕਿਰਪਾ ਸੰਤੋਖਿਆ, ਪਤਿਤ ਉਦਾਹਰਨ ਬਿਰਧ ਵਿਚਾਰੇ। ਕਿਰਪਾ ਕਰ ਦਿੱਤੀ ਮਹਾਰਾਜ ਜੀ ਨੇ, ਕਿਰਪਾ ਕਰ ਦਿੱਤੀ ਉਹਦੇ ਤੇ, ਉਸ ਪਾਪੀ ਦਾ ਵੀ ਉਧਾਰ ਕਰ ਦਿੱਤਾ। ਆਪਣਾ ਬਿਰਧ ਜਾਣ ਕੇ ਭਲੇ ਭਲੇ ਕਰ ਮੰਨੀਆਂ, ਬੁਰਿਆਂ ਦੇ ਹਰ ਕਾਜ ਸਵਾਰੇ। ਮਹਾਰਾਜ ਕਹਿੰਦੇ ਭਾਈ ਭਲੇ ਤਾਂ ਭਲੇ ਹੀ ਹੁੰਦੇ ਐ,
ਪਰ ਬੁਰਿਆਂ ਦੇ ਹਰ ਕਾਜ ਸਵਾਰੇ। ਸਤਿਗੁਰੂ ਤਾਂ ਬੁਰਿਆਂ ਦੀ ਵੀ ਕਾਜ ਸਵਾਰਦੇ ਐ। ਪਾਪ ਕਰੇਂਦੇ ਪਤਿਤ ਉਧਾਰੇ। ਭਾਈ ਗੁਰਦਾਸ ਜੀ ਆਪਣੀ ਬਾਣੀ 'ਚ ਇਉਂ ਕਹਿੰਦੇ ਐ। ਸੋ ਗੁਰਮੁਖੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿੰਦੇ, ਦੁਰਬਖਸ਼ਾ ਸੋ ਕਰਤ ਠਗੌਰੀ, ਜਾਦਵ ਇਹ ਫਲ ਪਾਏ। ਕਿਰਪਾ ਕਰੀ ਜਨ ਆਪਣੇ ਉਪਰ, ਨਾਮ ਦਿਓ ਹਰ ਗੁਣ ਗਾਏ। ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ, ਸਤਿਗੁਰੂ ਜੀ ਦੁਰਬਖਸ਼ਾ ਰੇਖੀ ਨੂੰ ਕਰਮ ਕਰ ਲਿਆ ਨਾ ਉਹਨਾਂ ਨੇ, ਕਰਮ ਐਸਾ ਕਰ ਲਿਆ, ਜਾਦਵਾਂ ਦੀ ਕੁੱਲ ਵੀ ਨਾਸ਼ ਹੋ ਗਈ ਤੇ ਸ਼੍ਰੀ ਕ੍ਰਿਸ਼ਨ ਜੀ ਵੀ ਸੱਚਖੰਡ ਚਲੇ ਗਏ, ਜੋਤੀ ਜੋਤ ਸਮਾ ਗਏ। ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਉਹ ਗੱਲ ਕਹਿਣਾ ਚਾਹੁੰਦੇ ਐ ਕਿ ਭਾਈ ਜਿਹੜਾ ਕਰਮਾਂ ਦਾ ਹਿਸਾਬ ਕਿਤਾਬ ਉਹ ਤੇ ਦੇਣਾ ਪੈਂਦਾ। ਹੀਰਾ ਰੋਟੀ ਕਾਰਨੇ। ਜਿਹੜੇ ਮਾਸ ਵਾਲੀ ਰੋਟੀ ਖਾਂਦੇ ਐ, ਮੀਟ ਨਾਲ ਰੋਟੀ ਖਾਂਦੇ ਐ, ਭਾਈ ਕਬੀਰ ਸਾਹਿਬ ਜੀ ਇਉਂ ਸਮਝਾਉਂਦੇ ਹਨ। ਕਬੀਰ ਖੂਬ ਖਾਨਾ ਖਿਚੜੀ। ਮਹਾਰਾਜ ਕਹਿੰਦੇ ਖੂਬ ਖਾਣਾ, ਕੀ ਖਾਣਾ ਚਾਹੀਦਾ? ਖਿਚੜੀ। ਖਿਚੜੀ ਵੀ ਖਾਣੀ ਚਾਹੀਦੀ ਹੈ ਖੂਬ। ਉਹ ਮਾਸ ਖਾਣ ਵਾਲੇ ਜੀਵ ਨੇ ਆਖਿਆ ਤੁਸੀਂ ਕੀ ਖਾਂਦੇ ਹੋ? ਭਗਤ ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਅਸੀਂ ਤਾਂ ਖਿਚੜੀ ਵੀ ਖਾਂਦੇ ਆ ਖੂਬ। ਜਾ ਮਹਿ ਅੰਮ੍ਰਿਤ ਲੋਨ। ਜਿਹਦੇ ਵਿੱਚ ਅੰਮ੍ਰਿਤ ਵਰਗਾ ਸਵਾਦ ਹੈ, ਅੰਮ੍ਰਿਤ ਵਰਗਾ ਘਿਓ ਪਾ ਦਈਦਾ, ਲੂਣ ਪਾ ਕੇ ਖਿਚੜੀ ਵੀ ਖਾਂਦੇ ਆ। ਐਉਂ ਮਹਾਰਾਜ ਜੀ ਦੱਸਦੇ ਹਨ। ਹੀਰਾ ਰੋਟੀ ਕਾਰਨੇ। ਜਿਹੜੇ ਹੀਰਾ ਨਾਮ ਹੈ ਮਾਸ ਦਾ, ਜਿਹੜੇ ਸਾਧ ਸੰਗਤ ਜੀ ਮਾਸ ਵਾਲੀ ਰੋਟੀ ਖਾਂਦੇ ਐ, ਮੀਟ ਵਾਲਾ ਰੋਟੀ ਇਹ ਪੈਲਸਾਂ 'ਚ ਵਿਆਹਾਂ ਸ਼ਾਦੀਆਂ 'ਚ ਘਰੇ ਬਣਾ ਕੇ ਖਾਂਦੇ ਆ ਨਾ, ਜਿਹੜੇ ਗੁਰਬਾਣੀ ਦੱਸਦੀ ਹੈ, ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੱਸਦੇ ਨੇ। ਗਲਾ ਕਟਾਵੇ ਕੌਣ। ਜਦੋਂ ਮਹਾਰਾਜ ਜੀ ਤੇਰੇ ਤੋਂ ਹਿਸਾਬ ਕਿਤਾਬ ਮੰਗਣਗੇ, ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਗਲਾ ਕਟਾਵੇ ਕੌਣ, ਲੇਖਾ ਤਾਂ ਦੇਣਾ ਪੈਣਾ ਹੀ ਹੈ। ਕਿਉਂਕਿ ਆਪੇ ਬੀਜ ਆਪੇ ਹੀ ਖਾਓ, ਜੋ ਤੂੰ ਬੀਜਿਆ ਏ ਤੈਨੂੰ ਹੀ ਪ੍ਰਾਪਤ ਹੋਵੇਗਾ। ਗਲਾ ਕਟਾਵੇ ਕੌਣ, ਫਿਰ ਤੇਰੀ ਥਾਂ ਤੇ ਕੌਣ ਗਲਾ ਕਟਾਵੇਗਾ? ਹੁਣ ਤੂੰ ਇਹ ਪਰਿਵਾਰ ਵਾਸਤੇ, ਰਿਸ਼ਤੇਦਾਰਾਂ ਪਿੱਛੇ, ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਵਾਸਤੇ ਇਹ ਮਹਾਰਾਜ ਜੀ ਕਹਿੰਦੇ ਮਾੜੇ ਕਰਮ ਪੁੱਠੇ ਕਰਦਾ ਏ। ਸਤਿਗੁਰੂ ਜੀ ਕਹਿੰਦੇ ਉਦੋਂ ਕੌਣ ਗਲਾ ਕਟਾਵੇਗਾ ਦੱਸ? ਮਹਾਰਾਜ ਜੀ ਕਹਿੰਦੇ ਭਾਈ ਤੈਨੂੰ ਵੀ ਗਲਾ ਕਟਾਉਣਾ ਪਊਗਾ। ਇਉਂ ਜਦੋਂ ਤੂੰ ਜੂਨਾ ਭੋਗੇਗਾ, ਜੂਨਾ ਵਿੱਚ ਆਵੇਂਗਾ, ਜੂਨੀ ਸਾਧ ਸੰਗ ਜੀ ਫਿਰ ਪ੍ਰਾਪਤ ਹੁੰਦੀ ਵੀ ਹੈ। ਇਸੇ ਕਰਕੇ ਜਿੰਨੇ ਪਾਪ ਕਰਨੇ ਨਾ ਹੁਣ ਬਸ ਬਹੁਤ ਹੈ। ਪੰਜਾਂ ਪਿਆਰੇ ਅੱਗੇ ਪੇਸ਼ ਹੋ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਗੁਰਸਿੱਖ ਬਣ ਜਾਈਏ। ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਗੁਰੂ ਵਾਲੇ ਬਣ ਜਾਈਏ। ਅਸੀਂ ਸਾਧ ਸੰਗਤ ਜੀ ਗੁਰਸਿੱਖ ਬਣ ਜਾਈਏ, ਮਹਾਰਾਜ ਨੂੰ ਗੁਰੂ ਧਾਰਨ ਕਰ ਲਈਏ। ਸਾਧ ਸੰਗਤ ਜੀ ਪਰਮੇਸ਼ਰ ਦੇ ਚਰਨੀ ਸ਼ਰਣੀ ਪੈ ਜਾਈਏ। ਇਸੇ ਪ੍ਰਕਾਰ ਇਹੀ ਕਰਨਾ ਚਾਹੀਦਾ ਆ। ਮਹਾਰਾਜ ਇਉਂ ਸਮਝਾਉਂਦੇ ਹਨ। ਇਸੇ ਪ੍ਰਕਾਰ ਉਨ ਬਿਸਮਲ ਉਨ ਝਟਕਾ ਕੀਆ, ਦਇਆ ਦਹੂ ਤੇ ਭਾਗੀ। ਕਹਿਤ ਕਬੀਰ ਸਨੋਰੇ ਸੰਤੋ, ਆਗ ਦੋ ਘਰ ਲਾਗੀ। ਫਿਰ ਧਿਆਨ ਨਾਲ ਸੁਣਿਓ। ਉਨ ਬਿਸਮਲ ਉਨ ਝਟਕਾ ਕੀਆ, ਜਿਹੜੇ ਹਲਾਲ ਕਰਦੇ ਜਾਂ ਝਟਕਾ ਕਰਦੇ ਐ। ਦਇਆ ਦਹੂ ਤੇ ਭਾਗੀ, ਦਇਆ ਤੇ ਦੋਹਾਂ ਤੋਂ ਹੀ ਭੱਜ ਗਈ। ਭਗਤ ਜੀ ਕਹਿੰਦੇ ਦਇਆ ਤੇ ਦੋਹਾਂ ਚੋਂ ਭੱਜ ਗਈ। ਕਹਿਤ ਕਬੀਰ ਸਨੋਰੇ ਸੰਤੋ, ਆਗ ਦੋ ਘਰ ਲਾਗੀ। ਅੱਗ ਤੇ ਦੋਹਾਂ ਘਰ ਹੀ ਲੱਗੂਗੀ। ਭਾਵ ਕਿ ਦੋਹਾਂ ਘਰਾਂ ਨੂੰ ਹੀ ਕਰਮਾਂ ਦਾ ਹਿਸਾਬ ਕਿਤਾਬ ਦੇਣਾ ਪੈਣਾ। ਫਿਰ ਸਮਝੋ ਖਾਣ ਵਾਲਾ, ਬਣਾਉਣ ਵਾਲਾ, ਵੱਢਣ ਵਾਲਾ ਤੇ ਕਹਿਣ ਵਾਲਾ ਤੇ ਲਿਆਉਣ ਵਾਲਾ, ਇਹ ਪੰਜੇ ਹੀ ਦੋਸ਼ੀ ਨੇ ਸਾਧ ਸੰਗਤ ਜੀ। ਇਸੇ ਪ੍ਰਕਾਰ ਜਿਹੜੀ ਸ਼ਰਾਬ ਹੈ ਉਹ ਵੀ ਇਸ ਤਰ੍ਹਾਂ ਹੀ ਹੈ ਸਾਧ ਸੰਗਤ ਜੀ। ਇਹ ਗੁਰਬਾਣੀ ਵਿੱਚ ਇਹ ਬੜੇ ਪੁਰਜ਼ੋਰ ਮਹਾਰਾਜ ਨੇ ਹੁਕਮ ਕੀਤਾ ਹੋਇਆ, ਡੰਕੇ ਦੀ ਚੋਟ ਤੇ ਕਿ ਇਹ ਨਹੀਂ ਕਰਨਾ ਭਾਈ। ਇਸੇ ਪ੍ਰਕਾਰ ਸਤਿਗੁਰੂ ਜੀ ਮਹਾਰਾਜ, ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨੀ ਨਹੀਂ ਕੀਤੇ, ਕਬੀਰ ਸਾਹਿਬ ਜੀ ਵੀ, ਹਾਲਾਂਕਿ ਕਬੀਰ ਸਾਹਿਬ ਜੀ ਪਹਿਲਾਂ ਹੋਏ ਹੈ, ਭਗਤ ਜੀ ਪਹਿਲਾਂ ਹੋ ਚੁੱਕੇ ਹੈ, ਵਚਨ ਕਰ ਰਹੇ ਨੇ ਸਾਧ ਸੰਗਤ ਜੀ। ਇਉਂ ਮਹਾਰਾਜ ਜੀ ਦੱਸਦੇ ਹਨ, ਗਲਾ ਕਟਾਵੇ ਕੌਣ, ਗੁਰਸਿੱਖੀ ਵਿੱਚ ਇਹ ਹੈ ਨਹੀਂ ਹੈ। ਭੋਜਨ ਖਾ ਲਓ ਸਾਧ ਸੰਗਤ ਜੀ, ਖੀਰ ਪੂੜੇ ਖਾ ਲਓ, ਕੋਈ ਫਲ ਖਾ ਲਓ, ਉਹੀ ਖਾਣਾ ਆ ਵੀ ਉਹਦੇ ਬਿਨਾਂ ਤੈਨੂੰ ਸਵਾਦ ਹੀ ਨਹੀਂ ਕੁਛ ਲੱਗਦਾ, ਸ਼ਾਂਤੀ ਨਹੀਂ ਆਉਂਦੀ ਤੈਨੂੰ। ਹਾਲਾਂਕਿ ਉਹ ਪਾਪ ਹੈ,
ਇਸੇ ਪ੍ਰਕਾਰ ਕਿੰਨੇ ਕੁ ਹੋਰ ਪਾਪ ਕਰਨੇ ਆ ਭਾਈ, ਲੇਖਾ ਤੇ ਸਾਨੂੰ ਹੀ ਦੇਣਾ ਪਊਗਾ। ਆ ਅੰਤ ਵੇਲੇ ਤਾਂ ਹੀ ਗੁਰੂ ਕਬੀਰ ਸਾਹਿਬ ਜੀ ਆਖਿਆ, ਲੇਖਾ ਦੇਣਾ ਸੁਹੇਲਾ ਜੋ ਦਿਲ ਸੂਚੀ ਹੋਏ। ਅੱਗੇ ਮਹਾਰਾਜ ਦਾ ਬਚਨ ਆਊਗਾ ਸ਼ਲੋਕਾਂ 'ਚ, ਤੁਸੀਂ ਸੁਣ ਰਹੇ ਹੋ ਕਥਾ ਧਿਆਨ ਦੇ ਨਾਲ। ਮਹਾਰਾਜ ਇਉਂ ਸਮਝਾਉਂਦੇ ਹਨ, ਗਲਾ ਕਟਾਉਣਾ ਪਊਗਾ ਭਾਈ। ਕਬੀਰ ਗੁਰ ਲਾਗਾ ਤਬ ਜਾਨੀਐ। ਫਿਰ ਸਾਧ ਸੰਗਤ ਜੀ, ਫਿਰ ਭਗਤ ਜੀ ਉਹ ਉਪਦੇਸ਼ ਦੇ ਕੇ ਘਰੇ ਆ ਗਏ। ਫਿਰ ਕਬੀਰ ਸਾਹਿਬ ਜੀ ਮਹਾਰਾਜ ਜੀ ਸਤਸੰਗਤ ਕਰਦੇ ਐ। ਇੱਕ ਦਿਨ ਕਿਸੇ ਪ੍ਰੇਮੀ ਨੇ ਸਵਾਲ ਕੀਤਾ, ਕਹਿੰਦੇ ਮਹਾਰਾਜ ਜੀ ਗੁਰੂ ਜੀ ਦੇ ਚਰਨੀ ਲੱਗਣ ਦਾ ਮਤਲਬ ਕੀ ਹੈ, ਭਾਵ ਕੀ ਹੈ? ਤਾਂ ਸਾਧ ਸੰਗਤ ਜੀ ਮਹਾਰਾਜ ਦੱਸਦੇ ਹਨ, ਕਬੀਰ ਗੁਰ ਲਾਗਾ ਤਬ ਜਾਨੀਐ। ਜਿਹੜੇ ਭਾਈ ਗੁਰੂ ਦੇ ਚਰਨੀ ਲੱਗ ਜਾਂਦੇ ਐ, ਨਾਮ ਰੂਪੀ ਚਰਨੀ ਲੱਗ ਗਏ, ਬਾਣੀ ਨਾਲ ਲਾਗੇ ਜਿਹੜੇ ਤਬ ਜਾਨੀ ਐ, ਉਦੋਂ ਜਾਣੀਦਾ ਗੁਰੂ ਸਾਹਿਬ ਪਰਮੇਸ਼ਰ ਨੂੰ। ਉਦੋਂ ਤੂੰ ਜਾਣੇਗਾ ਸੱਚ ਕੀ ਹੈ, ਝੂਠ ਕੀ ਹੈ, ਜਦੋਂ ਗੁਰੂ ਦੇ ਚਰਨੀ ਲੱਗੇਗਾ। ਨਹੀਂ ਤਾਂ ਨਹੀਂ ਪਤਾ ਨਾ। ਇਹ ਤੇ ਭਾਈ ਸਤਸੰਗ ਦੇ ਵਿੱਚ ਲੱਗ ਕੇ ਹੀ, ਗਿਆਨ ਲੈ ਕੇ ਹੀ, ਨਾਮ ਲੈ ਕੇ ਹੀ ਭਾਈ ਪਤਾ ਲੱਗਦਾ। ਤਬ ਜਾਨੀ ਹੈ, ਉਦੋਂ ਜਾਣੇਗਾ ਕਿ ਮਨੁੱਖਾ ਜਨਮ ਕੀ ਹੈ, ਵਾਹਿਗੁਰੂ ਕੀ ਹੈ, ਕਰਮਾਂ ਦਾ ਹਿਸਾਬ ਕਿਤਾਬ ਕੀ ਹੈ, ਕੀ ਪਾਪ ਹੈ, ਕੀ ਪੁੰਨ ਹੈ। ਇਹ ਭਾਈ ਉਦੋਂ ਜਾਣਿਆ ਜਾਏਗਾ। ਮਿਟੈ ਮੋਹ ਤਨ ਤਾਪ। ਮੈਂ ਕੱਲ ਵੀ ਬਚਨ ਕੀਤਾ ਭਾਈ, ਜਿਹੜਾ ਸਿੱਖ ਹੈ ਨਾ ਉਹ ਕਦੇ ਪਾਪ ਨਹੀਂ ਕਰਦਾ, ਔਗਣ ਨਹੀਂ ਕਰਦਾ, ਕੋਈ ਵੀ ਪਾਪ ਨਹੀਂ ਕਰਦਾ। ਨਾ ਪਰਾਏ ਸਰੀਰ ਨੂੰ ਵੇਖਦਾ, ਨਾ ਪਰਾਏ ਧਨ ਨੂੰ ਵੇਖਦਾ, ਨਾ ਸਾਧ ਸੰਗਤ ਦੀ ਜੀਵ ਦੇ ਸਵਾਦ ਵਾਸਤੇ ਜੀਵ ਘਾਤ ਕਰਦਾ ਆ, ਕੋਈ ਪਾਪ ਨਹੀਂ ਕਰਦਾ। ਅਸਲ ਗੁਰਸਿੱਖ ਹੀ ਉਹ ਹੈ, ਉਹ ਜਿਹਦਾ ਗੁਰੂ ਪੂਰਾ ਉਹਦੇ ਸਿੱਖ ਵੀ ਪੂਰੇ ਨੇ। ਗੁਰੂ ਤਾਂ ਸਾਡਾ ਪੂਰਾ ਹੀ ਹੈ, ਅਸੀਂ ਨਹੀਂ ਪੂਰੇ ਹੋਏ। ਸਾਧ ਸੰਗਤ ਜੀ ਭਗਤ ਜੀ ਕਹਿੰਦੇ ਹਨ, ਮਿਟੈ ਮੋਹ ਤਨ ਤਾਪ। ਮਿਟੈ ਮੋਹ ਤਨ ਤਾਪ। ਮਿਟੈ ਮੋਹ, ਜਿਹੜਾ ਮੋਹ ਪਦਾਰਥਾਂ ਦਾ, ਪਰਿਵਾਰ ਦਾ, ਰਿਸ਼ਤੇਦਾਰਾਂ ਦਾ ਲੱਗਿਆ ਨਾ, ਕੀ ਕਹਿਣਗੇ, ਉਹ ਕੀ ਹੋਊਗਾ, ਫਲਾਨਾ ਕੀ ਹੋਊਗਾ, ਇਹ ਮੋਹ ਮਿਟ ਜਾਵੇਗਾ। ਤਨ ਤਾਪ, ਤਿੰਨ ਤਰ੍ਹਾਂ ਦੇ ਤਾਪ ਨੇ ਸਾਧ ਸੰਗਤ ਜੀ, ਆਦੀ ਵਿਆਧੀ ਉਪਾਧੀ। ਆਦੀ ਰੋਗ ਨੇ ਮਾਨਸਿਕ ਪੀੜਾ, ਧਿਆਨ ਦਿਓ। ਤੁਸੀਂ ਪੜ੍ਹਦੇ ਹੋ, ਰੋਜ਼ ਸੁਣਦੇ ਹੋ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਤਿੰਨ ਤਾਪ ਨੇ, ਧਿਆਨ ਦੇ ਕੇ ਸੁਣਿਓ, ਆਦੀ ਵਿਆਧੀ ਉਪਾਧੀ। ਆਦੀ ਰੋਗ, ਪਹਿਲਾ ਰੋਗ ਕਿਹੜਾ ਹੈ? ਉਹ ਹੈ ਸਾਧ ਸੰਗਤ ਜੀ ਕਾਮ ਕ੍ਰੋਧ ਦਾ ਪ੍ਰਭਾਵ। ਕਾਮ ਕ੍ਰੋਧ ਲੋਭ ਹੰਕਾਰ ਦਾ ਪ੍ਰਭਾਵ, ਨਿੰਦਿਆ ਚੁਗਲੀ ਈਰਖਾ ਵਕੀਲੀ ਤੂੰ ਕਰਦਾ, ਇਹਨੂੰ ਆਦੀ ਰੋਗ ਆਖਿਆ। ਫਿਰ ਗੁਰਮੁਖੋ ਫਿਰ ਆਉਂਦਾ ਵਿਆਧੀ ਰੋਗ। ਸਾਧ ਸੰਗ ਜਿਹੜਾ ਵਿਆਧੀ ਰੋਗ ਹੈ ਨਾ, ਸਰੀਰ ਨੂੰ ਸਾਧ ਸੰਗਤ ਜੀ ਬਿਮਾਰੀਆਂ ਲੱਗ ਜਾਣੀਆਂ, ਕੈਂਸਰ ਵਰਗੀ ਬਿਮਾਰੀ, ਅਲਸਰ ਵਰਗੀ ਬਿਮਾਰੀ, ਆ ਜਿਹੜੀਆਂ ਜਿੰਨੀਆਂ ਵੀ ਬਿਮਾਰੀਆਂ ਨਿੱਕੀਆਂ ਮੋਟੀਆਂ, ਇਹ ਵਿਆਧੀ ਰੋਗ ਹੈ। ਤੇ ਤੀਜਾ ਰੋਗ ਹੈ ਉਪਾਧੀ। ਇਹ ਹੈ ਸਾਧ ਅਚਨਚੇਤ, ਕੋਈ ਦੁਰਘਟਨਾ ਹੋ ਜਾਣੀ ਸਾਧ ਸੰਗਤ ਜੀ, ਜਾਂ ਸਾਧ ਸੰਗਤ ਜੀ ਕੋਈ ਆਫਤ ਚਿੰਬੜ ਜਾਣੀ। ਇਸੇ ਪ੍ਰਕਾਰ ਸਾਧ ਸੰਗਤ ਜੀ ਕੋਈ ਵੀ ਬਾਹਰੋਂ ਆਫਤ ਕੋਈ ਆਉਂਦੀ ਹੈ, ਉਸ ਨੂੰ ਉਪਾਧੀ ਆਖਿਆ। ਆਦੀ ਵਿਆਧੀ ਉਪਾਧੀ, ਇਹ ਤਿੰਨ ਤਾਪ ਨੇ। ਤੁਸੀਂ ਰੋਜ਼ ਪੜ੍ਹਦੇ ਹੋ, ਭਾਵੇਂ ਕਈ ਸਾਲ ਲੰਘੇ ਪੜ੍ਹਦਿਆਂ ਨੂੰ, ਪਰ ਦੁਖ ਰੋਗ ਸੰਤਾਪ ਉਤਰ ਜਾਣਗੇ। ਸੁਣੀ ਸੱਚੀ ਬਾਣੀ, ਏਡੀ ਵੱਡੀ ਬਾਣੀ 'ਚ ਤਾਕਤ ਹੈ, ਪਰ ਕਰਕੇ ਵੇਖੋ, ਕਰਕੇ ਤਾਂ ਵੇਖੋ। ਤੇ ਜਦੋਂ ਕਰਕੇ ਵੇਖਣਾ ਹੀ ਨਹੀਂ ਹੈ, ਪਹਿਲਾਂ ਮਨ ਮਾਰ ਕੇ ਸਤ ਸੰਗਤ ਕਰੀਏ, ਗੁਰਬਾਣੀ ਨਾਮ ਜਪੀਏ, ਫਿਰ ਕਿਰਪਾ ਸੇਵਾ ਕਰੀਏ। ਸੇਵਾ ਦੁੱਖ ਨਹੀਂ ਆਉਣ ਦਿੰਦੀ ਸਾਧ ਸੰਗਤ ਜੀ, ਗੁਰੂ ਘਰ ਦੀ ਸੇਵਾ ਦੁੱਖ ਨਹੀਂ ਆਉਣ ਦਿੰਦੀ। ਸੱਚੇ ਪਾਤਸ਼ਾਹ ਕਿਰਪਾ ਕਰਦੇ, ਮਹਾਰਾਜ ਦਾ ਬਚਨ ਹੈ। ਸੱਚੇ ਪਾਤਸ਼ਾਹ ਕਹਿੰਦੇ, ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁਖ ਨਾ ਲਾਗੇ। ਧੰਨ ਗੁਰੂ ਅਮਰਦਾਸ ਪਿਤਾ ਜੀ ਨੇ ਆਖਿਆ, ਗੁਰੂ ਅਮਰਦਾਸ ਮਹਾਰਾਜ ਤੀਜੇ ਗੁਰੂ ਜੀ ਕਹਿੰਦੇ, ਸ਼੍ਰੀ ਗੁਰੂ ਜੀ ਕਹਿੰਦੇ, ਭਾਈ ਗੁਰ ਸੇਵਾ ਤੇ ਸੁਖ ਉਪਜੈ, ਫਿਰ ਦੁਖ ਨਾ ਲਾਗੇ ਆਏ। ਜੰਮਣ ਮਰਨਾ ਮਿਟ ਗਿਆ, ਕਾਲੇ ਕਾ ਕਿਛ ਨਾ ਵਸਾਏ। ਏਡੀ ਵੱਡੀ ਕਿਰਪਾ ਕਰਿਆ ਸੀਗਾ। ਸਾਧ ਸੰਗਤ ਜੀ ਕਰੀਏ ਸੇਵਾ। ਇਹ ਨਾ ਉਹ ਨਾ ਕਰਿਆ ਕਿ ਸਾਨੂੰ ਕੀ ਕਹਿਣਗੇ, ਦੇਖੋ ਅਮੀਰਾਂ ਦਾ ਕਾਕਾ ਸੇਵਾ ਕਰਦਾ, ਇਹ ਨਹੀਂ ਕਹਿਣਾ ਚਾਹੀਦਾ। ਅਮੀਰ ਤਾਂ ਹੀ ਹੈ ਜੇ ਗੁਰੂ ਗ੍ਰੰਥ ਸਾਹਿਬ ਨੇ ਤੇਰੇ ਤੇ ਕਿਰਪਾ ਕੀਤੀ ਹੋਈ ਹੈ। ਸਾਧ ਸੰਗਤ ਜੀ ਬਹੁਤ ਦੁਨੀਆ ਜਿਹੜੀ ਸਾਧ ਸੰਗਤ ਜੀ ਕਿ ਗਰੀਬੀ ਨਾਲ ਹੀ ਘੁਲ ਮਿਲ ਰਹੀ ਹੈ।
ਘਰੇ ਕੁਝ ਹੈ ਨਹੀਂ ਹੈ। ਕਈ ਕੋਟ ਕੀਏ ਧਨਵੰਤ, ਕਈ ਕੋਟ ਮਾਇਆ ਮਹਿ ਚਿੰਤ। ਜਹ ਜਹ ਭਾਣਾ ਤਹ ਤਹ ਰਾਖੇ, ਨਾਨਕ ਸਭ ਕਿਛ ਪ੍ਰਭ ਕੈ ਹਾਥੇ। ਸਤਿਗੁਰੂ ਜੀਓ ਸਮਝਾਉਂਦੇ ਨੇ। ਇਸੇ ਕਰਕੇ ਗੁਰਮੁਖੋ ਭਗਤੀ ਰੂਪੀ ਸੇਵਾ ਜਿਨ੍ਹਾਂ ਨੇ ਕੀਤੀ ਏ, ਜਿਨ੍ਹਾਂ ਨੇ ਸਤ ਸੰਗਤ ਵਿੱਚ ਆ ਕੇ ਇਹ ਭਗਤੀ ਰੂਪੀ ਸੇਵਾ ਕੀਤੀ ਏ, ਮਹਾਰਾਜ ਦੱਸਦੇ ਹਨ ਮਿਟੈ ਮੋਹ ਤਨ ਤਾਪ। ਜਿਹੜੇ ਸਰੀਰ ਦੇ ਤਿੰਨ ਤਾਪ ਨੇ ਉਹ ਵੀ ਮਿਟ ਜਾਣਗੇ, ਮੋਹ ਵੀ ਮਿਟ ਜੂਗਾ ਭਾਈ ਜਦੋਂ ਗੁਰੂ ਦੇ ਚਰਨੀ ਲੱਗੇਗਾ। ਹਰਖ ਸੋਗ ਦਾਜੈ ਨਹੀਂ। ਜਿਹੜਾ ਤੈਨੂੰ ਹਰਖ ਤੇ ਸੋਗ ਦਾਜੈ, ਮਹਾਰਾਜ ਕਹਿੰਦੇ ਤੈਨੂੰ ਸਾੜ ਰਿਹਾ, ਤੇਰੇ ਆਤਮਿਕ ਜੀਵਨ ਨੂੰ ਸਾੜ ਰਿਹਾ। ਹਰਖ ਖੁਸ਼ੀ ਸਾੜਦੀ ਹੈ, ਵਾਹਿਗੁਰੂ ਨੂੰ ਭੁੱਲ ਜਾਣਾ ਆ, ਤੇਰਾ ਆਤਮਿਕ ਜੀਵਨ ਸੜ ਗਿਆ। ਸੋਗ ਕਰਦਾ ਉਹ ਚਲਿਆ ਜਾਊਗਾ, ਉਹ ਚਲਿਆ ਜਾਊਗਾ। ਜਿਹੜਾ ਤੂੰ ਦੱਜ ਹੈ ਭਾਵ ਮਹਾਰਾਜ ਕਹਿੰਦੇ ਸੜਦਾ ਬਲਦਾ ਨਾ ਸੜ ਰਿਹਾ। ਸਤਿਗੁਰੂ ਜੀ ਕਹਿੰਦੇ ਹਨ ਨਹੀਂ, ਹਰਕ ਸੋਗ ਦਾਜੈ ਨਹੀਂ, ਫਿਰ ਸੜੇਗਾ ਨਹੀਂ। ਤਬ ਹਰ ਆਪ ਹੈ ਆਪ। ਉਦੋਂ ਫਿਰ ਪਰਮੇਸ਼ਰ ਆਪਣੇ ਸਿੱਖ ਦੇ ਅੰਦਰ ਆਪ ਹੀ ਪ੍ਰਗਟ ਹੋ ਜਾਂਦਾ ਆ। ਤਬ ਹਰ ਆਪ ਹੈ ਆਪ ਹੀ ਗੁਰੂ ਦੇਵ ਪ੍ਰਗਟ ਹੋ ਜਾਂਦੇ ਨੇ, ਨਾਮ ਪ੍ਰਗਟ ਕਰ ਦਿੰਦੇ ਨੇ। ਉਦੋਂ ਕੋਈ ਬਹੁਤੇ ਪਦਾਰਥਾਂ ਦਾ ਆਉਣ ਦਾ ਕੋਈ ਖੁਸ਼ੀ ਨਹੀਂ ਹੁੰਦੀ, ਜਾਣ ਦੀ ਕੋਈ ਗਮੀ ਨਹੀਂ ਹੁੰਦੀ। ਇਸੇ ਕਰਕੇ ਇੱਕ ਮਹਾਰਾਜ ਭਗਤ ਰਵਿਦਾਸ ਜੀ ਵੀ ਦੱਸਦੇ ਐ। ਮਹਾਰਾਜ ਜੀ ਕਹਿੰਦੇ ਮਾਟੀ ਕਾ ਪੁੱਤਰਾ ਕੈਸੇ ਨੱਚਤ ਹੈ, ਦੇਖੈ ਦੇਖੈ ਸੁਣੇ ਬੌਲੇ ਦੌਰਿਓ ਫਿਰਤ ਹੈ। ਇਹ ਦੇਖੋ ਮਿੱਟੀ ਦਾ ਪੁਤਲਾ ਕਿਵੇਂ ਭੱਜਿਆ ਫਿਰਦਾ। ਜਬ ਕੁਛ ਪਾਵੇ ਤਬ ਗਰਵ ਕਰਤ ਹੈ, ਜਦੋਂ ਕੁਝ ਪਾ ਲੈਂਦਾ ਫਿਰ ਮਾਣ ਕਰਦਾ। ਮਹਾਰਾਜ ਕਹਿੰਦੇ ਮਾਇਆ ਗਈ ਤਬ ਰੋਵਣ ਲਗਤ ਹੈ, ਮਾਇਆ ਚਲੀ ਗਈ ਰੋਣ ਲੱਗ ਗਿਆ। ਸਤਿਗੁਰੂ ਜੀ ਕਹਿੰਦੇ ਭਾਈ ਮਹਾਰਾਜ ਦੇ ਭਾਣੇ 'ਚ ਰਹਿਣਾ ਚਾਹੀਦਾ ਆ। ਇਸੇ ਪ੍ਰਕਾਰ ਹਰਕ ਸੋਗ ਨਹੀਂ ਕਰਨਾ ਚਾਹੀਦਾ। ਇਉਂ ਮਹਾਰਾਜ ਜੀ ਦੱਸਦੇ ਹਨ ਕਬੀਰ RAM ਕਹਿਨ ਮਹਿ ਭੇਦ ਹੈ। ਸਾਧ ਸੰਗਤ ਜੀ RAM ਕਹਿਣ ਮਹਿ ਭੇਦ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜੇ RAM ਕਹਿਣ 'ਚ ਵੀ, ਜਿਹੜੇ ਰਾਮ 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 ਕਹਿੰਦੇ ਐ, ਇਹ ਕਹਿਣ 'ਚ ਵੀ ਇੱਕ ਭੇਦ ਹੈ। ਰੱਬ ਦੇ ਪਿਆਰੇ RAM ਹੋਰ ਕਹਿੰਦੇ ਨੇ, ਕੋਈ ਵਿਅਕਤੀਗਤ, ਕਈ ਵਿਅਕਤੀਗਤ RAM ਨੂੰ ਨਾਮ ਜਪੀ ਜਾਂਦੇ ਐ। ਸਾਧ ਸੰਗਤ ਜੀ RAM ਕਹਿਣ ਮਹਿ ਭੇਦ ਹੈ। RAM ਕਿਸ ਨੂੰ ਕਹਿਣਾ ਚਾਹੀਦਾ? ਜਿਹੜਾ ਰਮਿਆ ਹੋਇਆ, ਸਾਰਿਆਂ 'ਚ ਰਵਿਆ ਹੋਇਆ। ਗਰੀਬਾਂ 'ਚ ਵੀ ਹੈ, ਅਮੀਰਾਂ 'ਚ ਵੀ ਹੈ, ਪਾਪੀਆਂ 'ਚ ਵੀ ਹੈ, ਗੁਰਮੁਖਾਂ ਸੰਤਾਂ ਬ੍ਰਹਮ ਗਿਆਨੀਆਂ 'ਚ ਵੀ ਹੈ। ਸਾਧ ਸੰਗਤ ਜੀ ਮਿੱਟੀ 'ਚ ਹੈ, ਭਾਵ ਧਰਤੀ 'ਚ, ਆਕਾਸ਼ 'ਚ ਵੀ ਹੈ। ਸਾਧ ਸੰਗਤ ਜੀ ਸਾਰਿਆਂ ਥਾਵਾਂ ਤੇ ਉਹ ਜਿਹੜਾ ਰਵਿਆ ਹੋਇਆ ਪਰਮੇਸ਼ਰ RAM ਹੈ। ਮਹਾਰਾਜ ਕਹਿੰਦੇ ਉਹ ਕਹਿਣ 'ਚ ਭੇਦ ਹੈ। ਇਸੇ ਪ੍ਰਕਾਰ ਦੱਸਦੇ ਹਨ ਕਾਮ ਹੈ ਏਕ ਵਿਚਾਰ। ਮਹਾਰਾਜ ਕਹਿੰਦੇ RAM ਕਹਿਣ 'ਚ ਵੀ ਕੋਈ ਭੇਦ ਹੈ ਭਾਈ। ਤਾ ਮਹਿ ਏਕ ਵਿਚਾਰ। ਸਤਿਗੁਰੂ ਜੀ ਕਹਿੰਦੇ ਇਸੇ ਕਰਕੇ ਮੈਂ ਇੱਕ ਵਿਚਾਰ ਕੀਤੀ ਹੈ। ਪਰਮੇਸ਼ਰ ਦੇ ਨਾਮ ਵਿੱਚ ਕਹਿਣ ਵਿੱਚ ਵੀ ਕੋਈ ਸਾਧ ਸੰਗਤ ਜੀ ਭੇਦ ਹੈ। ਆਖਦੇ ਹਨ RAM ਕਹਿਣ ਮਹਿ ਭੇਦ ਹੈ। ਕੀ ਭੇਦ ਹੈ ਅੱਗੇ ਦੱਸਣਗੇ। ਤਾ ਮਹਿ ਏਕ ਵਿਚਾਰ। ਇੱਕ ਵਿਚਾਰ ਕਰ ਪਹਿਲਾਂ ਆਪਣੇ ਮਨ ਦੇ ਵਿੱਚ, ਜਿਹੜਾ RAM ਭੇਦ ਹੈ ਨਾ, ਫਿਰ ਜਿਹੜਾ ਪਰਮੇਸ਼ਰ ਹੁਣ ਭੇਦ ਹੈ ਗੁੱਝਾ ਆ, ਉਹ ਤੈਨੂੰ ਸਮਝ ਆ ਜਾਵੇਗਾ। ਸੋਈ RAM ਸਭੈ ਕਹੈ। ਹਾਂ ਹੁਣ ਧਿਆਨ ਦਿਓ, ਉਹੀ RAM ਨੂੰ ਤਾਂ ਸਾਰੇ RAM RAM ਕਹਿੰਦੇ ਹਨ। ਸੋਈ ਕੌਤਕਹਾਰ। ਉਹੀ ਭਾਈ ਰਾਸ ਧਾਰੀ ਲੀਲਾ ਕਰਦੇ ਫਿਰਦੇ ਰਹਿੰਦੇ ਐ। ਜਿਹੜੇ RAM ਨੂੰ RAM ਆਖਿਆ, ਉਹੀ RAM ਦੀ ਲੀਲਾ ਕਰਦੇ ਐ। ਸਤਿਗੁਰੂ ਕਹਿੰਦੇ ਸੋਈ ਕੌਤਕਹਾਰ, ਉਹਦੇ ਕੌਤਕ ਕਰਦੇ ਐ। ਭਾਈ ਰਾਸ ਧਾਰੀ ਹੈ ਨਾ ਜਿਹੜੇ, ਉਹ ਇਹ ਕੁਝ ਕਰਦੇ ਐ। ਜਿਹੜੇ ਸਾਧ ਸੰਗਤ ਜੀ RAM RAM ਕਹਿੰਦੇ ਐ, ਮਹਾਰਾਜ ਕਹਿੰਦੇ ਇਹਦੇ 'ਚ ਵੀ ਭੇਦ ਹੈ। ਸਾਧ ਸੰਗਤ ਜੀ ਜਿਹੜੇ ਸੰਤ ਜਨ RAM RAM ਕਹਿੰਦੇ ਨੇ, ਇਸੇ ਪ੍ਰਕਾਰ ਸੋਈ ਕੌਤਕਹਾਰ। ਤੇ ਜਿਹੜੇ ਰਾਸ ਧਾਰੀ ਹੈ, ਉਹ ਰਾਸ ਧਾਰੀ ਤਾਂ RAM ਦੇ ਨਾਂ ਤੇ ਤਾਂ ਰੋਟੀਆਂ ਹੀ ਸੇਕਦੇ ਐ, ਰੋਟੀ ਮਾਇਆ ਹੀ ਇਕੱਠੀ ਕਰਦੇ ਐ। ਸਾਧ ਸੰਗਤ ਜੀ ਭਗਤ ਜੀ ਕਹਿੰਦੇ ਅਸਲ RAM ਤਾਂ ਭਾਈ ਪਰਮੇਸ਼ਰ ਦੇ ਪਿਆਰੇ ਹੀ ਕਹਿੰਦੇ ਐ। ਅਸਲ ਨਾਮ ਤਾਂ ਰੱਬ ਦੇ ਪਿਆਰੇ ਹੀ ਜਪਦੇ ਐ। RAM ਪਰਮੇਸ਼ਰ ਦਾ ਨਾਮ ਤਾਂ ਉਹੀ ਲੈਂਦੇ ਐ। RAM RAM ਸਭ ਕੋ ਕਹਿ RAM ਨਾ ਹੋਏ, RAM RAM ਕਰਤਾ ਸਭ ਜਗ ਫਿਰੈ, RAM ਨਾ ਪਾਇਆ ਜਾਏ। ਇਹ ਗੁਰਬਾਣੀ ਦੀ ਬਚਨ ਹੈ। RAM RAM ਤਾਂ ਸਾਰੇ ਕਹਿੰਦੇ ਨੇ, ਪਰ ਜਿਹੜਾ ਗੁਰਮੁਖਾਂ ਨੇ ਨਾਮ ਜਪਿਆ ਨਾ, ਉਹਨਾਂ ਨੂੰ ਭਾਈ ਪ੍ਰਾਪਤੀ ਗਿਆਨ ਧਿਆਨ ਦੀ ਹੋ ਗਈ। ਗੁਰੂ ਸਾਹਿਬ ਕਹਿੰਦੇ ਸੋਈ ਕੌਤਕਹਾਰ।
ਉਹ ਰਾਮ ਨੂੰ ਤਾਂ ਸਾਰੇ ਕਹਿੰਦੇ ਐ ਜਿਹੜੇ ਕੌਤਕ ਕਰਦੇ ਐ, ਉਹੀ ਰਾਮ ਦੇ ਰਾਸ ਲੀਲਾ ਕਰਦੇ ਰਹਿੰਦੇ ਐ, ਰਾਸ ਧਾਰੀਏ ਜਿਹੜੇ ਭਾਈ। ਇਉਂ ਮਹਾਰਾਜ ਜੀ ਦੱਸਦੇ ਹਨ, ਸੋਈ ਕੌਤਕ ਹਾਰ। ਮਹਾਰਾਜ ਕਹਿੰਦੇ ਸੋਈ ਰਾਮ ਸਭੈ ਕਹੈ ਭਾਈ। ਇਸੇ ਪ੍ਰਕਾਰ ਜਿਹੜੇ ਵਾਹਿਗੁਰੂ ਜੀ ਦੇ ਪਿਆਰੇ ਐ ਉਹ ਰਾਮ ਨੂੰ ਭਾਈ ਕਹਿੰਦੇ ਐ, ਨਾਮ ਨੂੰ, ਪਰਮੇਸ਼ਰ ਦੇ ਨਾਮ ਨੂੰ ਜਪਦੇ ਐ। ਜਿਹੜਾ ਰਾਮ ਕੌਤਕ ਹਾਰ ਹੈ, ਕੌਤਕ ਕਰਨ ਵਾਲਾ ਭਾਈ, ਆਪਣੀ ਲੀਲਾ ਕਰਨ ਵਾਲਾ। ਦੇਖੋ ਕਿੰਨੇ ਹੀ ਕੌਤਕ ਨੇ ਗੁਰੂ ਸਾਹਿਬ ਪਰਮੇਸ਼ਰ ਦੇ, ਦੇਖੋ ਉਹਦੀ ਲੀਲਾ ਭਾਈ ਕਿਸੇ ਦੀ ਸਮਝ ਵਿੱਚ ਨਹੀਂ ਆ ਸਕਦੀ। ਇਸੇ ਪ੍ਰਕਾਰ ਦੱਸਦੇ ਹਨ, ਕਬੀਰ ਰਾਮੈ ਰਾਮ ਕਹੋ। ਗੁਰੂ ਸਾਹਿਬ ਹਾਂਜੀ ਕਹਿੰਦੇ ਫਿਰ ਕਿਹਨੂੰ ਰਾਮ ਕਹੀਏ? ਰਾਮ ਕਿਹਨੂੰ ਕਹੀਏ? ਜਿਹੜਾ ਵਿਅਕਤੀਗਤ ਨਾਮ ਹੈ ਕਿਸੇ ਦਾ, ਉਹਨੂੰ ਰਾਮ ਕਹਿਣਾ, ਕਿਸੇ ਅਵਤਾਰੀ ਪੁਰਖ ਨੂੰ ਕਹਿੰਦੇ ਨਹੀਂ। ਹੁਣ ਕਬੀਰ ਜੀ ਦੱਸਣਗੇ ਰਾਮ ਕਿਹਨੂੰ ਕਹਿਣਾ ਹੈ। ਕਬੀਰ ਰਾਮੈ ਰਾਮ ਕਹੋ, ਉਹਨੂੰ ਰਾਮ ਕਹੋ ਜਿਹੜਾ ਸਾਰਿਆਂ 'ਚ ਰਵਿਆ ਹੋਇਆ। ਸਾਧ ਸੰਗਤ ਜੀ, ਉਹ ਪਰਮੇਸ਼ਰ ਫੁੱਲਾਂ ਵਿੱਚ ਵਾਸਨਾ ਰੂਪ ਕਰਕੇ ਬੈਠਾ ਆ। ਸਾਧ ਸੰਗਤ ਜੀ, ਉਹ ਪਰਮੇਸ਼ਰ ਹਵਾ ਦੇ ਵਿੱਚ ਵੀ ਹੈ, ਪਾਣੀ 'ਚ ਦਰਵ ਕਰਕੇ ਬੈਠਾ, ਅਗਨੀ ਵਿੱਚ ਤਪਸ਼ ਕਰਕੇ ਬੈਠਾ ਹੈ। ਸਾਧ ਸੰਗਤ ਜੀ, ਉਹ ਜੋ ਵਾਹਿਗੁਰੂ ਸੁਰਗ ਮੱਚ ਪਿਆਲੇ ਤਿੰਨਾਂ ਲੋਕਾਂ 'ਚ ਰਵਿਆ ਹੋਇਆ। ਜਿਵੇਂ ਹਵਾ ਰਵੀ ਹੋਈ ਹੈ, ਪਾਣੀ ਹਰੇਕ ਥਾਂ ਤੇ ਹੈ। ਸਾਧ ਸੰਗਤ ਚਾਹੇ 40 ਕਿਲੋਮੀਟਰ ਅੱਗੇ ਲੰਘ ਜਾਓ, ਉੱਥੇ ਵੀ ਪਾਣੀ ਹੋਊਗਾ। ਉਸੇ ਪ੍ਰਕਾਰ ਪਰਮੇਸ਼ਰ ਰਵਿਆ ਹੋਇਆ ਏ। ਉਹੀ ਰਾਮ ਹੈ ਭਾਈ। ਜਿਹੜੇ ਰਾਸ ਧਾਰੀਏ ਨਾ, ਇਹ ਮਹਾਰਾਜ ਜੀ ਕਹਿੰਦੇ ਕੇਵਲ ਮਾਇਆ ਪਿੱਛੇ ਹੀ ਰਾਮ ਰਾਮ ਕਹਿੰਦੇ ਐ। ਇਸੇ ਪ੍ਰਕਾਰ ਰਾਮ ਤਾਂ ਉਹੀ ਹੈ ਜਿਹੜਾ ਰਵਿਆ ਹੋਇਆ। ਉਹ ਰਾਮ ਦੇ ਨਾਮ ਨੇ ਸੰਤ ਜਪਦੇ ਐ। ਉਹ ਜਿਹੜਾ ਰਵਿਆ ਹੋਇਆ ਨਾ ਪਰਮੇਸ਼ਰ ਹੈ। ਸਾਧ ਸੰਗਤ ਜੀ, ਉਹਨੂੰ ਹੀ ਮਹਾਰਾਜ ਕਈ ਭੁਲੇਖਾ ਖਾ ਜਾਂਦੇ ਇੱਥੇ ਵੀ ਖਣੀ ਸਾਡੇ ਰਾਮ ਨੂੰ ਆਖਿਆ। ਨਹੀਂ ਭਾਈ, ਗੁਰਮਤ ਨੇ ਉਸ ਨੂੰ ਰਾਮ ਆਖਿਆ ਜਿਹੜਾ ਸਾਰਿਆਂ 'ਚ ਰਵਿਆ ਹੋਇਆ। ਗਰੀਬਾਂ 'ਚ ਵੀ ਹੈ, ਅਮੀਰਾਂ 'ਚ ਵੀ ਹੈ, ਪਾਪੀਆਂ ਦੇ ਅੰਦਰ ਵੀ ਆਤਮਾ ਰੂਪ ਕਰਕੇ ਬੈਠਾ। ਬ੍ਰਹਮ ਗਿਆਨੀ ਆ, ਬ੍ਰਹਮ ਗਿਆਨੀ ਤੇ ਆਪ ਹੀ ਪਰਮੇਸ਼ਰ ਹੈ। ਸੋ ਇਸੇ ਪ੍ਰਕਾਰ ਕਹਿੰਦੇ ਉਹ ਰਾਮ ਹੈ ਜਿਹੜਾ ਰਵਿਆ ਹੋਇਆ। ਕਹਿਬੇ ਮਾਹੇ ਵਿਵੇਕ, ਜਿਹਨੂੰ ਕਹਿਣ ਦੇ ਨਾਲ ਵਿਵੇਕ ਦੀ ਪ੍ਰਾਪਤੀ ਹੁੰਦੀ ਹੈ, ਬਾਹਰੀ ਤੌਰ ਤੇ ਸੁਚਮਤਾ ਦੀ ਪ੍ਰਾਪਤੀ ਹੁੰਦੀ ਹੈ। ਔਰ ਅੰਦਰ ਬਿਬ ਏਕ, ਬਿਬ ਨਾਮ ਹੈ ਫਾਰਸੀ ਭਾਸ਼ਾ ਦਾ ਦੋ, ਜਿੱਥੇ ਦੋ ਤੋਂ ਇੱਕ ਹੋਈਦਾ। ਦ્વੈ ਤੇ ਰੂਪ, ਦ્વੈ ਤੇ ਏਕ ਰੂਪ ਹੋਏ ਗਇਓ, ਭਾਵ ਕਿ ਜਿੱਥੇ ਜੀਵ ਈਸ਼ ਦੀ ਏਕਤਾ ਹੋ ਜਾਏ, ਜਿੱਥੇ ਸਾਧ ਸੰਗਤ ਜੀ ਆਤਮਾ ਤੇ ਪ੍ਰਮਾਤਮਾ ਦਾ ਮਿਲਨ ਹੋ, ਉਹਨੂੰ ਵਿਵੇਕ ਆਖਿਆ। ਬਿਬੇਕ, ਬਿਬ ਪਲੱਸ ਏਕ। ਸੋ ਸਾਸ ਇਹਦਾ ਅਰਥ ਇਉਂ ਹੈ, ਹਰ ਜਨ ਹਰ ਦੁਈ ਏਕ ਹੈ। ਬਿਬ ਵਿਚਾਰ ਕੱਛ ਨਾ, ਤੁਸੀਂ ਰੋਜ਼ ਪੜ੍ਹਦੇ ਹੋ। ਬਿਬ ਦਾ ਭਾਵ ਹੁੰਦਾ ਦੋ। ਬਿਬ ਏਕ, ਬਿਬ ਪਲੱਸ ਏਕ, ਜਿੱਥੇ ਦੋ ਤੋਂ ਇੱਕ ਹੋਈਦਾ। ਹੁਣ ਅਸੀਂ ਸਿੱਖ ਤੇ ਗੁਰੂ ਆ ਨਾ, ਦੇਖੋ ਆਪਾਂ ਸਿੱਖ ਹੀ ਗੁਰੂ ਜੀ ਹੈ। ਜਦੋਂ ਸਿੱਖ ਤੇ ਗੁਰੂ ਇੱਕ ਹੋ ਗਿਆ, ਸਾਧ ਸੰਗਤ ਜੀ, ਹੱਥ ਕਿਉਂ ਜੋੜੇ ਜਾਂਦੇ ਐ? ਇੱਕ, ਜਦੋਂ ਇੱਕ ਹੋ ਜਾਈਦਾ। ਸਾਧ ਸੰਗਤ ਜੀ, ਚਰਨ ਜੋੜੇ ਜਾਂਦੇ ਨੇ ਜਦੋਂ ਚਰਨ ਵੀ ਇੱਕ ਹੋ ਜਾਣ, ਮਨ ਵੀ ਇੱਕ ਚਿਤ ਇਉਂ ਕਰ ਲੈ ਹੱਥ ਵਾਂਗ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ, ਕਹਿਬੇ ਮਾਹੇ ਵਿਵੇਕ, ਜਿਹਨੂੰ ਕਹਿਣ ਦੇ ਨਾਲ ਵਿਵੇਕ ਦੀ ਭਾਵ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੋਈ ਹੋਵੇ। ਏਕ ਅਨੇਕ ਹੈ ਮਿਲ ਗਿਆ। ਇੱਕ ਜਿਹੜਾ ਰਾਸ ਧਾਰੀਆਂ ਦਾ ਰਾਮ ਕਹਿਣਾ ਸੀ, ਉਹ ਤੇ ਪਦਾਰਥਾਂ 'ਚ ਹੀ ਮਿਲ ਗਿਆ ਰਾਮ। ਸਾਧ ਸੰਗਤ ਜੀ, ਉਹਨਾਂ ਨੇ ਤੇ ਕੇਵਲ ਰਾਸ ਲੀਲਾ ਹੀ ਕੀਤੀ ਹੈ ਨਾ, ਉਹ ਤੇ ਪਦਾਰਥਾਂ 'ਚ ਹੀ ਮਿਲ ਗਿਆ। ਉਹਨਾਂ ਨੂੰ ਤੇ ਮਾਇਆ ਚਾਹੀਦੀ ਸੀ, ਏਕ ਅਨੇਕਾ ਮਿਲ ਗਿਆ। ਸੋ ਸਾਧ ਸੰਗਤ ਜੀਓ ਦੱਸਦੇ ਹਨ। ਫਿਰ ਇੱਥੇ ਹੁਣ 99 ਅਰਥ ਕਰਕੇ ਦੱਸਦੇ ਹਾਂ। ਏਕ ਅਨੇਕ ਹੈ ਮਿਲ ਗਿਆ। ਜਿਹੜਾ ਪਰਮੇਸ਼ਰ ਤੇਰੇ ਤੋਂ ਦੂਰ ਸੀ, ਉਹ ਹੁਣ ਤੈਨੂੰ ਮਿਲ ਗਿਆ। ਏਕ ਸਮਾਨਾ ਏਕ। ਸੰਤ ਜਨਾਂ ਨੇ ਰਾਮ ਦੇ ਨਾਮ ਦਾ ਉਚਾਰਨ ਕੀਤਾ ਆ। ਇਸੇ ਕਰਕੇ ਏਕ ਸਮਾਨਾ ਏਕ, ਜਿੱਥੇ ਇੱਕ ਪਰਮੇਸ਼ਰ ਹੈ ਉਹਦੇ 'ਚ ਹੀ ਸਮਾ ਗਏ, ਇੱਕ ਹੋ ਗਏ, ਬ੍ਰਹਮ ਗਿਆਨੀ ਹੋ ਗਏ, ਇੱਕ 'ਚ ਮਿਲ ਕੇ ਇੱਕ ਹੋ ਗਏ। ਹੁਣ ਥੋੜਾ ਧਿਆਨ ਦਿਓ, ਤੁਸੀਂ ਨਾ ਬਾਲਟੀ ਪਾਣੀ ਦੀ ਭਰ ਕੇ ਲੈ ਜਾਓ ਨਦੀ ਦੇ ਕਿਨਾਰੇ ਤੇ ਉਹਦੇ ਵਿੱਚ ਪਾਣੀ ਪਾ ਦਿਓ, ਫਿਰ ਦੱਸਿਓ ਕਿ ਤੁਹਾਡਾ ਪਾਣੀ ਕਿਹੜਾ ਸੀ। ਨਹੀਂ ਲੱਭ ਸਕੋਗੇ। ਪਾਣੀ ਮਿਲ ਹੀ ਗਿਆ, ਜਦੋਂ ਪੈਣ ਸਾਰੀ ਮਿਲ ਗਿਆ। ਸਾਧ ਸੰਗਤ ਜੀ, ਇਸੇ ਪ੍ਰਕਾਰ ਮਹਾਰਾਜ ਜੀ ਦੱਸਦੇ ਐ। ਫਿਰ ਤੁਸੀਂ ਨਾ ਮਿੱਟੀ ਦਾ ਬੁੱਕ ਭਰੋ, ਉੱਪਰ ਨੂੰ ਛਾਲ ਕੇ ਨਾ ਮਾਰੋ। ਸਾਧ ਸੰਗਤ ਜੀ, ਜਦੋਂ ਮਿੱਟੀ ਦੇ ਕਣ ਧਰਤੀ ਤੇ ਡਿੱਗਣਗੇ
ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਸਾਡੀ ਹੱਥਾਂ ਵਾਲੀ ਮਿੱਟੀ ਕਿਹੜੀ ਸੀ, ਸਾਡੀ ਬਾਲਟੀ ਵਾਲਾ ਪਾਣੀ ਉਹ ਕਿਹੜਾ ਸੀ। ਇਸੇ ਪ੍ਰਕਾਰ ਰੱਬ ਦੇ ਪਿਆਰੇ ਇੱਕ ਹੋ ਜਾਂਦੇ ਐ। ਮਹਾਰਾਜ ਜੀ ਦੱਸਦੇ ਹਨ, ਕਬੀਰ ਜਾ ਕਰ ਸਾਧਨਾ ਸੇਵੀ ਹੈ। ਕੋਈ ਸਾਧ ਸੰਗਤ ਜੀ ਇੱਕ ਵਾਰ ਕੀ ਹੋਇਆ, ਕੋਈ ਨਾ ਸੇਵਾ ਤੋਂ ਹੀਣਾ ਪੁਰਸ਼ ਜਿਹੜੇ ਸੇਵਾ ਨਹੀਂ ਕਰਦੇ ਹੁਣ ਉਹਨਾਂ ਬਾਬਤ ਬਚਨ ਆਉਣਗੇ। ਇਹ ਪ੍ਰਕਰਨ ਦੇ ਅਨੁਸਾਰ ਕਥਾ ਚੱਲਦੀ ਹੈ। ਵੱਖੋ ਵੱਖਰੇ ਪ੍ਰਕਰਨਾਂ 'ਚ ਕਥਾ ਇਹ ਸ਼ਲੋਕ ਉਚਾਰਦੇ, ਕਿਉਂਕਿ ਕਬੀਰ ਜੀ ਮਹਾਰਾਜ ਤੁਰ ਫਿਰ ਕੇ ਪ੍ਰਚਾਰ ਕਰਦੇ ਸੀ। ਕਿਤੇ ਕਿਵੇਂ ਪ੍ਰਚਾਰ ਮਹਾਰਾਜ ਨੇ ਕੀਤਾ, ਕੋਈ ਪ੍ਰੇਮੀ ਆ ਗਿਆ, ਕਿਸੇ ਨੇ ਕਿਸ ਤਰ੍ਹਾਂ ਦਾ ਸਵਾਲ ਕੀਤਾ ਸਾਧ ਸੰਗਤ ਜੀ। ਸੋ ਇਸੇ ਪ੍ਰਕਾਰ ਇਹ ਵੱਖੋ ਵੱਖਰੇ ਪ੍ਰਕਰਨਾਂ 'ਚ ਕਥਾ ਚੱਲ ਰਹੀ ਹੈ। ਕਬੀਰ ਸਾਹਿਬ ਜੀ ਨਾ ਕੋਈ ਸਾਧ ਸੰਗਤ ਜੀ ਸੇਵਾਹੀਣਾ ਪੁਰਖ ਸੀ, ਉਹਨੇ ਆਪਣਾ ਸੁੰਦਰ ਘਰ ਪਾ ਲਿਆ। ਤੇ ਜਦੋਂ ਘਰ ਪਾਇਆ ਤੇ ਸਾਧ ਸੰਗਤ ਜੀ ਗੁਰਮਤਿ ਵਿੱਚ ਵੀ ਐਸਾ ਹੈ, ਜਦੋਂ ਘਰ ਪਾਇਆ ਜਾਂਦਾ ਉਦੋਂ ਮਹਾਰਾਜ ਦੇ ਚਰਨ ਪਵਾਈ ਦੇ ਹੈ। ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਆਉਂਦੇ ਹੈ ਤੇ ਸਤਿਗੁਰਾਂ ਦੀ ਸੰਗਤ ਆਉਂਦੀ ਹੈ, ਸੇਵਾ ਉੱਥੇ ਕੀਤੀ ਜਾਂਦੀ ਹੈ। ਫਿਰ ਗ੍ਰਹਿ ਨੂੰ ਪਵਿੱਤਰ ਮੰਨ ਕੇ ਫਿਰ ਉਹਦੇ 'ਚ ਪ੍ਰਵੇਸ਼ ਕਰੀਦਾ। ਸਾਧ ਸੰਗਤ ਜੀ ਇਸੇ ਪ੍ਰਕਾਰ ਨਾ ਕੋਈ ਕਿਸੇ ਨੇ ਘਰ ਪਾ ਲਿਆ, ਇਹ ਸੇਵਾ ਤੋਂ ਹੀਣਾ ਪੁਰਖ ਸੀ ਭਾਈ। ਤੇ ਜਦੋਂ ਇਹਨੇ ਸੇਵਾ ਨਹੀਂ ਕੀਤੀ ਸਾਧ ਸੰਗਤ ਜੀ, ਨਾ ਕੋਈ ਭਗਤੀ ਕੀਤੀ, ਤੇ ਜਦੋਂ ਘਰ ਦੀ ਪਵਿੱਤਰਤਾ ਜਦੋਂ ਹੋਈ ਸਾਧ ਸੰਗਤ ਜੀ, ਇਹ ਘਰ ਦੀ ਪਵਿੱਤਰਤਾ ਜਦੋਂ ਉਸ ਪੁਰਖ ਦੇ ਕੋਲ ਰਹਿਣ ਲੱਗੀ, ਭਾਵ ਕਿ ਘਰ ਪਵਿੱਤਰੀ ਹੈ, ਇਹਨੇ ਘਰ ਪਾਲਿਆ ਪਰ ਰੱਬ ਦੇ ਪਿਆਰਿਆਂ ਦਾ ਸਤਿਗੁਰੂ ਦੇ ਸੱਚੇ ਪਾਤਸ਼ਾਹ ਦੇ ਚਰਨ ਨਹੀਂ ਪਵਾਏ, ਭਾਵ ਕਿ ਸਵਾਮੀ ਰਾਮਾਨੰਦ ਮਹਾਰਾਜ ਦੇ ਚਰਨ ਨਹੀਂ ਪਵਾਏ, ਰੱਬ ਦੇ ਪਿਆਰਿਆਂ ਦੇ ਚਰਨ ਨਹੀਂ ਪਵਾਏ। ਫਿਰ ਬਾਣੀ ਬੜੀ ਭਾਵ ਨਾਮ ਵੀ ਨਹੀਂ ਜਪਿਆ ਮਹਾਰਾਜ ਦਾ। ਇਸੇ ਪ੍ਰਕਾਰ ਜਦੋਂ ਇਹ ਕੁਝ ਵੇਖਿਆ ਨਾ, ਸਤਿਗੁਰੂ ਮਹਾਰਾਜ ਜੀ ਉਸ ਘਰ ਨੂੰ ਪ੍ਰੇਤਾਂ ਦੇ ਤੁੱਲ ਜਾਣਦੇ ਹੈ। ਮਹਾਰਾਜ ਕਹਿੰਦੇ ਸ਼ਮਸ਼ਾਨ ਭੂਮਾ ਦੇ ਬਰਾਬਰ ਹੈ ਉਹ ਘਰ। ਹੁਣ ਦੱਸਣਗੇ ਸੱਚੇ ਪਾਤਸ਼ਾਹ ਜੀ ਉਹਦੀ ਹਾਲਤ ਨੂੰ ਵੇਖ ਕਰਕੇ ਮਹਾਰਾਜ ਜੀ ਸ਼ਲੋਕ ਉਚਾਰਦੇ ਹਨ, ਕਬੀਰ ਜਾ ਕਰ ਸਾਧਨਾ ਸੇਵੀ ਹੈ। ਜਿਹੜੇ ਘਰਾਂ ਦੇ ਵਿੱਚ ਕੋਠੀਆਂ ਦੇ ਵਿੱਚ ਸਾਧੂ ਸਤਿਪੁਰਖਾਂ ਦੀ ਸੇਵਾ ਨਹੀਂ ਹੁੰਦੀ, ਰੱਬ ਦੇ ਪਿਆਰੇ ਗੁਰਮੁਖਾਂ ਦੀ ਸੇਵਾ ਨਹੀਂ ਹੁੰਦੀ, ਸਾਧ ਸੰਗਤ ਜੀ ਅੱਗੇ ਨਾ ਹੁੰਦਾ ਕੀ ਸੀ, ਕਲਗੀਧਰ ਪਾਤਸ਼ਾਹ ਮਹਾਰਾਜ ਦੇ ਵੇਲੇ ਸਾਧ ਸੰਗਤ ਜੀ ਸੰਗਤ ਕਹਿੰਦੀ ਸੀ ਮਹਾਰਾਜ ਸਿੰਘਾਂ ਨੂੰ ਘਰੇ ਭੇਜੋ, ਭੋਜਨ ਛਕਾਉਣਾ ਆ। ਇਉਂ ਸਾਧ ਸੰਗਤ ਜੀ ਸੇਵਾ ਹੁੰਦੀ ਸੀ ਸਿੰਘਾਂ ਦੀ। ਭਾਈ ਮਲਿਆਗਰ ਸਿੰਘ ਹੁਣੀ ਵੀ ਜਾਂਦੇ ਸੀ, ਜਦੋਂ ਦੇਖੋ ਉਹ ਸਬਰ ਸੰਤੋਖੀ ਸੀ, ਜਿਨ੍ਹਾਂ ਨੇ ਇੱਕ ਗਰੀਬ ਦੇ ਘਰੋਂ ਇੱਕ ਸੁੱਕੀ ਰੋਟੀ ਪਾਣੀ ਪੀ ਕੇ ਪੀਲੂ ਖਾ ਕੇ ਹੀ ਆਖਿਆ ਮਹਾਰਾਜ ਬਹੁਤ ਸੰਤੋਖ ਆਇਆ। ਸਾਧ ਸੰਗਤ ਜੀ ਭਾਈ ਮਲਿਆਗਰ ਸਿੰਘ ਵਰਗੇ ਵੀ ਮਹਾਰਾਜ ਦੇ ਕੋਲ ਗੁਰਸਿੱਖ ਸਬਰ ਸੰਤੋਖੀ ਵਾਲੇ ਸਨ। ਸੋ ਕਹਿਣ ਦਾ ਭਾਵ ਹੈ ਉਦੋਂ ਮਹਾਰਾਜ ਦੇ ਸਿੰਘਾਂ ਨੂੰ ਘਰ ਲੈ ਕੇ ਜਾਣਾ, ਸੇਵਾ ਭਾਵਨਾ ਕਰਨੀ। ਵੈਸੇ ਵੀ ਗੁਰਬਾਣੀ 'ਚ ਬਚਨ ਆਏ ਨੇ, ਦਾਨ ਪੁੰਨ ਨਹੀਂ ਸੰਤਨ ਸੇਵਾ ਕਿਤ ਹੀ ਕਾਜ ਨਾ ਆਇਆ। ਮਹਾਰਾਜ ਕਹਿੰਦੇ ਜੇ ਤੂੰ ਸੇਵਾ ਨਹੀਂ ਨਾ ਕਰਦਾ ਰੱਬ ਦੇ ਪਿਆਰੇ ਸੰਤਾਂ ਗੁਰਮੁਖਾਂ ਦੀ, ਪੰਜਾਂ ਸਿੰਘਾਂ ਨੂੰ ਭੋਜਨ ਛਕਾਉਣਾ ਚਾਹੀਦਾ। ਕਲਗੀਧਰ ਪਾਤਸ਼ਾਹ ਕਹਿੰਦੇ ਮੈਂ ਭੋਜਨ ਛਕ ਰਿਹਾ। ਕਹਿੰਦੇ ਜੀ ਜੇ ਪੰਜ ਨਾ ਹੋਣ, ਮਹਾਰਾਜ ਕਹਿੰਦੇ ਕੋਈ ਰਹਿਤਵਾਨ ਗੁਰਸਿੱਖ ਹੋਵੇ, ਇਹ ਹਜੂਰ ਸਾਹਿਬ ਦੀ ਧਰਤੀ ਤੇ ਬਚਨ ਕੀਤੇ ਐ, ਉਹਦੇ ਦਰਸ਼ਨ ਕਰ ਲਿਓ। ਰਹਿਤਵਾਨ ਗੁਰਸਿੱਖ ਬਾਣੀ ਪੜਨਾ ਉਹ ਮੈਂ ਹੋਵਾਂਗਾ, ਮਹਾਰਾਜ ਜੀ ਦੇ ਬਚਨ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਆਖਿਆ, ਮਹਾਰਾਜ ਜੀ ਕਹਿੰਦੇ ਜਿਹੜੇ ਘਰ ਸਾਧੂ ਦੀ ਸੇਵਾ ਨਹੀਂ ਹੁੰਦੀ, ਰੱਬ ਦੇ ਪਿਆਰੀ ਦੀ ਸੇਵਾ ਨਹੀਂ ਹੁੰਦੀ, ਹਰ ਕੀ ਸੇਵਾ ਨਾਹੇ। ਹਾਂ ਫਿਰ ਹਰੀ ਦੀ ਸੇਵਾ, ਫਿਰ ਧਿਆਨ ਦਿਓ, ਸਾਧੂ ਦੀ ਸੇਵਾ ਤੇ ਹਰੀ ਗੁਰੂ ਜੀ ਦੀ ਸੇਵਾ ਨਹੀਂ ਹੁੰਦੀ। ਜਿਹੜੇ ਘਰ ਮਹਾਰਾਜ ਦੇ ਚਰਨੀ ਪਏ, ਸਾਧ ਸੰਗਤ ਜੀ ਜਿਹੜੇ ਘਰ ਭਗਤੀ ਰੂਪੀ ਸੇਵਾ ਨਹੀਂ ਹੋਈ, ਤੇ ਕਰ ਮਰ ਹੱਠ ਸਾਰਖੇ, ਉਹ ਘਰ ਪਾਈ ਸ਼ਮਸ਼ਾਨ ਭੂਮਾ ਦੇ ਬਰਾਬਰ ਹੈ। ਮਹਾਰਾਜ ਕਹਿੰਦੇ ਸਾਰਖੇ, ਉਹ ਸਾਰਖੇ ਵਰਗੇ ਨੇ, ਸ਼ਮਸ਼ਾਨ ਭੂਮਾ ਦੇ ਬਰਾਬਰ ਹੈ। ਮਹਾਰਾਜ ਜੀ ਦੱਸਦੇ ਹਨ, ਭੂਤ ਵਸਹਿ ਤਿਨ ਮਾਹੇ, ਭੂਤ ਰਹਿੰਦੇ ਐ, ਭੂਤ ਉਹਨਾਂ ਦੇ ਘਰਾਂ 'ਚ। ਮਹਾਰਾਜ ਉਹ ਭੂਤ ਹੈ ਜਿਉਂਦੇ ਜਾਗਦੇ, ਜਿਹੜੇ ਕਿਸੇ ਗੁਰਮੁਖ ਪਿਆਰਿਆਂ ਦੀ ਸੇਵਾ ਨਹੀਂ ਕਰਦੇ, ਸਤਿਗੁਰੂ ਮਹਾਰਾਜ ਦੇ ਭਗਤੀ ਰੂਪੀ ਸੇਵਾ ਨਹੀਂ ਕਰਦੇ, ਗੁਰੂ ਜੀ ਦੇ ਚਰਨੀ ਮੁਬਾਰਕ ਪਵਾਏ। ਮਹਾਰਾਜ ਕਹਿੰਦੇ ਭੂਤ ਹੈ ਉਹ ਘਰ, ਉਹ ਘਰ ਉਹ ਕੋਠੀ ਤਾਂ ਤੇਰੀ ਪਵਿੱਤਰ ਹੈ ਜੇ ਮਹਾਂਪੁਰਖ ਜਾ ਕੇ ਗੁਰਮੁਖ ਜਾ ਕੇ ਚਰਨ ਪਾ ਦੇਣ। ਸਾਧ ਸੰਗਤ ਜੀ ਇਸੇ ਪ੍ਰਕਾਰ ਗੁਰੂ ਸਾਹਿਬ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ, ਜੋ ਦੀਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ।
ਜੇ ਕੋਈ ਗੁਰਸਿੱਖ ਦਿਸੇ ਉਹਦੇ ਪੈਰੀਂ ਲੱਗਣਾ ਚਾਹੀਦਾ ਆ। ਮਹਾਰਾਜ ਸੱਚੇ ਪਾਤਸ਼ਾਹ ਦਾ ਇਹੀ ਬਚਨ ਹੈ। ਸੁਖਮਣੀ ਸਾਹਿਬ ਜੀ ਵੀ ਮਹਾਰਾਜ ਇਹੀ ਕਹਿੰਦੇ ਹੈ। ਸੱਚੇ ਪਾਤਸ਼ਾਹ ਕਹਿੰਦੇ ਤਨ ਮਨ ਦੇ ਭਾਈ, ਆਪਣਾ ਤਨ ਮਨ ਦੇ ਦੇਣਾ ਕਰ ਭਾਵ ਕੇ ਉਹਦੀ ਸੇਵਾ 'ਚ ਲੱਗ ਜਾ। ਮਨ ਦੇ ਮਨ ਕਿਵੇਂ? ਜਿਵੇਂ ਮਹਾਂਪੁਰਖ ਗੁਰਬਾਣੀ 'ਚ ਬਚਨ ਸਾਧ ਸੰਗਤ ਜੀ ਗੁਰੂ ਜੀ ਨੇ ਕੀਤੇ ਹੈ, ਉਹਨਾਂ ਬਚਨਾਂ ਤੂੰ ਮੰਨਿਆ ਕਰ। ਇਸੇ ਪ੍ਰਕਾਰ ਤਨ ਮਨ ਦੇ ਰੱਬ ਦੇ ਪਿਆਰਿਆਂ ਦੇ ਬਚਨਾਂ ਨੂੰ ਮੰਨ ਕੇ ਇਹ ਸੇਵਾ ਕਰਿਆ ਕਰ। ਗੁਰੂ ਸਾਹਿਬ ਜੀ ਦੱਸਦੇ ਆ ਪਰ ਕਲਯੁਗ ਦਾ ਪ੍ਰਭਾਵ ਹੈ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਭਾਈ ਜੋਰੂ ਜਿਨ੍ਹਾਂ ਦਾ ਸਿਕਦਾਰ, ਹੁਣ ਇਸਤਰੀ ਵੀ ਪ੍ਰਧਾਨ ਹੋਈ ਹੈ ਸਾਧ ਸੰਗਤ ਜੀ। ਤੇ ਜਿਹੜੀ ਆਪ ਮਹਾਰਾਜ ਕਹਿੰਦੇ ਪੁੱਤ ਜਨੂਰਾ ਧੀ ਜਨੂਰੀ, ਜੰਮੀ ਕਿਵੇਂ ਹੈ? ਉਹ ਆਪ ਹੀ ਮਨਮੁਖਤਾ ਵਿੱਚ ਸਾਧ ਸੰਗਤ ਜੀ ਲੱਗੀ ਹੋਈ ਹੈ। ਆਪ ਪਾਪਣੇ, ਉਹਦੇ ਪੇਟੋਂ ਵੀ ਧੀ ਪੁੱਤ ਪਾਪੀ ਜੰਮਦੇ ਹੈ। ਇਹ ਗੁਰਬਾਣੀ 'ਚ ਬਚਨ ਆਏ ਹੋਏ ਨੇ। ਧੰਨ ਗੁਰੂ ਰਾਮਦਾਸ ਪਿਤਾ ਜੀ ਦੇ ਸਾਧ ਸੰਗਤ ਜੀ, ਕਲਯੁਗ ਦਾ ਪ੍ਰਭਾਵ ਹੀ ਐਸਾ ਆ। ਇਸੇ ਪ੍ਰਕਾਰ ਮਹਾਰਾਜ ਜੀ ਦੱਸਦੇ ਹਨ, ਕਬੀਰ ਜਾ ਕਰ ਸਾਧਨਾ ਸੇਵੀ ਹੈ। ਫਿਰ ਹੁਣ ਦੂਜਾ ਅਰਥ ਕਰਕੇ ਦੱਸਦੇ ਹਾਂ ਭਾਈ। ਜਿਹੜੇ ਸਰੀਰ ਰੂਪੀ ਆ ਸਰੀਰ ਵੀ ਘਰ ਹੈ, ਪਿੰਡ ਹੈ। ਇਸ ਘਰ ਵਿੱਚ ਭਾਈ ਸਾਧਨਾ ਸੇਵੀ ਹੈ। ਸਾਧਨਾ ਸੇਵੀ ਹੈ। ਕਬੀਰ ਜਾ ਘਰ, ਇਹ ਹੁਣ ਦੂਜਾ ਅਰਥ ਕਰਕੇ ਦੱਸਦੇ ਨੇ। ਜਿਸ ਸਰੀਰ ਰੂਪੀ ਘਰ ਦੇ ਵਿੱਚ ਸਾਧਨਾ ਸੇਵੀ ਹੈ। ਸਾਧ ਮਨ ਨੂੰ ਸਾਧਨ ਵਾਲੀ ਜਿਹੜੀ ਬਾਣੀ ਹੈ, ਗਿਆਨ ਹੈ, ਇਹਦੀ ਸੇਵਾ ਨਹੀਂ ਕੀਤੀ ਭਾਵ ਕਿ ਇਹ ਤੂੰ ਅੰਦਰ ਨਹੀਂ ਲੈ ਕੇ ਆਇਆ। ਹਰਿ ਕੀ ਸੇਵਾ ਨਾਹੇ, ਨਾ ਤੂੰ ਹਰੀ ਦੀ ਸੇਵਾ ਭਗਤੀ ਰੂਪੀ ਸੇਵਾ ਕੀਤੀ ਹੈ। ਤੇ ਘਰ ਮਰਹਠ ਸਾਰਖੇ, ਉਹ ਸਰੀਰ ਰੂਪੀ ਘਰ ਮਹਾਰਾਜ ਕਹਿੰਦੇ ਸ਼ਮਸ਼ਾਨ ਭੂਮਾ ਵਰਗਾ ਹੈ। ਭੂਤ ਵਸਹਿ ਤਿਨ ਮਾਹੇ, ਹਾਂ ਭੂਤ ਹੈ ਉਹ ਸਰੀਰ, ਭੂਤਾਂ ਦੀ ਨਿਆਈ ਹੈ। ਉਹਦੇ 'ਚ ਭੂਤ ਵਸਦੇ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਭੂਤ ਰਹਿੰਦੇ ਹੈ। ਹਾਂ ਜਿੱਥੇ ਗਿਆਨ ਹੋਊਗਾ ਉੱਥੇ ਨਹੀਂ ਨਾ ਰਹਿਣਗੇ, ਜਿੱਥੇ ਭਗਤੀ ਉੱਥੇ ਥੋੜੀ ਰਹਿਣਗੇ। ਨਿੰਦਿਆ ਚੁਗਲੀ ਈਰਖਾ ਬਖੀਲੀ, ਇਹ ਭਾਈ ਇਹ ਭੂਤ ਵਸਦੇ ਆ। ਮਹਾਰਾਜ ਜੀ ਦੱਸਦੇ ਹਨ, ਕਬੀਰ ਗੂੰਗਾ ਹੁਆ ਬਾਬਰਾ। ਕੋਈ ਜਗਿਆਸੂ ਮਹਾਂਪੁਰਖ ਸਾਧ ਸੰਗਤ ਜੀ, ਇਹ ਭਗਤ ਕਬੀਰ ਸਾਹਿਬ ਮਹਾਰਾਜ ਦੇ ਚਰਨੀ ਆਇਆ। ਇੱਕ ਦਿਨ ਦਰਸ਼ਨ ਕਰਦਾ ਹੋਇਆ ਮਹਾਰਾਜ ਦੇ ਆ ਗਿਆ। ਕਿਸੇ ਨੇ ਦੱਸਿਆ ਸੀ ਇਹ ਜਗਿਆਸੂ ਮਹਾਂਪੁਰਖ ਵਾਹਿਗੁਰੂ ਦੀ ਪ੍ਰਾਪਤੀ ਕਰਨੀ ਚਾਹੁੰਦਾ ਸੀ। ਪੁੱਛਦਾ ਫਿਰਦਾ ਸੀ ਮਹਾਰਾਜ ਜੀ ਕਿਵੇਂ ਪ੍ਰਾਪਤੀ ਹੋਵੇਗੀ। ਕਿਸੇ ਨੇ ਆਖਿਆ ਤੂੰ ਬ੍ਰਹਮ ਗਿਆਨੀ ਕਬੀਰ ਸਾਹਿਬ ਜੀ ਮਹਾਰਾਜ ਕੋਲ ਚੱਲ ਜਾ, ਉਹੀ ਤੈਨੂੰ ਦੱਸ ਸਕਦੇ ਐ। ਹੋਰ ਤਾਂ ਸਾਰੇ ਦੁਕਾਨਾਂ ਹੀ ਖੋਲੀਆਂ ਹੋਈਆਂ ਨੇ। ਸਾਧ ਸੰਗਤ ਜੀ ਇਸੇ ਪ੍ਰਕਾਰ ਜਿਵੇਂ 22 ਮੰਜੀਆਂ ਲਾਈ ਬੈਠੇ ਸੀ। ਗੁਰੂ ਸਾਹਿਬ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਪਿਤਾ ਤਾਂ ਇੱਕ ਹੀ ਸੀ ਨਾ, ਗੁਰੂ ਸਰੂਪ ਜੋ ਗੁਰ ਤਾਂ ਗੱਦੀ ਤੇ ਬੈਠੇ ਸੀ। ਇਸੇ ਪ੍ਰਕਾਰ ਕਬੀਰ ਸਾਹਿਬ ਮਹਾਰਾਜ ਜੀ ਬ੍ਰਹਮ ਗਿਆਨੀ ਹੈ। ਕਿ ਕਿਸੇ ਨੇ ਗੁਰਮੁਖ ਨੇ ਦੱਸਿਆ ਭਾਈ ਕਿ ਕਬੀਰ ਸਾਹਿਬ ਮਹਾਰਾਜ ਦੇ ਕੋਲ ਜਾਓ, ਉਹੀ ਤੁਹਾਨੂੰ ਦੱਸਣਗੇ ਕਿ ਵਾਹਿਗੁਰੂ ਦੀ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੁੰਦੀ ਏ। ਇਹ ਜਗਿਆਸੂ ਮਹਾਂਪੁਰਖ ਮਹਾਰਾਜ ਜੀ ਦੇ ਕੋਲ ਆਇਆ, ਦਰਸ਼ਨ ਕੀਤੇ ਆ ਸਤਿਗੁਰਾਂ ਜੀ ਦੇ। ਫਿਰ ਮਹਾਰਾਜ ਜੀ ਨੂੰ ਸਵਾਲ ਕੀਤਾ, ਕਹਿੰਦੇ ਮਹਾਰਾਜ ਜੀ ਵਾਹਿਗੁਰੂ ਦੀ ਪ੍ਰਾਪਤੀ ਕਿਵੇਂ ਹੋਵੇਗੀ? ਸੱਚੇ ਪਾਤਸ਼ਾਹ ਨਿਰੰਕਾਰ ਦੀ ਪ੍ਰਾਪਤੀ ਕਿਵੇਂ ਹੋਵੇਗੀ? ਕਹਿੰਦੇ ਮਨ ਨੂੰ ਕਿਵੇਂ ਕਾਬੂ ਕਰਨਾ ਚਾਹੀਦਾ, ਮਨ ਨੂੰ ਕਾਬੂ ਕਰਨਾ ਔਖਾ ਆ। ਇਸੇ ਪ੍ਰਕਾਰ ਕਿਵੇਂ ਤੁਸੀਂ ਕਿਵੇਂ ਮਨ ਨੂੰ ਕਾਬੂ ਕੀਤਾ ਇਹ ਦੱਸਣਾ ਕਰੋ। ਕਬੀਰ ਸਾਹਿਬ ਜੀ ਹੁਣ ਆਪਣੀ ਅਵਸਥਾ ਦੱਸਦੇ ਹੋਏ ਵਚਨ ਉਚਾਰਨ ਕਰਨਗੇ, ਸਮਝਾਉਣਗੇ ਕਿ ਭਾਈ ਤੂੰ ਵੀ ਇਸ ਤਰ੍ਹਾਂ ਕਰੀ। ਕਬੀਰ ਗੂੰਗਾ ਹੁਆ ਬਾਬਰਾ। ਮੈਂ ਕਹਿੰਦੇ ਗੁੰਗਾ ਹੋ ਗਿਆ। ਕਿਵੇਂ? ਦੁਨੀਆ ਵੱਲੋਂ ਗੁੰਗਾ ਹੋ ਗਿਆ, ਨਾ ਨਿੰਦਿਆ ਨਹੀਂ ਕਰਦਾ, ਨਾ ਉਸਤਤੀ। ਦੁਨੀਆ ਨਾ ਸਲਾਹੇ ਜੋ ਮਰਵੰਜ ਸੀ, ਨਾ ਦੁਨੀਆ ਦੀ ਸਲਾਹਤਾ ਕਰਦਾ, ਨਾ ਨਿੰਦਿਆ ਕਰਦਾ। ਦੁਨੀਆ ਦੀਆਂ ਗੱਲਾਂ ਨਹੀਂ ਮਾਰਦਾ, ਕਿਉਂਕਿ ਗੱਲਾਂ ਗੱਲੀ ਕਿਨੇ ਨਾ ਪਾਇਆ। ਸਾਧ ਸੰਗਤ ਜੀ ਗੱਲਾਂ ਕਰਕੇ ਕਿਸੇ ਨੇ ਵਾਹਿਗੁਰੂ ਦਾ ਗਿਆਨ ਪ੍ਰਾਪਤੀ ਕੀਤੀ ਵੀ ਨਹੀਂ ਹੈ। ਜੇ ਸਾਧ ਸੰਗਤ ਜੀ ਦੁਨੀਆ ਦੀਆਂ ਗੱਲਾਂ ਵਿੱਚ ਹੀ ਲੱਗੇ ਰਹਾਂਗੇ ਫਿਰ ਅਸਲ ਜੋ ਗਿਆਨ ਰਸ ਹੈ ਉਹ ਨਹੀਂ ਆਏਗਾ। ਅੱਛਾ ਕਹਿੰਦੇ ਜੀ ਸਵਾਦ ਨਹੀਂ ਆਉਂਦਾ ਬਾਣੀ ਜੋ, ਰਸ ਨਹੀਂ ਆਉਂਦਾ। ਅੱਛਾ ਠੀਕ ਹੈ, ਬਾਣੀ ਘੰਟਾ ਪੜ੍ਹੀ ਤੇ ਦੁਨੀਆ ਨਾਲ ਗੱਲਾਂ ਤੂੰ 5 ਘੰਟੇ ਮਾਰੀਆਂ। ਸਾਧ ਸੰਗਤ ਜੀ ਆ ਸਕਦਾ ਸਵਾਦ? ਆ ਸਕਦਾ ਆ? ਨਹੀਂ ਆ ਸਕਦਾ।
ਗੁਰਮੁਖੋ ਲੋੜ ਅਨੁਸਾਰ ਬਚਨ ਕਰਨਾ ਚਾਹੀਦਾ, ਹਮੇਸ਼ਾ ਮਨ ਨੂੰ ਕਾਬੂ ਕਰਕੇ ਰੱਖਣਾ ਚਾਹੀਦਾ। ਬਚਨ ਉਹ ਬੋਲੋ ਜੋ ਸਿਧਾਂਤਕ ਤੌਰ ਤੇ ਸਹੀ ਨੇ। ਜਿੱਥੇ ਸਾਧ ਸੰਗਤ ਜੀ ਬੋਲਣ ਦੀ ਲੋੜ ਹੈ ਉੱਥੇ ਹੀ ਬੋਲਣਾ ਚਾਹੀਦਾ। ਸੋ ਇਸੇ ਪ੍ਰਕਾਰ ਸਾਧ ਸੰਗਤ ਜੀ ਕਬੀਰ ਗੂੰਗਾ ਹੁਆ ਬਾਵਰ, ਅਵਸਥਾ ਬਣਾਉਣ ਵਾਸਤੇ ਪਹਿਲਾਂ ਇਹ ਕਰਿਓ, ਫਿਰ ਜਦੋਂ ਅਵਸਥਾ ਬਣ ਜੇ ਨਾ ਫਿਰ ਗੁਰਬਾਣੀ ਕਹਿੰਦੀ ਹੈ ਸਾਚੇ ਨਾਮ ਮੇਰਾ ਮਨ ਲਾਗਾ, ਲੋਗਣ ਸੋ ਮੇਰਾ ਠਾਠਾ ਬਾਗਾ। ਜਦੋਂ ਗੁਰਮੁਖ ਅਵਸਥਾ ਬਣ ਜੇ ਨਾ ਤੇ ਹਰੀ ਦੇ ਨਾਮ 'ਚ ਲਿਵ ਲੱਗ ਜੇ, ਪ੍ਰਪੱਕ ਹੋ ਜੇ ਨਾ, ਫਿਰ ਤੂੰ ਭਾਵੇਂ ਹਾਸੇ ਠੱਠੇ ਕਰੀ ਚੱਲ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਆਸਾ ਰਾਗ 'ਚ, ਸਾਚ ਨਾਮ ਮੇਰਾ ਮਨ ਲਾਗਾ, ਲੋਗਣ ਸੋ ਮੇਰਾ ਠਾਠਾ ਬਾਗਾ। ਲੋਕਾਂ ਨਾਲ ਹੁਣ ਹਾਸੀ ਠੱਠੇ ਵੀ ਕਰ ਲਈਦਾ ਕਹਿੰਦੇ, ਪਰ ਨਾਮ ਮਨ ਸਾਡਾ ਮਹਾਰਾਜ ਦੇ ਨਾਮ 'ਚ ਹੀ ਹੈ। ਪਰ ਅਵਸਥਾ ਬਣਾਉਣ ਵਾਸਤੇ ਮਨ ਨੂੰ ਕਾਬੂ ਕਰਨ, ਕਿਵੇਂ ਕਰਨਾ ਮਨ ਨੂੰ ਕਾਬੂ, ਉਹ ਮਹਾਰਾਜ ਜੀ ਦੱਸਦੇ ਹਨ। ਕਬੀਰ ਗੂੰਗਾ ਹੁਆ ਬਾਵਰਾ, ਕਬੀਰ ਸਾਹਿਬ ਕਹਿੰਦੇ ਮੈਂ ਤਾਂ ਗੂੰਗਾ ਹੋ ਗਿਆ ਦੁਨੀਆ ਵੱਲੋਂ। ਸਾਧ ਸੰਗਤ ਜੀ ਦੁਨੀਆ ਦੀਆਂ ਸਿਆਣਪਾਂ, ਦੁਨੀਆ ਦੀਆਂ ਝੂਠ ਦੇ ਬਚਨ, ਹੰਕਾਰ ਦੇ ਬਚਨ ਵੱਲੋਂ ਗੁੰਗੇ ਹੋ ਗਏ। ਬੋਲਦੇ ਹੀ ਨਹੀਂ ਆ ਅਸੀਂ ਤਾਂ, ਨਿੰਦਿਆ ਚੁਗਲੀ ਨਹੀਂ ਕਰਦੇ। 2-2 ਘੰਟੇ ਫੋਨ ਤੇ ਤਾਂ ਲੱਗਦੇ ਆ। ਕੁੜੀ ਬਾਹਰ ਗਈ ਨਾ ਜਾਂ ਮੁੰਡਾ, 2-2 ਘੰਟੇ ਤੇ ਮੌਤ ਪੈਂਦੀ ਸਾਨੂੰ ਜੇ ਕਦੇ ਘੰਟਾ ਨਿਤਨੇਮ ਕਰ, ਜੇ ਘੰਟਾ ਸਤ ਸੰਗਤ ਕਰਨ ਨੂੰ ਕਹਿ ਦੀ, ਹੱਥ ਜੇ ਲਾ ਕੇ ਮੁੜ ਜਾਂਦੇ ਆ। ਤੇ ਸਾਧ ਸੰਗਤ ਜੀ ਘੰਟਾ ਡੂਢ ਘੰਟਾ, 1.5 ਘੰਟਾ ਲੱਗ ਜਾਂਦਾ ਸਾਧ ਸੰਗਤ ਜੀ ਫੋਨਾਂ ਤੇ ਗੱਲਾਂ ਕਰਦੇ ਆ। ਤੇ ਜਦੋਂ ਗੁਰੂ ਸਾਹਿਬ ਦੀ ਸੇਵਾ ਕਰਨੀ ਹੈ ਉਦੋਂ ਬਈ ਉਦੋਂ ਨਹੀਂ ਵੇਖਦੇ, ਉਦੋਂ ਮੌਤ ਪੈਂਦੀ ਹੈ ਸਾਨੂੰ ਸਾਧ, ਉਦੋਂ ਸਾਡਾ ਸਮਾਂ ਖਰਾਬ ਹੈ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਗੁੰਗਾ ਹੁਆ ਬਾਵਰਾ, ਮਹਾਰਾਜ ਕਹਿੰਦੇ ਮੈਂ ਗੁੰਗਾ ਹੋ ਗਿਆ ਬਾਵਰਾ, ਕਮਲਾ ਹੋ ਗਿਆ ਦੁਨੀਆ ਵੱਲੋਂ। ਦੁਨੀਆ ਉਹਨੂੰ ਕਮਲਾ ਕਹੇ ਜਿਹੜਾ ਬੋਲਦਾ ਨਾ ਹੋਵੇ। ਇਹ ਕਹਿੰਦੇ ਸਾਡੇ ਨਾਲ ਤਾਂ ਬੋਲਦੇ ਹੀ ਨਹੀਂ ਹੈ, ਉਹਨੂੰ ਕਮਲਾ ਜਾਣਦੀ ਏ। ਕਹਿੰਦੇ ਕਮਲਾ ਜਿਹਾ ਹੋ ਗਿਆ, ਕਮਲਾ ਹੋਇਆ ਨਹੀਂ, ਕਮਲਾ ਜਿਹਾ ਹੋ ਗਿਆ। ਮਹਾਰਾਜ ਜੀ ਦੱਸਦੇ ਹਨ ਬਹਿਰਾ ਹੁਆ ਕਾਨ, ਮਹਾਰਾਜ ਜੀ ਕਹਿੰਦੇ ਕੰਨਾਂ ਤੋਂ ਵੀ ਬਹਿਰਾ ਹੋ ਗਏ ਆ। ਉਸਤਤ ਨਿੰਦਿਆ ਨਾ ਸੁਣਦੇ ਆ, ਨਾ ਗੱਲਾਂ ਸੁਣਦੇ ਆ ਐਵੇਂ। ਅੱਛਾ ਸਾਧ ਸੰਗਤ ਜੀ ਗੱਲ ਕੁਝ ਹੋਰ ਹੁੰਦੀ ਹੈ ਤੇ ਹੋਰ ਨਾਲ ਜੋੜ ਲੈਣਗੇ ਸਾਧ ਸੰਗਤ ਜੀ। ਅੱਛਾ ਫਿਰ ਮੈਂ ਉੱਥੇ ਗਿਆ, ਉਹਨੇ ਮੈਨੂੰ ਆਏ ਕਿਹਾ ਤੇ ਉੱਥੇ ਮੈਨੂੰ 2-4 ਮਿਲ ਕੇ ਫਿਰ ਮੈਂ ਆਏ ਆਖਿਆ। ਉਸਤਤੀ ਆਪਣੀ ਉਸਤਤੀ, ਬਸ ਆਪਣੀ ਉਸਤਤੀ। ਮੈਂ ਆਏ ਕਿਹਾ ਤੇ ਮੈਂ ਫਿਰ ਉੱਥੇ ਜੇ ਇਹ ਨਾ ਕਹਿੰਦਾ ਤੇ ਇਹ ਗੱਲ ਤੈਅ ਨਹੀਂ ਸੀ ਲੱਗਣੀ। ਬਾ ਐਵੇਂ ਗੱਲਾਂ ਉਸਤਤੀਆਂ ਸਾਧ ਸੰਗਤ ਜੀ। ਤੇ ਇਸੇ ਪ੍ਰਕਾਰ ਬਹਿਰਾ ਹੁਆ ਕਾਨ, ਭਗਤ ਜੀ ਕਹਿੰਦੇ ਜੇ ਮਨ ਨੂੰ ਕਾਬੂ ਕਰਨਾ ਤਾਂ ਫਿਰ ਬਹਿਰਾ ਹੋ ਜਾ। ਉਸਤਤ ਨਿੰਦਿਆ ਕਰਨੀ ਸੁਣਨੀ ਛੱਡ ਦੇ। ਆਖਦੇ ਹਨ ਭਾਵ ਹੋ ਤੇ ਪਿੰਗਲ ਭਇਆ, ਪੈਰਾਂ ਤੋਂ ਪਿੰਗਲਾ ਹੋ ਜਾ ਕਹਿੰਦੇ। ਕਿਵੇਂ? ਆਪਣੇ ਪੈਰ ਕੁਸੰਗਤ ਵਿੱਚ ਨਾ ਲੈ ਕੇ ਜਾ, ਮਨ ਰੂਪੀ ਪੈਰ ਕੁਸੰਗਤ ਵਿੱਚ ਨਾ ਲੈ ਕੇ ਜਾ। ਆਖਦੇ ਹਨ ਮਾਰਿਆ ਸਤਿਗੁਰ ਬਾਣ, ਲੰਗੜਾ ਹੋ ਗਿਆ, ਪਿੰਗਲਾ ਹੋ ਗਿਆ ਸਭ ਕੁਝ ਤੋਂ ਦੁਨੀਆ ਵੱਲੋਂ। ਜਦੋਂ ਗੁਰੂ ਪਰਮੇਸ਼ਰ ਜੀ ਨੇ ਨਾਮ ਰੂਪੀ ਬਾਣ ਮਾਰਿਆ, ਸਤਿਗੁਰੂ ਸਵਾਮੀ ਰਾਮਾਨੰਦ ਜੀ ਨੇ ਮੇਰੇ ਬਾਣ ਮਾਰਿਆ। ਭਗਤ ਜੀ ਕਹਿੰਦੇ ਮੈਂ ਉਦੋਂ ਪਿੰਗਲਾ ਹੋ ਗਿਆ, ਗੁੰਗਾ ਹੋ ਗਿਆ, ਬਹਿਰਾ ਹੋ ਗਿਆ। ਮਹਾਰਾਜ ਜੀ ਦੱਸਦੇ ਐ ਫਿਰ ਮਨ ਨੂੰ ਕਾਬੂ ਹੋਇਆ। ਫਿਰ ਜਦੋਂ ਨਾਮ ਜਪੀਦਾ ਸੀ ਨਾ ਸਵਾਦ ਆਉਂਦਾ ਸੀ। ਕਰਕੇ ਵੇਖ ਲਓ ਭਾਈ, ਕਰਕੇ ਵੇਖਾਂਗੇ ਫਿਰ ਹੀ ਪਤਾ ਲੱਗੇਗਾ। ਪ੍ਰੈਕਟੀਕਲ ਕਰਕੇ ਜਦੋਂ ਵੇਖਾਂਗੇ, ਪਰ ਰਹਿ ਨਹੀਂ ਹੁਣ। ਆਦਤ ਪਈ ਹੈ ਨਾ, ਸਾਡੀ ਆਦਤ ਪਈ ਹੋਈ ਹੈ। ਮਾਇਓ ਤੁਸੀਂ ਤਾਂ ਭੋਗ ਤੇ ਵੀ ਨਹੀਂ ਹਟਦੀਆਂ ਹੁੰਦੀਆਂ। ਸਾਧ ਸੰਗਤ ਜੀ ਕਹਿੰਦੇ ਸੂਟਾਂ ਦੀਆਂ ਹੀ ਗੱਲਾਂ ਬਸ ਇਹਨਾਂ ਕੋਲ ਤੇ ਭਾਈਆਂ ਕੋਲ। ਬਾ ਹੁਣ ਝੋਨੇ ਦਾ ਸੀਜ਼ਨ ਹੈ, ਹਾਂ ਤੁਲ ਗਿਆ। ਕਦੋਂ ਤੁਲਿਆ, ਕਿਵੇਂ ਮਿਲਿਆ? ਅੱਛਾ ਗਿੱਲਾ ਤੇ ਨਹੀਂ ਸੀ, ਹੁਣ ਤੂੰ ਕੀ ਕਰੇਗਾ? ਬਸ ਆਹ ਗੱਲਾਂ। ਸਾਧ ਸੰਗਤ ਜੀ ਠੀਕ ਹੈ, ਗੱਲ ਕਰਨੀ ਚਾਹੀਦੀ ਹੈ, ਪਰ ਗੁਰੂ ਘਰ ਆ ਕੇ ਤੇ ਨਾ ਕਰੀ ਨਾ। ਗੁਰਬਾਣੀ ਦੀ ਕਥਾ ਹੁੰਦੀ ਹੈ, ਕੀਰਤਨ ਹੁੰਦਾ, ਕੋਈ ਸਮਾਗਮ ਹੋ ਰਿਹਾ ਹੈ, ਸਾਧ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ। ਤੁਲਸੀਦਾਸ ਮਹਾਰਾਜ ਕਹਿੰਦੇ ਸਾਧ ਸਮਾਗਮ ਹਰ ਕਥਾ ਤੁਲਸੀ ਦੁਰਲਭ ਦੋਏ। ਇਹ ਦੋ ਦੁਰਲਭ ਨੇ। ਸਾਧ ਸੰਗਤ ਜੀ ਬਚਨ ਆਉਂਦਾ ਹੈ ਤੁਲਸੀਦਾਸ ਮਹਾਰਾਜ ਦਾ, ਬੜੇ ਵਿਦਵਾਨ ਮਹਾਂਪੁਰਖ ਸਨ ਉਹ ਸਾਧ ਸੰਗਤ ਜੀ, ਜਿਨ੍ਹਾਂ ਰਮਾਇਣ ਵੀ ਲਿਖੀ ਹੈ। ਸੋ ਉਹ ਕਹਿੰਦੇ ਨੇ ਕਿ ਭਾਈ ਧਨਦਾਰਾ ਸੁਤ ਲਛਮੀ, ਪਾਪੀ ਦੁਰਲਭ ਹੋਏ। ਇਹ ਤੇ ਪਾਪੀਆਂ ਦੇ ਘਰੇ ਵੀ ਹੈ ਮਾਇਆ ਤੇ ਪਤਨੀ ਜਾਂ ਧੀ ਪੁੱਤ, ਪਰ ਕਹਿੰਦੇ ਨੇ ਸਾਧ ਸਮਾਗਮ ਹਰ ਕਥਾ।
ਸਾਧੂਆਂ ਦੀ ਸੰਗਤ ਜਿੱਥੇ ਸਾਧੂ ਸਮਾਗਮ ਕਰ ਰਿਹਾ ਤੇ ਹਰੀ ਦੀ ਕਥਾ ਜਿੱਥੇ ਹੁੰਦੀ ਹੈ। ਤੁਲਸੀ ਦੁਰਲਭ ਦੋਏ, ਬਸ ਦੋ ਚੀਜ਼ਾਂ ਹੀ ਦੁਰਲਭ ਹੈ, ਦੁਰਲਭ ਹੈ। ਇਸੇ ਕਰਕੇ ਗੁਰਮੁਖੋ ਕਦੀ ਵੀ ਸਤ ਸੰਗਤ ਵਿੱਚ ਉੱਥੇ ਬੋਲਣਾ ਨਹੀਂ ਚਾਹੀਦਾ। ਠੀਕ ਆ, ਲੋੜ ਅਨੁਸਾਰ ਠੀਕ ਆ, ਮੈਨੂੰ ਪਤਾ ਹੈ ਕਿ ਆਪਾਂ ਦੁਨੀਆਦਾਰੀ 'ਚ ਹੀ ਹਾਂ, ਇਸੇ ਪ੍ਰਕਾਰ ਗੱਲ ਕਰਨੀ ਤਾਂ ਪਏਗੀ ਨਾ। ਇਸੇ ਪ੍ਰਕਾਰ ਸਾਧ ਸੰਗਤ ਜੀ ਆ ਸ਼ਬਦ ਹੀ ਨਾ ਮੇਰੇ ਮੂੰਹੋਂ ਨਿਕਲ ਰਹੇ ਨੇ, ਤੁਸੀਂ ਸੁਣ ਰਹੇ ਹੋ, ਸ਼ਬਦ ਹੀ ਹੈ ਨਾ ਇਹ। ਸੋ ਸ਼ਬਦ ਨੂੰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇੱਕ ਥਾਂ ਤੇ ਬਚਨ ਕੀਤਾ, ਜਬ ਲਗ ਦੁਨੀਆ ਰਹੀਐ ਨਾਨਕ, ਕਿਛ ਸੁਣੀਐ ਕਿਛ ਕਹੀਐ। ਸੁਣਨਾ ਵੀ ਪੈਣਾ ਤੇ ਕਹਿਣਾ ਵੀ ਪੈਣਾ, ਪਰ ਇਹ ਨਹੀਂ ਹੈ ਕਿ ਦਾਇਰਾ ਟੱਪ ਕੇ ਜਾ, ਇਸ ਤੋਂ ਤਾਂ ਨਿੰਦਿਆ ਕਰ। ਇਹ ਨਹੀਂ ਹੈ ਕਿ ਸਤ ਸੰਗਤ ਵਿੱਚ ਹੁੰਦੀ ਕਥਾ ਕੀਰਤਨ ਹੁੰਦੇ ਵੇਲੇ ਦੁਨਿਆਵੀ ਗੱਲਾਂ ਕਰੀਏ, ਇਹ ਨਹੀਂ ਹੈ। ਇਸੇ ਪ੍ਰਕਾਰ ਮਹਾਰਾਜ ਕਹਿੰਦੇ ਫਿਰ ਮਨ ਕਾਬੂ ਹੋ ਜਾਏਗਾ, ਫਿਰ ਪ੍ਰਾਪਤੀ ਹੋਊਗੀ ਵਾਹਿਗੁਰੂ ਦੀ, ਜਦੋਂ ਮਨ ਹੀ ਕਾਬੂ ਹੋ ਗਿਆ। ਇਉਂ ਸਾਧ ਸੰਗਤ ਜੀ ਮਹਾਰਾਜ ਜੀ ਨੇ ਆਖਿਆ, ਕਬੀਰ ਸਤਿਗੁਰ ਸੂਰਮੇ। ਗੁਰੂ ਸਾਹਿਬ ਕਹਿੰਦੇ ਗੁਰੂ ਜੀ ਸੂਰਮੇ ਨੇ, ਬਹਾਦਰ ਨੇ। ਆਖਣ ਲੱਗੇ ਨੇ ਸਤਿਗੁਰੂ ਜੀ ਸੂਰਬੀਰ ਨੇ। ਸਤਿਗੁਰੂ ਸਵਾਮੀ ਰਾਮਾਨੰਦ ਜੀ ਮਹਾਰਾਜ ਜੀ ਸੂਰਮੇ ਨੇ ਭਾਈ। ਬਾਹਿਆ ਬਾਣ ਜੋ ਏਕ, ਉਹਨਾਂ ਨੇ ਮੇਰੇ ਤੇ ਉਪਦੇਸ਼ ਰੂਪੀ ਤੀਰ ਮਾਰਿਆ, ਬਾਣ ਮਾਰਿਆ, ਬਾਣ ਚਲਾਇਆ। ਇੱਕ ਨਾਮ ਦਾ ਤੀਰ ਮਾਰਿਆ, ਰੱਬ ਦੇ ਪਰਮੇਸ਼ਰ ਦੇ ਨਾਮ ਉਪਦੇਸ਼ ਦਾ ਤੀਰ ਮਾਰਿਆ ਸਤਿਗੁਰੂ ਸੂਰਮੇ ਨੇ। ਲਾਗਤ ਹੀ ਭੋਏ ਗਿਰ ਪਰਿਆ, ਜਦੋਂ ਮੇਰੇ ਤੀਰ ਲੱਗਿਆ ਮੈਂ ਡਿੱਗ ਗਿਆ। ਹਾਂ, ਹੁਣ ਵੀ ਆ ਕਥਾ ਹੋ ਰਹੀ ਹੈ, ਜਿਹਦੇ ਮਨ ਨੂੰ ਤੀਰ ਲੱਗੋ ਅੱਜ ਹੀ ਡਿੱਗ ਜੂਗਾ। ਡਿੱਗ ਪਿਆ, ਗਿਰ ਪਰਿਆ, ਡਿੱਗ ਜੇਗਾ ਕਿੱਥੇ? ਬ੍ਰਹਮ ਰੂਪੀ ਧਰਤੀ ਤੇ, ਸਤਿਗੁਰੂ ਰੂਪੀ ਧਰਤੀ ਤੇ ਡਿੱਗ ਜੂਗਾ। ਸਾਧ ਸੰਗਤ ਜੀ ਮਹਾਰਾਜ ਦੇ ਚਰਨ ਹੀ ਡਿੱਗ ਜੂਗਾ ਉਹ ਜਿੰਦੇ ਭਾਈ ਤੀਰ ਲੱਗਿਆ। ਭਗਤ ਜੀ ਕਹਿੰਦੇ, ਮਹਾਰਾਜ ਜੀ ਕਹਿੰਦੇ, ਜਦੋਂ ਸਵਾਮੀ ਰਾਮਾਨੰਦ ਗੁਰੂ ਜੀ ਨੇ ਮੇਰੇ ਨਾਮ ਰੂਪੀ ਉਪਦੇਸ਼ ਰੂਪੀ ਤੀਰ ਮਾਰਿਆ ਤੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਲੱਗਣ ਸਾਰੀ ਮੈਂ ਬ੍ਰਹਮਾ ਰੂਪੀ ਧਰਤੀ ਤੇ ਡਿੱਗ ਗਿਆ, ਨਿਮਰਤਾ ਰੂਪੀ ਧਰਤੀ ਵਿੱਚ ਆ ਗਿਆ, ਡਿੱਗ ਗਿਆ ਭਾਈ, ਗਿਰ ਪਰਿਆ। ਪਰਾ ਕਰੇ ਜੇ ਛੇਕ, ਹਿਰਦੇ ਵਿੱਚ ਵਿਰਾਗ ਰੂਪੀ ਛੇਕ ਪੈ ਗਿਆ, ਵਿਰਾਗ ਆ ਗਿਆ। ਹੁਣ ਬਹੁਤਾ ਨਹੀਂ ਜੇ ਬੋਲਦੇ, ਮਹਾਰਾਜ ਜੀ ਕਹਿੰਦੇ ਅਸੀਂ ਬਸ ਲੋੜ ਅਨੁਸਾਰ ਹੀ ਬੋਲਦੇ ਹਾਂ, ਲੋੜ ਅਨੁਸਾਰ ਹੀ ਗੱਲ ਕਰਾਂਗੇ। ਇਉਂ ਕਹਿੰਦੇ ਫਿਰ ਮਨ ਕਾਬੂ ਆਈਦਾ। ਸਾਧ ਸੰਗਤ ਜੀ ਤੋਂ ਗੁਰੂ ਸਾਹਿਬ ਦੀ ਉਪਦੇਸ਼ ਰੂਪੀ ਤੀਰ ਮਾਰਦੇ ਐ ਭਾਈ, ਤੀਰ ਸਹਿ ਲਿਆ ਕਰੀਏ। ਕੱਲ ਵੀ ਇਹੀ ਬਚਨ ਆਇਆ ਸੀ, ਚੋਟ ਸੁਹੇਲੀ ਸੇਲ ਕੀ ਲਾਗਤ ਲਿਓ ਸਾਸ, ਚੋਟ ਸਹਾਰੇ ਸ਼ਬਦ ਕੀ ਤਾਸ, ਗੁਰੂ ਮੈਂ ਦਾਸ। ਸ਼ਬਦ ਦੀ ਚੋਟ ਸਹਿ ਲਈਏ ਫਿਰ ਕਿਰਪਾ ਹੋਣੀ ਹੈ। ਸਾਧ ਸੰਗਤ ਜੀ ਸਤਿਗੁਰੂ ਸੂਰਮੇ ਨੇ ਜਦੋਂ ਉਪਦੇਸ਼ ਰੂਪੀ ਤੀਰ ਮਾਰਿਆ, ਲੱਗਣ ਸਾਰੀ ਕਹਿੰਦੇ ਗੁਰੂ ਦੇ ਚਰਨੀ ਡਿੱਗਿਆ ਤੇ ਕਲੇਜੇ ਨੂੰ ਛੇਕ ਕੇ ਲੰਘ ਗਿਆ ਤੀਰ। ਕਲੇਜੇ ਵਿੱਚ ਵਿਰਾਗ ਕਰ ਦਿੱਤਾ, ਹਿਰਦੇ ਰੂਪੀ ਮਨ ਰੂਪੀ ਕਲੇਜੇ ਵਿੱਚ ਛੇਕ ਪਾ ਦਿੱਤਾ ਵਿਰਾਗ ਦਾ। ਇਉਂ ਮਹਾਰਾਜ ਜੀ ਸਮਝਾਉਂਦੇ ਹਨ। ਸਾਧ ਸੰਗਤ ਜੀ ਭਗਤ ਜੀ ਇਉਂ ਬਚਨ ਕਰਦੇ ਹਨ, ਕਬੀਰ ਨਿਰਮਲ ਬੂੰਦ ਆਕਾਸ਼ ਕੀ। ਕੋਈ ਮਹਾਂਪੁਰਖ ਨਾ ਅਨਾਧਿਕਾਰੀ ਨੂੰ ਉਪਦੇਸ਼ ਦੇ ਰਹੇ ਸੀ, ਕਥਾ ਕਰ ਰਹੇ ਸੀ। ਭਗਤ ਜੀ ਨੇ ਵੇਖ ਲਿਆ। ਭਗਤ ਜੀ ਕਹਿੰਦੇ ਮਹਾਂਪੁਰਖੋ ਸੰਤੋ, ਇਹ ਅਨਾਧਿਕਾਰੀ ਪੁਰਖ ਹੈ, ਇਹਨੂੰ ਉਪਦੇਸ਼ ਨਾ ਦਿਓ। ਕਹਿੰਦੇ ਜੀ ਉਪਦੇਸ਼ ਦਵੋਗੇ ਵਿਅਰਥੀ ਹੈ। ਸਾਧ ਸੰਗਤ ਜੀ ਤੇ ਮਹਾਰਾਜ ਆਪ ਤੇ ਹੁਣ ਬ੍ਰਹਮ ਗਿਆਨੀ ਪੂਰੇ ਹੈ ਤੇ ਕਿਸੇ ਵਿਦਵਾਨ ਮਹਾਂਪੁਰਖ ਨੂੰ ਉਪਦੇਸ਼ ਦਿੰਦੇ ਹੋਏ ਹੁਣ ਬਚਨ ਉਚਾਰਨ ਕਰਦੇ ਨੇ ਕਿ ਅਨਾਧਿਕਾਰੀ ਨੂੰ ਉਪਦੇਸ਼ ਨਹੀਂ ਦੇਣਾ ਚਾਹੀਦਾ। ਕਬੀਰ ਨਿਰਮਲ ਬੂੰਦ ਆਕਾਸ਼ ਕੀ। ਮਹਾਰਾਜ ਕਹਿੰਦੇ ਆਕਾਸ਼ ਵਿੱਚੋਂ ਸਵਾਂਤੀ ਬੂੰਦ, ਨਿਰਮਲ ਬੂੰਦ ਡਿੱਗੀ ਜਦੋਂ ਵਰਖਾ ਪਈ ਭਾਈ, ਨਿਰਮਲ ਬੂੰਦ ਡਿੱਗੀ ਜਦੋਂ, ਪਰ ਗਈ ਭੂਮ ਬੇਕਾਰ। ਜਿਹੜੀ ਉਹ ਬੂੰਦ ਸੀ ਨਾ ਕੱਲਰ ਜ਼ਮੀਨ ਤੇ, ਸਾਧ ਸੰਗ ਨਕੰਮੀ ਜ਼ਮੀਨ ਤੇ ਡਿੱਗ ਕੇ ਭਾਈ ਬੇਕਾਰ ਹੋ ਗਈ, ਵਿਅਰਥੀ ਚਲੀ ਗਈ। ਸਵਾਂਤੀ ਬੂੰਦ ਦੇਖੋ ਕਿੱਡੀ ਵੱਡੀ ਅਮੋਲਕ ਹੈ। ਸਾਧ ਸੰਗਤ ਜੀ ਜੇ ਅੱਕ ਦੀਆਂ ਜੜ੍ਹਾਂ 'ਚ ਪੈ ਜੇ ਨਾ ਸਵਾਂਤੀ ਬੂੰਦ, 52 ਚੰਦਨ ਬਣਾ ਦਿੰਦੀ ਏ। ਸਾਧ ਸੰਗਤ ਜੀ ਜੇ ਨਿੰਮ 'ਚ ਪੈ ਜੇ, ਸਾਧ ਸੰਗਤ ਜੀ ਜਾਂ ਕਈ ਸਾਲਾਂ ਦੀ ਖੜੀ ਟਾਹਲੀ 'ਚ ਪੈ ਜੇ, 52 ਚੰਦਨ ਬਣਾ ਦੇ ਕਿ ਸਵਾਂਤੀ ਬੂੰਦੀ ਇਹ ਬਰਕਤ ਹੈ। ਜੇ ਕਿਸੇ ਮੂਰਖ ਪੁਰਖ ਦੇ ਸਿਰ 'ਚ ਪੈ ਜੇ, ਉਹ ਸਿਆਣਾ ਚਤਰ
ਬੁੱਧੀਮਾਨ ਹੋ ਜਾਏਗਾ। ਮਹਾਰਾਜ ਕਹਿੰਦੇ ਸਵਾਂਤੀ ਬੂੰਦ ਜਦੋਂ ਡਿੱਗੀ ਨਾ ਕਲਰ ਖੇਤ ਜ਼ਮੀਨ ਤੇ ਵਿਅਰਥ ਚਲੇਗੀ ਭਾਈ। ਬਿਨ ਸੰਗਤ ਇਉ ਮਾਨਾਈ। ਹਾਂ, ਦ੍ਰਿਸ਼ਟਾਂਤ ਦੇ ਕੇ ਸਮਝਾਇਆ ਬਿਨ ਸੰਗਤ ਇਉ ਮਾਨਈ। ਜਿਹੜੇ ਸਤ ਸੰਗਤ ਨਹੀਂ ਕਰਦੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਧਰਤੀ ਦੀ ਸੰਗਤ ਤੋਂ ਬਗੈਰ ਉਹ ਜਿਹੜੀ ਨਿਰਮਲ ਬੂੰਦ ਸੀ ਨਾ ਵਿਅਰਥ ਹੀ ਚਲੇਗੀ। ਇਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਹੜੇ ਸੰਗਤ ਨਹੀਂ ਕਰਦੇ ਪਰਮੇਸ਼ਰ ਦੀ। ਕਬੀਰ ਨਿਰਮਲ ਬੂੰਦ ਆਕਾਸ਼ ਕੀ। ਹਾਂ, ਨਿਰਮਲ ਬੂੰਦ ਆਕਾਸ਼ ਕੀ। ਆਕਾਸ਼ ਕੀ, ਧਿਆਨ ਦਿਓ, ਗੁਰੂ ਸਾਹਿਬ ਜੀ ਆਕਾਸ਼ ਵਰਗੇ ਐ। ਉਪਦੇਸ਼ ਰੂਪੀ ਬੱਦਲ ਚੜੇ ਹੋਏ ਨੇ, ਉਹਦੇ ਵਿੱਚੋਂ ਜਦੋਂ ਨਾਮ ਰੂਪ ਉਪਦੇਸ਼ ਰੂਪੀ ਬੱਦਲਾਂ ਚੋਂ ਨਿਰਮਲ ਬੂੰਦ ਦੀ ਗਿਆਨ ਦੀ ਸਾਧ ਸੰਗਤ ਜੀ ਬੂੰਦ ਡਿੱਗਦੀ ਹੈ। ਸਤਿਗੁਰੂ ਰੂਪੀ ਬੱਦਲ ਚੜੇ ਹੋਏ ਨੇ ਸਾਧ ਸੰਗਤ ਜੀ ਆਕਾਸ਼ ਦੇ ਵਿੱਚ, ਤੇ ਜਦੋਂ ਗਿਆਨ ਰੂਪੀ ਉਹ ਬੂੰਦ ਭਾਈ ਡਿੱਗਦੀ ਹੈ। ਪਰ ਗਈ ਭੂਮ ਬੇਕਾਰ। ਜੇ ਕਿਸੇ ਨਿਸ਼ਰਦਕ ਬੰਦੇ ਤੇ ਅਨਅਧਿਕਾਰੀ ਪੁਰਖ ਤੇ ਡਿੱਗ ਪਵੇ ਨਾ, ਬੇਕਾਰ ਹੀ ਹੈ। ਸਾਧ ਸੰਗਤ ਜੀ, ਗੁਰੂ ਸਾਹਿਬ ਆਕਾਸ਼ ਦੀ ਨਿਆਈ ਹੈ ਤੇ ਬਾਣੀ ਨਾਮ ਬੱਦਲ ਦੀ ਨਿਆਈ ਗਰਜ ਰਹੇ ਨੇ। ਉਹਦੇ ਵਿੱਚੋਂ ਬੂੰਦ ਕਿਹੜੀ ਡਿੱਗਦੀ ਹੈ? ਗਿਆਨ ਦੀ, ਅੰਮ੍ਰਿਤ ਰਸ ਦੀ, ਅੰਮ੍ਰਿਤ ਨਾਮ ਦੀ ਡਿੱਗਦੀ ਏ ਬੂੰਦ। ਸੋ ਗੁਰਮੁਖੋ ਪਰ ਗਈ ਭੂਮ ਬੇਕਾਰ। ਤੇ ਜਿਹੜੇ ਉਹ ਕਲਰ ਖੇਤੀ ਵਾਂਗ ਜ਼ਮੀਨ ਵਾਂਗ ਨਿਸ਼ਰਦਕ ਨੇ, ਅਨਅਧਿਕਾਰੀ ਹੈ ਸਾਧ ਸੰਗਤ ਜੀ, ਉਹਨਾਂ ਤੇ ਬੁੱਧੀ ਤੇ ਭਾਈ ਜਿਹੜੀ ਬੂੰਦ ਸੀ ਨਾ ਸਾਧ ਸੰਗਤ ਜੀ ਜਦੋਂ ਪਈ। ਬਿਨ ਸੰਗਤ ਇਉ ਮਾਨਾਈ। ਉਹ ਸਤ ਸੰਗਤ ਜਾਂ ਗੁਰਮੁਖਾਂ ਵਾਲਾ ਸੁਭਾਅ ਨਾ ਹੋਣ ਕਰਕੇ, ਗ੍ਰਹਿਣ ਸ਼ਕਤੀ ਨਾ ਹੋਣ ਕਰਕੇ ਭਾਈ ਉਹਨਾਂ ਨੇ ਮੰਨਿਆ ਨਹੀਂ ਹੈ ਗੁਰੂ ਦਾ ਬਚਨ। ਇਉਂ ਦੱਸਦੇ ਹਨ, ਹੋਏ ਗਈ ਭੱਠਸਾਰ। ਈਰਖਾ, ਕ੍ਰੋਧ, ਕਾਮ ਕ੍ਰੋਧ ਰੂਪੀ ਭੱਠੀ ਵਿੱਚ ਪੈ ਕੇ ਸੁਆਹ ਹੋ ਗਈ। ਭਾਵ ਕਿ ਉਹ ਹਿਰਦੇ ਵਿੱਚ ਸਿੱਖਿਆ ਨਹੀਂ ਦੇ ਸਕੀ। ਜਿਹੜੇ ਅਨਅਧਿਕਾਰੀ ਪੁਰਖ ਹੈ ਮਹਾਰਾਜ ਬਚਨ ਰੋਜ਼ ਕਰਦੇ ਐ। ਕਿੰਨਾ ਸਮਾਂ ਹੋ ਗਿਆ ਗੁਰਤਾ ਗੱਦੀ ਤੇ ਬੈਠਿਆਂ ਨੂੰ ਮਹਾਰਾਜ ਨੂੰ, ਪਰ ਸਿੱਖ ਕਿਤੇ ਮੰਨਦੇ ਆ ਬਚਨ। ਇਸੇ ਕਰਕੇ ਨਿਸ਼ਰਦਕ ਹੈ, ਅਨਅਧਿਕਾਰੀ ਆ। ਸੰਗਤ ਜਦੋਂ ਕਰਾਂਗੇ, ਮੈਂ ਸ਼ੁਰੂ 'ਚ ਬੇਨਤੀ ਕੀਤੀ ਸੀ, ਲਾਸਟ ਉੱਥੇ ਹੀ ਸਮਾਪਤੀ ਹੋ ਰਹੀ ਹੈ। ਮੈਂ ਸ਼ੁਰੂ 'ਚ ਇਹੀ ਬੇਨਤੀ ਕੀਤੀ ਸੀ, ਸੰਗਤ ਸਾਨੂੰ ਗ੍ਰਹਿਣ ਕਰਨ ਦੀ ਸ਼ਕਤੀ ਦਿੰਦੀ ਹੈ। ਗੁਰੂ ਦੇ ਬਚਨ ਗ੍ਰਹਿਣ ਕਰਨ ਦੀ ਸ਼ਕਤੀ। ਊਨ ਤੁਸੀਂ ਗ੍ਰਹਿਣ ਨਹੀਂ ਕਰ ਸਕਦੇ। ਜਦੋਂ ਸੰਗਤ ਕਰਾਂਗੇ ਉਦੋਂ ਗ੍ਰਹਿਣ ਕਰਾਂਗੇ ਬਚਨ, ਉਦੋਂ ਸ਼ਕਤੀ ਆ ਜਾਏਗੀ, ਗ੍ਰਹਿਣ ਸ਼ਕਤੀ। ਸਾਧ ਸੰਗਤ ਜੀ, ਜਰਨ ਸ਼ਕਤੀ ਆ ਜਾਏ, ਗੁਰੂ ਦੇ ਬਚਨ ਜਰੇਗਾ। ਭੁੱਲ ਚੁੱਕ ਦੀ ਖਿਮਾ ਮਾਰੇ ਦੀ ਕਥਾ ਕਰਦਿਆਂ ਗਲਤੀਆਂ ਹੋ ਜਾਂਦੀਆਂ ਨੇ। ਗੁਰੂ ਦੇਵਦਾਸ ਨੂੰ ਬਖਸ਼ ਲੈਣਗੇ, ਆਪ ਸੰਗਤਾਂ ਨੇ ਬਖਸ਼ ਲੈਣਾ ਭਾਈ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭਾ ਪਹਿ ਮੇਲੇ। ਭਗਤ ਜੀ ਦਾ ਸ਼ਲੋਕ ਪੜ੍ਹ ਕੇ ਸਮਾਪਤੀ ਕਰੀਏ। ਕਬੀਰ ਨਿਰਮਲ ਬੂੰਦ ਆਕਾਸ਼ ਕੀ। ਪਰ ਗਈ ਭੂਮ ਬੇਕਾਰ। ਬਿਨ ਸੰਗਤ ਓ ਮਾਨਈ। ਹੋਏ ਗਈ ਭੱਠ ਛਾਰ। ਬਿਨ ਸੰਗਤ ਓ ਮਾਨਈ। ਹੋਏ ਗਈ ਭੱਠ ਛਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।